ਤਰਨਤਾਰਨ ਦੇ ਪਿੰਡ ਥਰਕਪੁਰਾ ਦੇ ਚਰਚ ਦੇ ਵਿੱਚ ਪੰਤੋੜ ਦੇਰ ਰਾਤ ਕੁਝ ਲੋਕਾਂ ਨੇ ਤੋੜੀਆਂ ਮੂਰਤੀਆਂ, ਆਕਾਰ ਨੂੰ ਲਗਾਈ ਅੱਗ। ਘਟਨਾ ਨੂੰ ਲੈ ਕੇ ਈਸਾਈ ਭਾਈਚਾਰੇ ਦੇ ਵਿੱਚ ਰੋਸ। ਪੰਜਾਬੀ ਫਿਲਮ ਪ੍ਰੋਡਿਊਸਰ ਮੋਹਿਤ ਨੂੰ ਫੋਨ ਤੇ ਮਿਲੀ ਧਮਕੀ, WhatsApp ਕਾਲ ਤੇ ਮੰਗੀ 1 ਕਰੋੜ ਦੀ ਰੰਗਦਾਰੀ। ਸ਼ਖਸ ਨੇ ਖੁਦ ਨੂੰ ਦੱਸਿਆ ਗੋਲਡੀ ਬਰਾੜ। ਸਿੱਧੂ ਮੂਸੇਵਾਲਾ ਕਤਲकांड ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੂੰ ਬਦਲਿਆ ਅੰਗਰੇਜ਼ ਸਿੰਘ ਦੀ ਥਾਂ ਤੇ ਗੁਰਲਾਲ ਸਿੰਘ ਨੂੰ ਸੌਂਪੀ ਗਈ ਜਾਂਚ ਦੀ ਕਮਾਨ। ਇਨਵੈਸਟੀਗੇਸ਼ਨ ਕਰ ਰਹੇ ਅੰਗਰੇਜ਼ ਸਿੰਘ ਨੂੰ ਗੈਂਗਸਟਰਾਂ ਨੇ ਦਿੱਤੀ ਸੀ ਧਮਕੀ। ਸੋਨਾਲੀ ਫੋਗਾਟ ਮੌਤ ਮਾਮਲੇ ਦੇ ਵਿੱਚ ਹਿਸਾਰ ਪਹੁੰਚ ਰਹੀ ਗੋਆ ਪੁਲਿਸ ਬਿਆਨ ਕਰਕੇ ਅਤੇ ਸਬੂਤ ਕਰੇਗੀ ਇਕੱਠੇ। ਬਾਅਦ ਦੇ ਵਿੱਚ ਗੁਰੂਗ੍ਰਾਮ ਸਥਿਤ ਫਲੈਟ ਤੋਂ ਵੀ ਜੁਟਾਏ ਜਾਣਗੇ ਸੁਰਾਗ। ਸਾਬਕਾ ਮੰਤਰੀ ਦੇ ਭਤੀਜੇ ਦਲਜੀਤ ਗਿਲਜੀਆਂ ਤੋਂ ਪੁੱਛਗਿੱਛ ਤੋਂ ਬਾਅਦ ਬੁਢਲਾਡਾ ਦਾ ਵਨ ਰੇਂਜ ਅਫਸਰ ਗ੍ਰਿਫਤਾਰ। ਟ੍ਰੀ ਗਾਰਡ ਖਰੀਦਣ ਦੇ ਵਿੱਚ 52 ਲੱਖ ਰੁਪਏ ਗਬਨ ਦਾ ਇਲਜ਼ਾਮ। ਫਰਜ਼ੀ ਫਰਮਾਂ ਦੇ ਨਾਂ ਤੇ ਤਿਆਰ ਕੀਤੇ ਗਏ ਸਨ ਫਰਜ਼ੀ ਬਿੱਲ। ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਅੱਜ ਫਿਰ ਲੁਧਿਆਣਾ ਕੋਰਟ ਦੇ ਵਿੱਚ ਪੇਸ਼ੀ। ਪਹਿਲਾਂ 3 ਵਾਰ ਰਿਮਾਂਡ ਲੈ ਚੁੱਕੀ ਹੈ ਵਿਜੀਲੈਂਸ। ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਦੇ ਵਿੱਚ ਗ੍ਰਿਫਤਾਰ ਨੇ ਆਸ਼ੂ। ਪਰਨੀਤ ਕੌਰ ਦੇ ਖਿਲਾਫ ਐਕਸ਼ਨ ਦੀ ਤਿਆਰੀ ਦੇ ਵਿੱਚ ਕਾਂਗਰਸ। ਪੰਜਾਬ ਕਾਂਗਰਸ ਹਾਈ ਕਮਾਨ ਨੂੰ ਭੇਜੇਗੀ ਚਿੱਠੀ, ਕਾਰਵਾਈ ਦੀ ਕਰੇਗੀ ਸਿਫਾਰਿਸ਼। ਵੜਿੰਗ ਬੋਲੇ ਪਰਨੀਤ ਕੌਰ ਨਹੀਂ ਪਾਰਟੀ ਦਾ ਹਿੱਸਾ। ਅੱਜ ਰਾਜਪਾਲ ਨੂੰ ਮਿਲੇਗਾ ਅਕਾਲੀ ਦਲ ਦਾ ਵਫਦ। ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਮਾਮਲਿਆਂ ਨੂੰ ਲੈ ਕੇ ਸੌਂਪਣਗੇ ਮੰਗ ਪੱਤਰ। ਆਮ ਆਦਮੀ ਪਾਰਟੀ ਦਾ ਮਿਸ਼ਨ ਹਿਮਾਚਲ ਜਾਰੀ। ਅੱਜ ਸੀਐਮ ਭਗਵੰਤ ਮਾਨ ਅਤੇ ਮਨੀਸ਼ ਸਿਸੋਦੀਆ ਜਾਣਗੇ ਪਾਲਮਪੁਰ, ਮਹਿਲਾਵਾਂ ਨੂੰ ਦੇਣਗੇ ਗਾਰੰਟੀ। ਨਰਮਾ ਪੱਟੀ ਦੇ ਕਿਸਾਨਾਂ ਦੇ ਲਈ ਸਰਕਾਰ ਦੀ ਵੱਡੀ ਰਾਹਤ। ਆੜਤ ਘਟਾ ਕੇ 1% ਕਰਨ ਦਾ ਐਲਾਨ। ਮਾਰਕੀਟ ਫੀਸ ਵੀ 2 ਤੋਂ ਘਟਾ ਕੇ ਕੀਤੀ 0.5%। ਕੁਰੂਕਸ਼ੇਤਰ ਦੇ ਵਿੱਚ ਨੌਜਵਾਨ ਦੇ ਕਤਲ ਦੀਆਂ ਲਾਈਵ ਤਸਵੀਰਾਂ। ਤੇਜ਼ਧਾਰ ਹਥਿਆਰਾਂ ਦੇ ਨਾਲ ਕੀਤਾ ਹਮਲਾ। ਪੁਰਾਣੀ ਰੰਜਿਸ਼ 'ਚ ਕਤਲ ਦਾ ਸ਼ੱਕ। ਮੋਹਾਲੀ 'ਚ ਕੁੱਤੇ ਨੂੰ ਕਾਰ ਹੇਠ ਕੁਚਲਣ ਦੇ ਮਾਮਲੇ ਦੇ ਵਿੱਚ ਐਨੀਮਲ ਵੈਲਫੇਅਰ ਬੋਰਡ ਨੇ ਲਿਆ ਨੋਟਿਸ। ਮੋਹਾਲੀ ਦੇ ਡੀਸੀ ਨੂੰ ਲਿਖਿਆ ਪੱਤਰ। ਕੇਸ ਦਰਜ ਕਰ ਰਿਪੋਰਟ ਸੌਂਪਣ ਦੇ ਲਈ ਕਿਹਾ। ਤੇ ਦੇਸ਼ ਭਰ ਦੇ ਵਿੱਚ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਗਣਪਤੀ ਜਨਮ ਮਹੋਤਸਵ। ਅੱਜ ਘਰ ਘਰ ਵਿਰਾਜਣਗੇ ਬੱਪਾ। ਮੰਦਰਾਂ ਦੇ ਵਿੱਚ ਭਗਤਾਂ ਦਾ ਲੱਗਿਆ ਤਾਂਤਾ। ਸੀਐਮ ਮਾਨ ਨੇ ਵੀ ਦਿੱਤੀ ਵਧਾਈ। ਸਤਿ ਸ਼੍ਰੀ ਅਕਾਲ। ਇਸ ਸਮੇਂ ਦੇ ਬੁਲੇਟਿਨ 'ਚ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਬੁਲੇਟਿਨ ਦੇ ਵਿੱਚ ਹਰ ਵੱਡੀ ਤੇ ਛੋਟੀ ਖਬਰ ਤੇ ਨਜ਼ਰ ਰਹੇਗੀ। ਸ਼ੁਰੂਆਤ ਸਭ ਤੋਂ ਪਹਿਲਾਂ ਤਰਨਤਾਰਨ ਤੋਂ ਕਰਦੇ ਹਾਂ। ਤਰਨਤਾਰਨ ਦੇ ਪਿੰਡ ਥਰਕਪੁਰਾ ਦੇ ਵਿੱਚ ਚਰਚ 'ਚ ਭੰਨਤੋੜ ਕੀਤੀ ਗਈ ਹੈ। ਇਹ ਵੱਡੀ ਖਬਰ ਤੋਂ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਦੱਸਦੀ ਕਿ ਦੇਰ ਰਾਤ ਕੁਝ ਲੋਕਾਂ ਦੇ ਵੱਲੋਂ ਇਹ ਭੰਨਤੋੜ ਕੀਤੀ ਗਈ ਹੈ, ਜਿਨ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਸੀਸੀਟੀਵੀ 'ਚ ਕੈਦ ਵੀ ਹੋਈਆਂ ਨੇ। ਕੈਥੋਲਿਕ ਚਰਚ ਹੈ ਜਿੱਥੇ ਕਿ ਇਹ ਭੰਨਤੋੜ ਕੀਤੀ ਗਈ ਹੈ। ਪ੍ਰਭੂ ਯੀਸ਼ੂ ਅਤੇ ਮਾਂ ਮਰੀਅਮ ਦੀਆਂ ਮੂਰਤੀਆਂ ਨੂੰ ਤੋੜਿਆ ਗਿਆ ਹੈ ਔਰ ਸਾਫ਼ ਤੌਰ ਤੇ ਇਸ 'ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਤੋੜਿਆ ਗਿਆ। ਚਰਚ ਦੇ ਅੰਦਰ ਦੱਸਦੀ ਕਿ ਗੱਡੀ ਨੂੰ ਵੀ ਅੱਗ ਲਗਾ ਦਿੱਤੀ ਗਈ। ਕੈਥੋਲਿਕ ਚਰਚ ਹੈ ਜਿੱਥੇ ਕਿ ਭੰਨਤੋੜ ਕੀਤੀ ਗਈ ਔਰ ਚਰਚ ਦੇ ਵਿੱਚ ਜੋ ਸੀਸੀਟੀਵੀ ਲੱਗਿਆ ਹੋਇਆ ਸੀ ਉਸ ਦੇ ਵਿੱਚ ਸਾਰੀਆਂ ਤਸਵੀਰਾਂ ਕੈਦ ਹੋ ਗਈਆਂ ਨੇ। ਤਸਵੀਰਾਂ ਅਸੀਂ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਇਹ 2 ਲੋਕ ਆਉਂਦੇ ਨੇ ਔਰ ਉਹਨਾਂ ਦੇ ਵੱਲੋਂ ਮਿੱਥਿਆ ਹੁੰਦਾ ਹੈ। ਤਸਵੀਰਾਂ 'ਚ ਜੋ ਨਜ਼ਰ ਆ ਰਿਹਾ ਕਿ ਮਿੱਥ ਕੇ ਆਏ ਨੇ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਵੱਲੋਂ ਆ ਕੇ ਇੱਥੇ ਭੰਨਤੋੜ ਕੀਤੀ ਜਾਣੀ ਹੈ। ਇਹ ਮਾਂ ਮਰੀਅਮ ਦੀ ਇਹ ਮੂਰਤੀ ਹੈ ਜੋ ਚਰਚ ਦੇ ਬਾਹਰਲੇ ਪਾਸੇ ਲੱਗੀ ਹੋਈ ਹੈ। ਉੱਥੇ ਸਿੱਧੇ ਤੌਰ ਤੇ ਆਉਂਦੇ ਨੇ ਔਰ ਉਹਨਾਂ ਦੇ ਵੱਲੋਂ ਇੱਕ ਕਹਿ ਸਕਦੇ ਆ ਕਿ ਬੇਸਬਾਲ ਵਰਗਾ ਕੁਝ ਇਹਨਾਂ ਦੇ ਹੱਥ ਦੇ ਵਿੱਚ ਹੈ ਹਥਿਆਰ, ਤੇ ਜਿਸ ਦੇ ਨਾਲ ਇਹਨਾਂ ਦੇ ਵੱਲੋਂ ਇਹ ਮੂਰਤੀ ਨੂੰ ਤੋੜਿਆ ਜਾਂਦਾ ਔਰ ਸਿੱਧਾ ਸਿਰ ਤੇ ਵਾਰ ਕੀਤਾ ਜਾਂਦਾ ਮੂਰਤੀ ਦੇ। ਤਾਂ ਉਸ ਤੋਂ ਬਾਅਦ ਜਿਵੇਂ ਹੀ ਮੂਰਤੀ ਦਾ ਸਿਰ ਵੱਖਰਾ ਹੁੰਦਾ ਧੜ ਤੋਂ ਔਰ ਬਾਅਦ ਦੇ ਵਿੱਚ ਮੂਰਤੀ ਦੇ ਧੜ ਨੂੰ ਸਿਰ ਨੂੰ ਜਿਹੜਾ ਉਹ ਚੁੱਕ ਕੇ ਨਾਲ ਵੀ ਲੈ ਕੇ ਜਾਂਦੇ ਨੇ। ਸੋ ਤਸਵੀਰਾਂ ਦੇ ਵਿੱਚ ਦੋਵੇਂ ਸ਼ਖਸ ਕੈਦ ਹੋ ਗਏ ਨੇ ਜਿਸ ਤਰ੍ਹਾਂ ਦੇ ਨਾਲ ਇਹਨਾਂ ਦੇ ਵੱਲੋਂ ਮੂਰਤੀ ਦੀ ਭੰਨਤੋੜ ਕੀਤੀ ਗਈ ਹੈ। ਦੂਜੀ ਤਸਵੀਰ ਦਿਖਾ ਰਹੇ ਹਾਂ ਅਸੀਂ ਤੁਹਾਨੂੰ ਕਿਸ ਤਰ੍ਹਾਂ ਦੇ ਨਾਲ ਇਹ ਗੱਡੀ ਜਿਹੜੀ ਹੈ ਉਹ ਅੱਗ ਦੇ ਹਵਾਲੇ ਕਰ ਦਿੱਤੀ ਗਈ ਔਰ ਇਹ ਤਸਵੀਰਾਂ ਅਸੀਂ ਲਗਾਤਾਰ ਸਵੇਰ ਵੇਲੇ ਤੋਂ ਦਿਖਾ ਰਹੇ ਹਾਂ। ਫੋਨ ਲਾਈਨ ਤੇ ਸਾਡੇ ਨਾਲ ਮਨੀਸ਼ ਕੁਮਾਰ ਜੀ ਨੇ, ਡੀਸੀ ਨੇ ਤਰਨਤਾਰਨ ਤੋਂ। ਸਰ ਸਵਾਗਤ ਹੈ ਤੁਹਾਡਾ ਨਿਊਜ਼ 18 ਪੰਜਾਬ ਤੇ। ਥੈਂਕ ਯੂ ਜੀ। ਸਰ ਜਾਣਨਾ ਚਾਹਾਂਗੇ ਸਭ ਤੋਂ ਪਹਿਲਾਂ ਇਸ ਮਾਮਲੇ ਦੇ ਵਿੱਚ ਹੁਣ ਤੱਕ ਕੀ ਕੁਝ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਗਈ ਹੈ, ਕਿਉਂਕਿ ਇਹ ਸੈਂਸਿਟਿਵ ਇਸ਼ੂ ਹੈ, ਬਹੁਤ ਵੱਡਾ ਮਸਲਾ। ਇਹ ਬੜੀ ਮੰਦਭਾਗੀ ਘਟਨਾ ਹੈਗੀ ਆ ਜੀ ਔਰ ਇਹਦੇ ਵਿੱਚ ਜਿੱਦਾਂ ਹੀ ਪੁਲਿਸ ਨੂੰ ਸੂਚਨਾ ਮਿਲੀ ਇਮੀਡੀਏਟਲੀ ਉੱਥੇ ਮੌਕੇ ਤੇ ਪਹੁੰਚ ਗਏ ਸੀਗੇ ਔਰ ਜਿਹੜੇ ਇਹਨਾਂ ਦੀ ਸੀਸੀਟੀਵੀ ਫੁਟੇਜ ਮਿਲੀ ਹੈਗੀ ਆ ਉਹਨੂੰ ਬੜੀ ਕਲੋਜ਼ਲੀ ਫੋਲੋ ਅਪ ਕਰ ਰਹੇ ਹੈਗੇ। ਐਸਐਸਪੀ ਸਾਹਿਬ ਆਪ ਮੌਕੇ ਤੇ ਪਹੁੰਚ ਗਏ ਸੀਗੇ। ਮੇਰੇ ਜਿਹੜੇ ਐਸਡੀਐਮ ਹੈਗੇ ਆ ਉਹ ਵੀ ਮੌਕੇ ਤੇ ਪਹੁੰਚ ਗਏ ਨੇ। ਤਾਂ ਅਸੀਂ ਜਿਹੜਾ ਹੈਗਾ ਇਹਨੂੰ ਬਿਕੋਜ਼ ਹਾਈਲੀ ਸੈਂਸਿਟਿਵ ਇਸ਼ੂ ਹੈਗਾ ਇਹਨੂੰ ਅਸੀਂ ਟੌਪ ਪ੍ਰਾਇੋਰਟੀ ਤੇ ਰੱਖਦੇ ਹੋਏ
ਔਰ ਜਲਦ ਤੋਂ ਜਲਦ ਮੈਨੂੰ ਵਿਸ਼ਵਾਸ ਹੈਗਾ ਕਿ ਪੁਲਿਸ ਜਿਹੜੀ ਮਿਸਕ੍ਰੀਐਂਟਸ ਨੂੰ ਐਪਰੀਹੈਂਡ ਕਰ ਲਊਗੀ। ਇਸ ਤੋਂ ਇਲਾਵਾ ਸਰ ਅਗਰ ਇਲਾਕੇ ਦੀ ਗੱਲ ਕਰੀਏ, ਆਸ-ਪਾਸ ਦੇ ਹੋਰ ਨੇੜੇ ਏਰੀਏ ਦੀ ਗੱਲ ਕਰੀਏ, ਕਿਉਂਕਿ ਖਾਸ ਤੌਰ ਤੇ ਤਰਨਤਾਰਨ, ਅੰਮ੍ਰਿਤਸਰ, ਸਰਹੱਦੀ ਇਲਾਕੇ, ਇੱਥੇ ਇਸ ਵੇਲੇ ਮਾਹੌਲ ਚਰਚ ਭਾਈਚਾਰਾ ਔਰ ਸਿੱਖ ਭਾਈਚਾਰੇ ਵਿੱਚ ਸਹੀ ਨਹੀਂ ਹੈ, ਤਾਂ ਇਸ ਨੂੰ ਲੈ ਕੇ ਹੋਰ ਕੀ ਕੁਝ ਤਿਆਰੀਆਂ ਪੁਲਿਸ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ? ਕਿਸ ਤਰ੍ਹਾਂ ਦੇ ਨਾਲ ਮੁੱਖ ਤੌਰ ਤੇ ਇਸ ਮੁੱਦੇ ਨੂੰ ਰੱਖ ਕੇ ਹੋਰ ਕਾਰਵਾਈ ਕੀਤੀ ਜਾ ਰਹੀ ਹੈ? ਫਿਲਹਾਲ ਮੈਂ ਧੰਨਵਾਦੀ ਹੈਗਾ ਆਪਣੇ ਈਸਾਈ ਭਾਈਚਾਰੇ ਦਾ ਕਿ ਫਿਲਹਾਲ ਬਿਲਕੁਲ ਸਿਚੁਏਸ਼ਨ ਜਿਹੜੀ ਹੈਗੀ ਉਹਨਾਂ ਨਾਲ ਜੋ ਗੱਲਬਾਤ ਵੱਖ-ਵੱਖ ਸਬ ਡਿਵੀਜ਼ਨ ਦੇ ਆਫਸਰਸ ਕਰ ਰਹੇ ਨੇ ਔਰ ਬਾਕੀ ਸਾਰੇ ਆਫੀਸ਼ੀਅਲਸ ਕਰ ਰਹੇ ਨੇ, ਤਾਂ ਸਿਚੁਏਸ਼ਨ ਹਾਲੇ ਠੀਕ ਹੈਗੀ ਆ। ਔਰ ਉਹਨਾਂ ਨੂੰ ਵੀ ਅਸੀਂ ਆਸ਼ਵਾਸਨ ਦਵਾਉਂਦੇ ਹੈਗੇ ਆ ਕਿ ਅਸੀਂ ਪੂਰੀ ਉਹਨਾਂ ਦੀ ਸਿਕਿਉਰਿਟੀ ਦਾ ਖਿਆਲ ਰੱਖਾਂਗੇ। ਔਰ ਇਹਦੇ ਵਿੱਚ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹੈਗੇ ਆ ਕਿ ਸਾਰਿਆਂ ਨੂੰ ਸੰਯਮ ਵਰਤਣ ਦੀ ਲੋੜ ਹੈਗੀ ਹੈ। ਸਰ, ਇਹ ਜਾਣਨਾ ਚਾਹਾਂਗੇ ਕਿ ਸ਼ੁਰੂਆਤੀ ਜਾਂਚ ਦੇ ਵਿੱਚ ਕੀ ਕੁਝ ਸਾਹਮਣੇ ਆਇਆ ਹੁਣ ਤੱਕ? ਫਿਲਹਾਲ ਬਿਕੋਜ਼ ਬੜਾ ਰੀਸੈਂਟ ਇਨਸੀਡੈਂਟ ਹੈਗਾ ਆ, ਤਾਂ ਅਗਰ ਮੈਂ ਕੋਈ ਵੀ ਕਮੈਂਟ ਕਰਦਾ ਹੈਗਾ ਤਾਂ ਇਨਵੈਸਟੀਗੇਸ਼ਨ ਦੇ ਵਿੱਚ ਖਲਲ ਪੈ ਸਕਦਾ ਹੈਗਾ, ਬਟ ਪੁਲਿਸ ਆਪਣਾ ਕੰਮ ਬਿਲਕੁਲ ਤੰਗਦੇਹੀ ਨਾਲ ਕਰ ਰਹੀ ਹੈਗੀ ਔਰ ਮੈਨੂੰ ਵਿਸ਼ਵਾਸ ਹੈਗਾ ਕਿ ਛੇਤੀ ਇਹ ਜਿਹੜੇ ਮਿਸਕ੍ਰੀਐਂਟਸ ਇਹ ਫੜ ਲਏ ਜਾਣਗੇ। ਜੀ, ਇੱਕ ਮਸਲਾ ਇਹ ਇਸ ਕਰਕੇ ਗੰਭੀਰ ਹੈ ਕਿਉਂਕਿ ਧਰਮ ਪਰਿਵਰਤਨ ਦਾ ਇਹ ਮਾਮਲਾ ਜਿਹੜਾ ਸਾਰਾ ਸ਼ੁਰੂ ਹੋਇਆ, ਤਾਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗੇ ਕਿ ਤੁਹਾਡੇ ਕੋਲ ਕੋਈ ਅਜਿਹੇ ਜਬਰਨ ਧਰਮ ਪਰਿਵਰਤਨ ਦਾ ਮਾਮਲਾ ਕੋਈ ਤੁਹਾਡੇ ਕੋਲ ਸਾਹਮਣੇ ਆਇਆ? ਨਹੀਂ, ਸਾਡੇ ਕੋਲ ਕੋਈ ਸਾਹਮਣੇ ਨਹੀਂ ਆਇਆ। ਜੀ ਠੀਕ ਹੈ ਸਰ, ਧੰਨਵਾਦ ਹੈ ਗੱਲਬਾਤ ਦੇ ਲਈ ਨਿਊਜ਼ 18 ਪੰਜਾਬ ਦੇ ਨਾਲ। ਤਾਂ ਕੈਥਲਿਕ ਚਰਚ ਦੇ ਵਿੱਚ ਭੰਨਤੋੜ ਹੋਈ ਹੈ ਔਰ ਮਨੀਸ਼ ਕੁਮਾਰ ਡੀਸੀ ਤਰਨਤਾਰਨ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਔਰ ਉਹਨਾਂ ਨੇ ਦੱਸਿਆ ਕਿ ਇਹ ਸ਼ੁਰੂਆਤੀ ਅਜੇ ਜਾਂਚ ਜਿਹੜੀ ਹੈ ਚੱਲ ਰਹੀ ਹੈ, ਤਾਂ ਫਿਲਹਾਲ ਤਾਂ ਕਿਸੇ ਦੀ ਪਛਾਣ ਨਹੀਂ ਹੋ ਸਕੀ ਹੈ, ਪਰ ਜਲਦੀ ਹੀ ਇਹਨਾਂ ਨੂੰ ਕਾਬੂ ਕਰ ਲਿਆ ਜਾਏਗਾ, ਇਹ ਦਾਅਵਾ ਪੁਲਿਸ ਦੇ ਵੱਲੋਂ ਕੀਤਾ ਜਾ ਰਿਹਾ ਹੈ। ਤਾਂ ਨਾਲ ਹੀ ਉਹਨਾਂ ਦਾ ਕਹਿਣਾ ਕਿ ਹਾਈਲੀ ਸੈਂਸਿਟਿਵ ਇਸ਼ੂ ਹੈ, ਤਾਂ ਇਸ ਨੂੰ ਲੈ ਕੇ ਅਸੀਂ ਫੌਰੀ ਤੌਰ ਤੇ ਜਿਹੜੀ ਜਾਂਚ ਹੈ ਉਹ ਕਰ ਰਹੇ ਹਾਂ, ਤਾਂ ਸਿੱਧੇ ਤੌਰ ਤੇ ਮਸਲਾ ਗੰਭੀਰ ਹੋਣ ਦੇ ਚੱਲਦੇ, ਸੰਵੇਦਨਸ਼ੀਲ ਹੋਣ ਦੇ ਚੱਲਦੇ ਕਾਰਵਾਈ ਜਿਹੜੀ ਹੈ ਫੌਰੀ ਤੌਰ ਤੇ ਕੀਤੀ ਜਾ ਰਹੀ ਹੈ, ਕਿਉਂਕਿ ਜਿਸ ਤਰ੍ਹਾਂ ਦੇ ਨਾਲ ਮਿੱਥ ਕੇ ਇਹ ਸਾਰਾ ਕੁਝ ਕੀਤਾ ਗਿਆ, ਚਰਚ ਦੇ ਵਿੱਚ ਭੰਨਤੋੜ ਕੀਤੀ ਗਈ, ਈਸਾਈ ਭਾਈਚਾਰੇ ਦੇ ਵਿੱਚ ਸੁਭਾਵਿਕ ਤੌਰ ਤੇ ਰੋਸ ਹੈ ਔਰ ਗੱਡੀ ਜਿਹੜੀ ਹੈ ਉਹ ਵੀ ਅੱਗ ਦੇ ਹਵਾਲੇ ਕਰ ਦਿੱਤੀ ਗਈ। ਤਸਵੀਰਾਂ ਤੁਹਾਨੂੰ ਦੋ ਲਗਾਤਾਰ ਦਿਖਾ ਰਹੇ ਹਾਂ ਔਰ ਇਹ ਮਸਲਾ ਜਿਹੜਾ ਤਰਨਤਾਰਨ ਤੋਂ ਸਾਹਮਣੇ ਆਇਆ। ਬੀਤੇ ਦਿਨ ਦਾ ਜ਼ਿਕਰ ਕੀਤਾ ਜਾਵੇ, ਉਸ ਤੋਂ ਪਹਿਲਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਇਹ ਮਾਮਲਾ ਜਿਹੜਾ ਜਿਸ ਤਰ੍ਹਾਂ ਦੇ ਨਾਲ ਨਿਹੰਗ ਸਿੰਘ ਔਰ ਈਸਾਈ ਭਾਈਚਾਰੇ ਦੇ ਵਿੱਚ ਕਹਿ ਸਕਦੇ ਆ ਕਿ ਟਕਰਾਅ ਹੋਇਆ, ਆਪਸ ਦੇ ਵਿੱਚ ਮਾਮੂਲੀ ਜਿਹੜੀ ਝੜਪ ਹੋਈ, ਉਸ ਤੋਂ ਬਾਅਦ ਇਹ ਮਸਲਾ ਜ਼ਿਆਦਾ ਭਖਦਾ ਹੋਇਆ ਨਜ਼ਰ ਆਇਆ। ਤਾਂ ਹੁਣ ਇਹ ਤਸਵੀਰਾਂ ਤਰਨਤਾਰਨ ਤੋਂ ਸਾਹਮਣੇ ਆਈਆਂ ਨੇ। ਤਾਂ ਇਸੇ ਵਿਚਕਾਰ ਸਿੱਧਾ ਚੱਲਦੇ ਹਾਂ ਸਿਧਾਰਥ ਅਰੋੜਾ ਨੇ ਸਾਡੇ ਨਾਲ ਜ਼ਿਆਦਾ ਜਾਣਕਾਰੀ ਦੇ ਲਈ। ਸਿਧਾਰਥ, ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਹੁਣ ਤੱਕ ਮਾਮਲੇ ਦੇ ਵਿੱਚ ਕੀ ਕੁਝ ਕਾਰਵਾਈ ਕੀਤੀ ਗਈ ਹੈ, ਕਿਸ ਤਰ੍ਹਾਂ ਦੇ ਨਾਲ ਕੀ ਕੁਝ ਹੋਰ ਜਾਣਕਾਰੀ ਤੁਹਾਡੇ ਕੋਲ ਸਾਹਮਣੇ ਆਈ ਹੈ? ਬਿਲਕੁਲ, ਜੇ ਗੱਲ ਕੀਤੀ ਜਾਵੇ ਤਾਂ ਪੁਲਿਸ ਵੱਲੋਂ ਜਿਹੜੀ ਹੈ ਫਿਲਹਾਲ ਇਸ ਮਾਮਲੇ ਵਿੱਚ ਚੁੱਪੀ ਸਾਂਦੀ ਗਈ ਹੈ, ਲੇਕਿਨ ਪੁਲਿਸ ਦੇ ਸੂਤਰ ਦੱਸਦੇ ਨੇ ਕਿ ਉਹਨਾਂ ਵੱਲੋਂ ਲਗਾਤਾਰ ਜਿਹੜੀਆਂ ਨੇ ਰੇਡਾਂ ਜਾਰੀ ਨੇ, ਇਸ ਕਰਕੇ ਉਹ ਮੀਡੀਆ ਦੇ ਸਾਹਮਣੇ ਹਾਲੇ ਪਹਿਲਾਂ ਵਰਜਨ ਜਿਹੜਾ ਨਹੀਂ ਦੇ ਸਕਦੇ। ਜੇ ਗੱਲ ਕੀਤੀ ਜਾਵੇ ਤਾਂ ਪੁਲਿਸ ਜਿਹੜੀ ਹੈ ਸਵੇਰ ਤੋਂ ਹੀ ਉੱਥੇ ਪਹੁੰਚੀ, ਹਾਲਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਜਿਹੜੇ ਨੇ ਸਵੇਰ ਤੋਂ ਹੀ ਉੱਥੇ ਪਹੁੰਚੇ ਤੇ ਜਿਹੜੇ ਉੱਥੇ ਚਰਚ ਦੇ ਜਿਹੜੇ ਇੰਚਾਰਜ ਨੇ ਉਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਤੇ ਮਾਮਲੇ ਨੂੰ ਸ਼ਾਂਤ ਰੱਖਣ ਦੀ ਅਪੀਲ ਵੀ ਉੱਥੇ ਕੀਤੀ ਗਈ ਹੈ। ਲੇਕਿਨ ਮੀਡੀਆ ਦੇ ਕੈਮਰੇ ਤੋਂ ਜਿਹੜਾ ਹੈ ਦੂਰੀ ਵਰਤੀ ਜਿਹੜੀ ਪੁਲਿਸ ਤਰਫ ਜਿਹੜੀ ਹੈ ਦੂਰੀ ਵੱਡੀ ਹੋਈ ਹੈ। ਹਾਲਾਂਕਿ ਮੀਡੀਆ ਦੇ ਸਾਹਮਣੇ ਕੋਈ ਵੀ ਗੱਲ ਇਹੋ ਜਿਹੀ ਨਹੀਂ ਕੀਤੀ, ਉਹਨਾਂ ਨੇ ਕਹਿਣਾ ਕਿ ਇਨਵੈਸਟੀਗੇਸ਼ਨ ਚੱਲਦੀ ਹੈ, ਲੇਕਿਨ ਉਸ ਤੋਂ ਬਾਅਦ ਹੀ ਗੱਲਬਾਤ ਕੀਤੀ ਜਾਵੇਗੀ। ਤਰਨਤਾਰਨ ਦੇ ਜਿਵੇਂ ਡੀਸੀ ਨੇ ਦੱਸਿਆ ਕਿ ਹਾਈ ਜਿਹੜਾ ਸੈਂਸਿਟਿਵ ਮਾਮਲਾ ਹੈ, ਹਾਲਾਂਕਿ ਹਰ ਇੱਕ ਨੂੰ ਅਪੀਲ ਜਿਹੜੀ ਹੈ ਉਹਨਾਂ ਕੀਤੀ ਜਾ ਰਹੀ ਹੈ ਕਿ ਜਿਹੜੀ ਸ਼ਾਂਤੀ ਜਿਹੜੀ ਹੈ ਬਣਾਏ ਰੱਖਣ। ਬਿਲਕੁਲ, ਪਹਿਲ ਦੇ ਆਧਾਰ ਤੇ ਜ਼ਰੂਰ ਅਪੀਲ ਹੋਏਗੀ, ਪਰ ਈਸਾਈ ਭਾਈਚਾਰੇ ਦਾ ਜ਼ਿਕਰ ਕੀਤਾ ਜਾਵੇ ਤਾਂ ਉਹਨਾਂ ਦੇ ਵਿੱਚ ਸੁਭਾਵਿਕ ਤੌਰ ਤੇ ਰੋਸ ਹੈ। ਹੋਰ ਕੀ ਕੁਝ ਕਿਹਾ ਜਾ ਰਿਹਾ ਇਲਾਕੇ ਦੇ ਵਿੱਚ? ਬਿਲਕੁਲ, ਜਿਹੜੇ ਸਾਈ ਭਾਈਚਾਰੇ ਨਾਲ ਸਾਡੀ ਗੱਲਬਾਤ ਹੋਈ ਹੈ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਲਦੀ ਜਿਹੜੀਆਂ ਇੱਥੇ ਸਾਈ ਭਾਈਚਾਰੇ ਕਮੇਟੀਆਂ ਜਿਹੜੀਆਂ ਉਹਨਾਂ ਦੇ ਪੰਜਾਬ ਪ੍ਰਧਾਨ ਵੀ ਜਿਹੜੇ ਨੇ ਇੱਥੇ ਪਹੁੰਚਣਗੇ, ਉਹੀ ਮੀਡੀਆ ਦੇ ਰੂਬਰੂ ਹੋਣਗੇ, ਉਹੀ ਮੀਡੀਆ ਦੇ ਨਾਲ ਗੱਲਬਾਤ ਕਰਨਗੇ। ਲੇਕਿਨ ਮਸਲਾ ਜਿਹੜਾ ਕਾਫੀ ਸੈਂਸਿਟਿਵ ਹੈ। ਜੇ ਗੱਲ ਕੀਤੀ ਜਾਵੇ ਤਾਂ ਮਾਮਲਾ ਜਿਹੜਾ ਕਾਫੀ ਨਜ਼ਰ ਆਉਂਦਾ ਦਿਖਾਈ ਦੇ ਰਿਹਾ, ਜਿਵੇਂ ਸੀਸੀਟੀਵੀ ਵਿੱਚ ਸ਼ਰੇਆਮ ਜਿਹੜੇ ਦੋ ਲੋਕ ਹਾਲਾਤ ਨਜ਼ਰ ਆ ਰਹੇ ਨੇ ਜਿਨ੍ਹਾਂ ਵੱਲੋਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਹੋ ਸਕਦਾ ਹੈ ਕਿ ਉੱਥੇ ਉਹਨਾਂ ਦੇ ਨਾਲ ਜਿਹੜੇ ਸ਼ਰਾਰਤੀ ਅੰਸਰ ਨੇ ਕੋਈ ਜ਼ਿਆਦਾ ਵੀ ਹੋਣ ਜਿਨ੍ਹਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ, ਕਿਉਂਕਿ ਇੱਕ ਪਾਸੇ ਜਿਹੜੀ ਹੈ ਗੱਡੀ ਨੂੰ ਸਾੜਦੇ ਤਸਵੀਰ ਸਾਹਮਣੇ ਨਿਕਲ ਕੇ ਆ ਰਹੀ ਹੈ, ਦੂਜੇ ਪਾਸੇ ਜਿਹੜਾ ਹੈ ਉਹਨਾਂ ਵੱਲੋਂ ਕੁਲਹਾੜੀ ਦੇ ਨਾਲ ਜਿਹੜਾ ਲੱਗੇ ਹੋਏ ਨੇ ਜਿਹੜੀਆਂ ਮੂਰਤੀਆਂ ਨੇ ਉਹਨਾਂ ਨੂੰ ਜਿਹੜੀ ਹੈ ਭੰਨਤੋੜ ਕੀਤੀ ਜਾ ਰਹੀ ਹੈ। ਹਾਲਾਂਕਿ ਪੁਲਿਸ ਦਾ ਦਾਅਵਾ ਹੈ ਕਿ ਜਲਦ ਜਿਹੜੇ ਸ਼ਰਾਰਤੀਆਂ ਦੇ ਜਿਨ੍ਹਾਂ ਨੂੰ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਜਾਵੇਗਾ। ਜੀ ਠੀਕ ਹੈ ਸਿਧਾਰਥ, ਧੰਨਵਾਦ ਹੈ तमाम ਜਾਣਕਾਰੀ ਦੇ ਲਈ ਔਰ ਅਪਡੇਟ ਜਿਹੜੀ ਹੈ ਲਗਾਤਾਰ ਸਾਹਮਣੇ ਆ ਰਹੀ ਹੈ। ਤਾਂ ਹਮੀਦ ਮਸੀਹ ਸਾਡੇ ਨਾਲ ਜੁੜੇ ਨੇ, ਪਾਦਰੀ ਨੇ ਫੋਨ ਲਾਈਨ ਤੇ। ਨਿਊਜ਼ 18 ਪੰਜਾਬ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਮੈਮ। जी सर, सब तो पहला की कुछ कहना चाहूंगे जो ये सारा मामला सामने आया? हालांकि लगातार ਅਸੀਂ ਗੱਲਬਾਤ ਵੀ ਕਰ ਰਹੇ ਹਾਂ ਤਾਂ ਈਸਾਈ ਭਾਈਚਾਰੇ ਦੇ ਵਿੱਚ ਰੋਸ ਵੀ ਹੈ। ਮੈਮ, ਇਹ ਜਿਹੜਾ ਕਾਂਡ ਹੋਇਆ ਹੈ ਇਹ ਬਹੁਤ ਬੜਾ ਦੁਖਦਾਈ ਆ
ਔਰ ਇਹਦੇ ਨਾਲ ਜਿਹੜਾ ਮਸੀਹ ਸਮਾਜ ਆ, ਜਿਹੜਾ ਕ੍ਰਿਸਚਨ ਕਮਿਊਨਿਟੀ, ਉਹਨਾਂ ਦੇ ਜਿਹੜੇ ਹਿਰਦੇ ਨੇ ਇਹਦੇ ਨਾਲ ਬਲੂੰਦਰੇ ਗਏ ਆ। ਔਰ ਇਹ ਜਿਹੜੀ ਘਟਨਾ ਕੀਤੀ ਗਈ ਆ, ਇਹਦੀ ਜਿੰਨੀ ਨਿੰਦਾ ਕੀਤੀ ਜਾਵੇ ਉਹ ਥੋੜੀ ਹੈਗੀ ਆ। ਔਰ ਇਹ ਜਿਹੜਾ ਪੰਜਾਬ 'ਚ ਜੇ ਕਾਰਾ ਹੋਇਆ, ਇਹ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਦੀ ਇਹ ਵੱਡੀ ਸਾਜ਼ਿਸ਼ ਹੈਗੀ ਆ। ਇਹਦੀ ਅਸੀਂ ਕੋਟ ਨਿੰਦਾ ਕਰਦੇ ਹਾਂ। ਔਰ ਮੈਂ ਦੂਜੀ ਗੱਲ ਇਹ ਕਹਿਣੀ ਚਾਹੂੰਗਾ ਕਿ ਪੰਜਾਬ ਦੇ ਵਿੱਚ ਇਹ ਜਿਹੜਾ ਕਾਂਡ ਹੋਇਆ ਜੀ, ਕਿ ਜਦੋਂ ਤੋਂ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਦੇ ਜਿਹੜੇ ਜਥੇਦਾਰ ਨੇ, ਉਹਨਾਂ ਨੇ ਕ੍ਰਿਸਚਨਾਂ ਦੇ ਪ੍ਰਤੀ ਜੋ ਗੱਲਬਾਤ ਕਰਨੀ ਸ਼ੁਰੂ ਕੀਤੀ ਆ, ਵੈਰ ਉਗਲਣਾ ਸ਼ੁਰੂ ਕੀਤਾ, ਉਸ ਤੋਂ ਬਾਅਦ ਹੀ ਇਹ ਸਾਰੀ ਘਟਨਾ ਜਿਹੜੀ ਆ ਸ਼ੁਰੂ ਹੋਈ ਆ। ਤੁਹਾਨੂੰ ਲੱਗਦਾ ਜੀ ਜੀ ਕਿਉਂਕਿ ਪੰਜਾਬ ਦੇ ਵਿੱਚ ਵੀ ਪੂਰਾ ਸਿੱਖ ਜਗਤ ਜਿਹੜਾ ਉਹ ਕਿਉਂਕਿ ਅਕਾਲ ਤਖਤ ਦੇ ਜਥੇਦਾਰ ਨੂੰ ਸੁਪਰੀਮ ਮੰਨਦਾ, ਔਰ ਸਾਰਾ ਸਿੱਖ ਜਿਹੜਾ ਉਹਦੀ ਗੱਲ ਸੁਣਦੇ ਆ ਔਰ ਉਹਦੀ ਗੱਲ ਨੂੰ ਫਾਲੋ ਕਰਦੇ ਆ। ਔਰ ਇਹ ਜਿਹੜੀਆਂ ਸਿੱਖ ਜਥੇਬੰਦੀ, ਦੂਸਰੀ ਗੱਲ ਮੈਂ ਤੁਹਾਡੇ ਧਿਆਨ 'ਚ ਇੱਕ ਗੱਲ ਲੈਣੀ ਚਾਹੂੰਗਾ, ਜਿਹੜਾ ਸਿੱਖ ਆ ਪੰਜਾਬ ਦਾ, ਇਹ ਬਹੁਤ ਚੰਗਾ ਹੈਗਾ। 99% ਸਿੱਖ ਜਿਹੜਾ ਉਹ ਬਹੁਤ ਅੱਛੇ ਲੋਕੀ ਨੇ। ਔਰ ਜਿਹੜਾ ਪੰਜਾਬ ਦਾ ਕ੍ਰਿਸਚਨ ਆ, ਉਹ ਸਿੱਖਾਂ ਨੂੰ ਆਪਣਾ ਵੱਡਾ ਭਰਾ ਮੰਨਦਾ। ਪਰ ਇਹ ਜਿਹੜਾ 1% ਜਿਹੜੇ ਕ੍ਰਿਸਚਨ ਨੇ, 1% ਉਹਨਾਂ ਦਾ ਇਹ ਕਾਰਗੁਜ਼ਾਰੀ ਹੈਗੀ ਆ। ਔਰ ਮੈਂ ਇਹ ਗੱਲ ਕਹਿਣੀ ਚਾਹੂੰਗਾ ਕਿ ਇਹ ਜਿਹੜੀ 1% ਜਿਹੜੇ ਸਿੱਖ ਨੇ, ਮੈਂ ਇਹਨਾਂ ਨੂੰ ਸਿੱਖ ਤੇ ਨਹੀਂ ਕਹਿੰਦਾ, ਮੈਂ ਤਾਂ ਇਹਨਾਂ ਫੰਡਾਮੈਂਟਲਿਸਟ ਕਹੂੰਗਾ। ਔਰ ਇਹਨਾਂ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਉਹ ਬੜੀ ਕਾਰਾਨਾ ਗਲਤੀ, ਮਤਲਬ ਇਹਨਾਂ ਨੇ ਬੁਜ਼ਦਿਲੀ ਵਾਲਾ ਕਾਂਡ ਕੀਤਾ ਕਿ ਰਾਤ ਨੂੰ ਜੋ ਜਾਗੇ ਨਾ ਕੱਢੇ, ਜੇ ਇਹਨਾਂ ਦੇ ਵਿੱਚ ਦਮ ਹੈਗਾ, ਜੇ ਦਿਲ ਹੈਗਾ ਸੀ ਇਹਨਾਂ ਦੇ ਵਿੱਚ, ਤੇ ਦਿਨੇ ਆਣ ਕੇ ਸਾਡੇ ਨਾਲ ਗੱਲ ਕਰਦੇ, ਸਾਡੇ ਸਾਹਮਣੇ ਆਉਂਦੇ, ਸਾਡੇ ਸਾਹਮਣੇ ਕੱਟਣ ਲਈ, ਤੇ ਦੇਖਦੇ ਨਾ ਕਿੱਦਾਂ ਕੱਟਦੇ ਆ। ਫਿਰ ਇੱਕ ਵਾਰ ਅਪੀਲ ਪ੍ਰਸ਼ਾਸਨ ਕਰਦਾ ਨਜ਼ਰ ਆ ਰਿਹਾ ਹਮੀਦ ਜੀ ਕਿ ਇੱਕ ਵਾਰ ਸ਼ਾਂਤੀ ਜਿਹੜੀ ਹੈ ਜ਼ਰੂਰ ਬਣਾ ਕੇ ਰੱਖੀ ਜਾਵੇ। ਅਸੀਂ ਕਾਰਵਾਈ ਕਰ ਰਹੇ ਹਾਂ ਤਾਂ ਇਸ ਵੇਲੇ ਈਸਾਈ ਭਾਈਚਾਰੇ ਦੇ ਵਿੱਚ ਰੋਸ ਤਾਂ ਹੋਏਗਾ ਸੁਭਾਵਿਕ ਤੌਰ ਤੇ, ਪਰ ਕੀ ਕੁਝ ਕਿਹਾ ਜਾ ਰਿਹਾ ਕਿ ਤੁਹਾਡੇ ਵੱਲੋਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਹਲੀਮੀ ਬਣਾ ਕੇ ਰੱਖੀ ਜਾਵੇ? ਦੇਖੋ, ਮੈਂ ਤੇ ਆਪਣੇ ਵੱਲੋਂ ਆਪਣੇ ਮਸੀਹ ਸਮਾਜ ਨੂੰ ਔਰ ਪੂਰੇ ਦੂਜੀਆਂ ਕਮੇਟੀਆਂ ਨੂੰ ਵੀ ਇਹ ਅਪੀਲ ਕਰਦਾ ਕਿ ਪਲੀਜ਼ ਆਪਸੀ ਭਾਈਚਾਰਾ ਆਪਸ ਵਿੱਚ ਬਣਾ ਕੇ ਰੱਖੋ। ਇਹ ਜਿਹੜਾ ਮਸਲਾ ਆ, ਇਹਨੂੰ ਸ਼ਾਂਤਮਈ ਤਰੀਕੇ ਨਾਲ ਸੁਲਝਾ ਲਿਆ ਜਾਵੇਗਾ। ਔਰ ਮੈਂ ਪੰਜਾਬ ਦੀ ਸਰਕਾਰ ਕੋਲੋਂ, ਪੰਜਾਬ ਦੇ ਪ੍ਰਸ਼ਾਸਨ ਕੋਲੋਂ ਇਹ ਉਮੀਦ ਕਰਦਾ ਔਰ ਉਹਨਾਂ ਨੂੰ ਬੇਨਤੀ ਵੀ ਕਰਦਾ ਕਿ ਇਹ ਜਿਨ੍ਹਾਂ ਨੇ ਘਟਨਾ ਇਹ ਕੰਮ ਕੀਤਾ, ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਫੜਿਆ ਜਾਵੇ, ਉਹਨਾਂ ਨੂੰ ਕਾਨੂੰਨ ਦੇ ਕਟਾਰੇ ਵਿੱਚ ਖੜਿਆ ਕੀਤਾ ਜਾਵੇ। ਉਹਨਾਂ ਨੂੰ ਮਿਸਾਲੀ ਤੌਰ ਦੇ ਉੱਤੇ ਇਸ ਤਰੀਕੇ ਦਾ ਜਿਹੜਾ ਐਗਜ਼ਾਮਪਲਰੀ ਉਹਨਾਂ ਨੂੰ ਉੱਤੇ ਐਕਸ਼ਨ ਲਿਆ ਜਾਵੇ, ਤਾਂ ਕਿ ਆਉਣ ਵਾਲੇ ਜਿਹੜੇ ਦੂਸਰੇ ਲੋਕੀ ਨੇ ਜਿਹੜੇ ਬੁਰਾ ਸੋਚਦੇ ਨੇ, ਉਹਨਾਂ ਨੂੰ ਨੱਥ ਪਾਈ ਜਾ ਸਕੇ। ਇੱਕ ਮਸਲਾ ਹੈ, ਕਿਉਂਕਿ ਇਹ ਅਸੀਂ ਲਗਾਤਾਰ ਚਰਚਾ ਕਰ ਰਹੇ ਹਾਂ, ਅੱਜ ਚਲੋ ਇਹ ਘਟਨਾ ਸਾਹਮਣੇ ਆਈ ਹੈ ਹਮੀਦ ਜੀ, ਕਿਉਂਕਿ ਜਬਰਨ ਧਰਮ ਪਰਿਵਰਤਨ ਦੇ ਇਲਜ਼ਾਮ ਲੱਗ ਰਹੇ ਸਨ। ਉਸ ਤੋਂ ਬਾਅਦ ਜਥੇਦਾਰ ਉਹਨਾਂ ਦਾ ਉਹ ਬਿਆਨ ਆਇਆ ਜਿਸ ਦਾ ਜ਼ਿਕਰ ਤੁਸੀਂ ਵੀ ਕਰ ਰਹੇ ਹੋ, ਜਿਸ ਤੋਂ ਬਾਅਦ ਤੁਹਾਨੂੰ ਲੱਗਦਾ ਹੈ ਕਿ ਸਾਰਾ ਕੁਝ ਹੋਇਆ। ਕੀ ਅਜਿਹਾ ਕੁਝ ਹੋ ਰਿਹਾ ਹੈ ਸਰਹੱਦੀ ਇਲਾਕਿਆਂ ਦੇ ਵਿੱਚ? ਕਿਉਂਕਿ ਜ਼ਿਆਦਾਤਰ ਜ਼ਿਕਰ ਹੈ ਕਿ ਉੱਥੇ ਹੀ ਹੋ ਰਿਹਾ ਹੈ, ਜਬਰੀ ਤੌਰ ਤੇ ਧਰਮ ਪਰਿਵਰਤਨ ਕਰਾਇਆ ਜਾ ਰਿਹਾ ਹੈ। ਮੈਮ ਆਪ ਨੂੰ ਇਹ ਦੱਸਣਾ ਚਾਹੂੰਗਾ ਕਿ ਜਿਹੜਾ ਧਰਮ ਪਰਿਵਰਤਨ ਦਾ ਇਸ਼ੂ ਆ, ਇਹ ਔਨ ਗਰਾਊਂਡ ਕੁਛ ਨਹੀਂ ਹੈਗਾ, ਮੈਨੇਜ ਕੀਤਾ ਹੋਇਆ। ਇਹਨਾਂ ਨੇ ਇੱਕ ਮੈਨੂਪੂਲੇਟ ਕਰਕੇ ਇੱਕ ਇਸ਼ੂ ਜਿਹੜਾ ਕ੍ਰੀਏਟ ਕੀਤਾ, ਤਾਂ ਕਿ ਜਿਹੜਾ ਕ੍ਰਿਸਚਨ ਸਮਾਜ ਆ ਜਾਂ ਕ੍ਰਿਸਚਨ ਕਮਿਊਨਿਟੀ ਆ ਜਾਂ ਕ੍ਰਿਸਚਨ ਨੇਸ਼ਨ ਜਿਹੜੀ ਆ, ਇਹਨਾਂ ਨੂੰ ਬਦਨਾਮ ਕੀਤਾ ਜਾ ਸਕੇ। ਔਰ ਪੰਜਾਬ ਦੇ ਵਿੱਚ ਇਹਨਾਂ ਨੂੰ ਆਰਥਿਕ ਤੌਰ ਤੇ, ਸਮਾਜਿਕ ਤੌਰ ਤੇ, ਰਾਜਨੀਤਿਕ ਤੌਰ ਤੇ ਪਿੱਛੇ ਧੱਕਣ ਦੀ ਖਾਤਰ ਇਹ ਸਾਰਾ ਕੁਝ ਕੀਤਾ ਜਾ ਰਿਹਾ ਜੀ। ਇੱਕ ਚੀਜ਼ ਹੋਰ ਜਾਨਣਾ ਚਾਹਾਂਗੇ, ਤੁਸੀਂ ਪਾਦਰੀ ਹੋ, ਚਰਚ ਦੇ ਵਿੱਚ ਰਹਿੰਦੇ ਹੋ, ਸੇਵਾਵਾਂ ਨਿਭਾਉਂਦੇ ਹੋ, ਕਿ ਤੁਹਾਡੇ ਸਾਹਮਣੇ ਅਜਿਹੇ ਕੁਝ ਲੋਕ ਆਉਂਦੇ ਨੇ, ਮਾਮਲੇ ਆਉਂਦੇ ਨੇ ਜਿਹੜੇ ਖੁਦ ਆਪਣੀ ਇੱਛਾ ਦੇ ਨਾਲ, ਸਵੈ ਇੱਛਾ ਦੇ ਨਾਲ ਧਰਮ ਪਰਿਵਰਤਨ ਆਪਣਾ ਕਰਨਾ ਚਾਹੁੰਦੇ ਨੇ ਜਾਂ ਕੀਤਾ ਹੋਏਗਾ ਪਿਛਲੇ ਦਿਨਾਂ ਦੇ ਵਿੱਚ? ਮੈਂ ਇਹ ਗੱਲ ਕਹਿਣਾ ਚਾਹੂੰਗਾ, ਜਿਹੜਾ ਸਿੱਖ ਸਮਾਜ ਆ, ਇਹਨਾਂ ਦਾ ਜਿਹੜਾ ਰੀਜ਼ਨ ਆ ਹਾਰਡਲੀ 400 years ਬਿਫੋਰ ਹੈਗਾ। 400 ਸਾਲ ਪਹਿਲਾਂ ਜਦ ਸਿੱਖ ਬਣਿਆ ਤੇ ਸਾਰਾ ਕਨਵਰਟ ਹੋ ਕੇ ਹੀ ਬਣਿਆ। ਜਿਹੜਾ ਕਨਵਰਸ਼ਨ ਆ, ਇਹ ਕੁਦਰਤ ਦਾ, ਨੇਚਰ ਦਾ ਇੱਕ ਕਾਨੂੰਨ ਆ ਜੀ। ਇਸੇ ਕਰਕੇ ਦਿਨ ਪਾਉਂਦਾ, ਰਾਤ ਆਉਂਦੀ ਆ, ਸਵੇਰ ਆਉਂਦੀ ਆ, ਦੁਪਹਿਰ ਆਉਂਦੀ ਆ, ਸ਼ਾਮ ਆਉਂਦੀ ਆ। ਸਾਰਾ ਪਰਿਵਰਤਨ ਜਿਹੜਾ ਇਟ ਇਜ਼ ਅ ਲਾਅ ਆਫ ਨੇਚਰ। ਔਰ ਦੂਸਰੀ ਗੱਲ ਮੈਂ ਤੁਹਾਡੇ ਧਿਆਨ 'ਚ ਇੱਕ ਗੱਲ ਮੈਡਮ ਜੀ ਲਿਆਉਣਾ ਚਾਹੂੰਗਾ ਬੜੇ ਜ਼ੋਰ ਸ਼ੋਰ ਦੇ ਨਾਲ ਕਿ ਪੰਜਾਬ ਦੇ ਵਿੱਚ ਜਿਹੜਾ ਧਰਮ ਪਰਿਵਰਤਨ ਆ, ਫਿਰ ਤੇ ਸਾਡੀ ਜੇ ਧਰਮ ਪਰਿਵਰਤਨ ਹੁੰਦਾ ਹੋਵੇ ਤੇ ਫਿਰ ਤੇ ਸਾਡੀ ਜਿਹੜੀ ਪਾਪੂਲੇਸ਼ਨ ਆ ਬਹੁਤ ਵਧਣੀ ਚਾਹੀਦੀ ਸੀ। ਐਟ ਪ੍ਰੈਜ਼ੈਂਟਲੀ ਤੁਹਾਡੇ ਧਿਆਨ 'ਚ ਲਿਆਵਾਂਗਾ ਕਿ ਤੁਸੀਂ ਤਾਂ ਸਾਰਾ ਕੁਝ ਡਾਟਾ ਵੀ ਕੱਢ ਸਕਦੇ, ਤੁਹਾਡੇ ਕੋਲ ਐਡਵਾਂਸ ਤਕਨੀਕ ਹੈਗੀ ਆ। 1990 ਦੇ ਵਿੱਚ ਦੀ ਜਿਹੜੀ ਸੈਂਸਸ ਹੋਈ, ਉਹਦੇ ਵਿੱਚ ਕ੍ਰਿਸਚੀਅਨ ਕਮਿਊਨਿਟੀ ਦੀ ਪਾਪੂਲੇਸ਼ਨ ਜਿਹੜੀ ਪਰਸੈਂਟੇਜ ਆ 2.5 ਆ ਜੀ। ਜਦ ਇਹੋ ਹੀ ਸੈਂਸਸ 2000 ਚ ਹੋਈ ਤੇ ਸਾਡਾ ਜਿਹੜਾ ਪਰਸੈਂਟੇਜ ਸੀ 1.95। ਜਦ ਇਹੋ ਹੀ ਜਿਹੜੀ ਸੈਂਸਸ 2010 ਵਿੱਚ ਹੋਈ
ਤੇ ਸਾਡੀ ਪਰਸੈਂਟੇਜ ਹੈਗੀ ਆ 1.25। ਜੀ ਜੇਕਰ ਧਰਮ ਤਬਦੀਲੀ ਲਾਰਜ ਸਕੇਲ ਤੇ ਹੁੰਦੀ ਹੋਵੇ ਜਾਂ ਧਰਮ ਤਬਦੀਲੀ ਕ੍ਰਿਸਚਨ ਕਰਦਾ ਹੋਵੇ ਤੇ ਸਾਡੀ ਪਰਸੈਂਟੇਜ ਵੀ ਵਧਣੀ ਚਾਹੀਦੀ। ਮਤਲਬ ਇੰਨੇ ਤਰੀਕੇ ਦੇ ਨਾਲ ਤੇਜ਼ੀ ਦੇ ਨਾਲ ਘਟਦੀ ਹੋਈ ਨਜ਼ਰ ਆਈ ਹੈ। ਤੁਸੀਂ ਇਹ ਅੰਕੜੇ ਜਿਹੜੇ ਮਤਲਬ ਕਹਿ ਸਕਦੇ ਆ ਕਿ ਉਸ ਦਾ ਤਰਕ ਦਿੰਦੇ ਹੋਏ ਨਜ਼ਰ ਆ ਰਹੇ ਹੋ। ਬਿਲਕੁਲ ਕਰਦੇ। ਦੂਜੀ ਗੱਲ ਮੈਂ ਤੁਹਾਡੇ ਧਿਆਨ 'ਚ ਇੱਕ ਗੱਲ ਮੈਂ ਮਿਲਾਉਣੀ ਚਾਹੁੰਦਾ, ਜਿਹੜਾ ਇਹ ਸਾਡੇ ਉੱਤੇ ਕਹਿੰਦੇ ਜੀ ਜ਼ਬਰਦਸਤੀ ਜਾਂ ਲਾਲਚ ਦਿੰਦੇ ਜਾਂ ਲਿਊਰਮੈਂਟ ਦੀ ਗੱਲ ਕਰਦੇ ਆ, ਜੀ ਕ੍ਰਿਸਚਨ ਕਮਿਊਨਿਟੀ ਕੋਲ ਤਾਂ ਪੈਸਾ ਹੀ ਹੈ ਨਹੀਂ, ਕਿਉਂਕਿ ਜ਼ਮੀਨ ਜਾਇਦਾਦ ਦੂਸਰੀ ਕੌਮਾਂ ਦੇ ਕੋਲ, ਕਾਰਖਾਨੇ ਦੂਸਰੀਆਂ ਕੌਮਾਂ ਕੋਲ, ਗਵਰਨਮੈਂਟ ਇੰਪਲੋਇਮੈਂਟ ਦੂਸਰੀਆਂ ਕੌਮਾਂ ਕੋਲ, ਰਾਜਨੀਤਿਕ ਤੌਰ ਤੇ ਸਾਰੇ ਐਮਐਲਏ ਸਿੱਖਾਂ ਦੇ ਜਾਂ ਹਿੰਦੂਆਂ ਦੇ, ਸਾਰੇ ਪ੍ਰਸ਼ਾਸਨਿਕ ਅਧਿਕਾਰੀ, ਐਡਮਿਨਿਸਟ੍ਰੇਸ਼ਨ ਜਿੰਨੀ ਵੀ ਮੈਨੇਜਮੈਂਟ ਹੈਗੀ ਪੰਜਾਬ ਦੇ ਵਿੱਚ, ਕਲਰਕ ਤੋਂ ਲੈ ਕੇ ਪੀਐਮ ਤੋਂ ਲੈ ਕੇ ਤੇ ਅਪ ਟੂ ਡੀਸੀਪੀ ਜਾਂ ਅਪ ਟੂ ਚੀਫ ਸੈਕਟਰੀ ਤੱਕ 99.9% ਜਿਹੜਾ ਆ ਉਹ ਸਿੱਖ ਤੇ ਹਿੰਦੂ ਬੈਠਾ ਉਹਦੇ ਤੇ, ਕ੍ਰਿਸਚਨ ਤੇ ਉਹਦੇ 'ਚ ਬੈਠਾ ਹੀ ਕੋਈ ਨਹੀਂ ਹੈਗਾ ਜੀ। ਠੀਕ ਤੇ ਹੈ। ਫਿਰ ਅਸੀਂ ਜ਼ਬਰਦਸਤੀ ਕਿਵੇਂ ਕਰ ਸਕਦੇ ਹਾਂ? ਠੀਕ ਹੈ। ਦੂਸਰੀ ਗੱਲ ਮੈਮ ਇਹ ਹੈਗੀ ਆ, ਜਿੱਥੋਂ ਤੱਕ ਫੰਡਿੰਗ ਦੀ ਗੱਲ ਹੈਗੀ ਆ, ਪੰਜਾਬ ਦੇ ਵਿੱਚ ਕਿਸੇ ਵੀ ਕ੍ਰਿਸਚਨ ਆਰਗੇਨਾਈਜੇਸ਼ਨ ਨੂੰ ਫੰਡਿੰਗ ਨਹੀਂ ਹੁੰਦੀ। ਪੰਜਾਬ ਦੇ ਵਿੱਚ ਜਿੰਨੀ ਵੀ ਫੰਡਿੰਗ ਹੈਗੀ ਆ ਜਾਂ ਤੇ ਸਿੱਖ ਆਰਗੇਨਾਈਜੇਸ਼ਨਾਂ ਨੂੰ ਨੇ ਜਾਂ ਹਿੰਦੂ ਆਰਗੇਨਾਈਜੇਸ਼ਨਾਂ ਨੂੰ ਨੇ। ਜਦੋਂ ਦਾ ਮੋਦੀ ਦੀ ਗਵਰਨਮੈਂਟ ਪੰਜਾਬ ਇੰਡੀਆ ਦੇ ਵਿੱਚ ਆਈ ਆ, ਉਦੋਂ ਦੀ ਤੇ ਕ੍ਰਿਸਚਨਾਂ ਦੀ ਕਿਸੇ ਵੀ ਜਗ੍ਹਾ ਦੇ ਉੱਤੇ ਫੰਡਿੰਗ ਹੀ ਬੰਦ ਕਰ ਦਿੱਤੀ ਇਹਨਾਂ ਨੇ, ਜੇ ਬਾਈ ਦਾ ਵੇ ਕਿਸੇ ਕਦੇ ਨੂੰ ਆਉਂਦੀ ਹੋਊਗੀ ਤੇ। ਦੂਸਰੀ ਗੱਲ ਇਹ ਆ ਵੀ ਜਿਹੜਾ ਧਰਮ ਪਰਿਵਰਤਨ ਆ, ਇਹ ਸਾਡਾ ਕਨਸਟੀਟਿਊਸ਼ਨਲ ਰਾਈਟ ਆ। ਜੇ ਕੋਈ ਬੰਦਾ ਸਾਡੇ ਕੋਲ ਆਊਗਾ ਕਿ ਮੈਂ ਧਰਮ ਪਰਿਵਰਤਨ ਕਰਨਾ ਆ, ਮੇਰੀ ਪ੍ਰਭੂ ਯਿਸੂ ਮਸੀਹ ਵਿੱਚ ਆਸਥਾ ਹੈਗੀ ਆ, ਤੇ ਫਿਰ ਹੀ ਕੈਨ ਡੂ ਇਟ। ਔਰ ਸਾਡੀ ਵੀ ਲਾਇਬਿਲਿਟੀ ਬਣ ਜਾਂਦੀ ਆ ਕਿ ਉਹਨੂੰ ਉਹਦੇ 'ਚ ਪਰਿਵਰਤ ਕਰੀਏ, ਪਰ ਅਸੀਂ ਨਾ ਤੇ ਕਿਸੇ ਨੂੰ ਲਾਲਚ ਦਿੰਦੇ ਨਾ ਕਿਸੇ ਨੂੰ ਲੈ ਕੇ ਆਉਂਦੇ। ਠੀਕ। ਦੂਸਰੀ ਗੱਲ ਮੈਂ ਤੁਹਾਡੇ ਧਿਆਨ 'ਚ ਇੱਕ ਗੱਲ ਹੋਰ ਲਿਆਉਣੀ ਚਾਹੂੰਗਾ ਜੀ। ਜਿਹੜਾ ਕ੍ਰਿਸਚਨ ਆ ਇਹ ਜਨਰਲ ਕੈਟੇਗਰੀ 'ਚ ਆਉਂਦਾ। ਜਨਰਲ ਕੈਟੇਗਰੀ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਰਿਜ਼ਰਵੇਸ਼ਨ ਨਹੀਂ ਹੈਗੀ। ਜੇ ਰਿਜ਼ਰਵੇਸ਼ਨ ਹੈਗੀ ਤਾਂ ਦੂਸਰੀਆਂ ਕੌਮਾਂ 'ਚੋਂ ਸਾਡੇ ਵਿੱਚ ਆਪਣੀ ਰਿਜ਼ਰਵੇਸ਼ਨ ਛੱਡ ਕੇ ਕਿਉਂ ਆਊਗਾ? ਨਾਲੇ ਦੂਸਰੀ ਗੱਲ, ਜਿਹੜਾ ਕੋਈ ਸਾਡੇ ਕੋਲ ਆਉਂਦਾ ਅਸੀਂ ਉਹਨੂੰ ਇਕੁਅਲ ਦਰਜਾ ਦਿੰਦੇ ਹਾਂ। ਅਸੀਂ ਉਹਨੂੰ ਜਨਰਲ ਕੈਟੇਗਰੀ 'ਚ ਆਊਗਾ ਤਾਂ ਉਹਨੂੰ ਬਰਾਬਰ ਦਾ ਕ੍ਰਿਸਚਨ ਦਿੰਦੇ ਹਾਂ। ਜੇ ਸਿੱਖਾਂ ਦੇ ਵਿੱਚ ਕੋਈ ਜਾਂਦਾ ਉਹਨੂੰ ਇਹ ਐਸੀ ਨੂੰ ਐਸੀ ਰੱਖਦੇ, ਉਹਨੂੰ ਤੇ ਲਬਾਣਾ ਸਿੱਖ ਬਣਾਉਂਦੇ, ਮਜ਼੍ਹਬੀ ਸਿੱਖ ਬਣਾਉਂਦੇ, ਆਧਰਮੀ ਸਿੱਖ ਬਣਾਉਂਦੇ। ਉਹਨਾਂ ਨੂੰ ਕਦੀ ਵੀ ਇਹ ਆਪਣੇ ਬਰਾਬਰ ਦਾ ਜਿਹੜਾ ਜਨਰਲ ਕੈਟੇਗਰੀ ਦਾ ਉਹਨੂੰ ਦਰਜਾ ਨਹੀਂ ਦਿੰਦੇ। ਜੇ ਹਿੰਦੂ ਆ ਤੇ ਹਿੰਦੂ ਵੀ ਕਿਸੇ ਨੂੰ ਵੀ ਆਪਣੇ ਬਰਾਬਰ ਦਾ ਬਾਹਮਣ ਜਾਂ ਖੱਤਰੀ ਦਾ ਦਰਜਾ ਥੋੜਾ ਦਿੰਦੇ। ਐਕਚੁਅਲੀ ਜਿਹੜੀ ਡਿਸੇਬਿਲਿਟੀ ਜਿਹੜੀ ਜਿੰਨੀ ਵੀ ਮਤਲਬ ਕਿ ਲੋਕਾਂ ਨਾਲ ਬੇਨਿਆਈ ਆ, ਉਹ ਸਾਰੀ ਇਹ ਕਰਦੇ, ਅਸੀਂ ਤਾਂ ਕਰਦੇ ਹੀ ਨਹੀਂ ਹੈਗੇ। ਠੀਕ ਹੈ। ਠੀਕ ਹੈ ਹਮੀਦ ਜੀ, ਠੀਕ ਹੈ। ਤੁਸੀਂ ਤਰਕ ਰੱਖੇ ਨੇ ਔਰ ਬਹੁਤ ਹੀ ਬੇਬਾਕੀ ਦੇ ਨਾਲ ਤਰਕ ਰੱਖਦੇ ਹੋਏ ਜਿਹੜੇ ਅਸੀਂ ਵੇਖਿਆ ਉਹ ਸੁਣਿਆ, ਤਾਂ ਗੱਲਬਾਤ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ ਹੈ। ਤਾਂ ਪਿੰਡ ਥਰਕਪੁਰਾ ਤਰਨਤਾਰਨ ਦੇ ਵਿੱਚ ਜਿਸ ਤਰ੍ਹਾਂ ਦੀ ਇਹ ਘਟਨਾ ਵਾਪਰੀ ਹੈ ਔਰ ਦੇਰ ਰਾਤ ਜਿਹੜੀ ਇਹ ਘਟਨਾ ਵਾਪਰੀ ਹੈ ਔਰ ਤਸਵੀਰਾਂ ਵੀ ਉਸ ਦੀਆਂ ਕੈਦ ਹੋ ਗਈਆਂ ਨੇ। ਦੱਸ ਦਈਏ ਕਿ ਮੂਰਤੀ ਨੂੰ ਜਿਹੜਾ ਨੁਕਸਾਨ ਪਹੁੰਚਾਇਆ ਗਿਆ। ਚਰਚ ਦੇ ਬਾਹਰਲੇ ਪਾਸੇ ਜਿਹੜੀ ਮਰੀਅਮ ਦੀ ਮੂਰਤੀ ਸੀ ਤਾਂ ਉਸ ਨੂੰ ਉਸਦਾ ਜਿਹੜਾ ਧੜ ਤੋਂ ਸਿਰ ਵੱਖਰਾ ਕਰ ਦਿੱਤਾ ਗਿਆ ਔਰ ਉਹ ਜਿਹੜਾ ਸਿਰ ਹੈ ਉਹ ਨਾਲ ਵੀ ਲੈ ਕੇ ਜਾਂਦੇ ਹੋਏ ਉਹ ਸ਼ਖਸ ਨਜ਼ਰ ਆ ਰਹੇ ਨੇ। ਇਸ ਤੋਂ ਇਲਾਵਾ ਇੱਕ ਗੱਡੀ ਖੜੀ ਸੀ ਉੱਥੇ ਜਿਸ ਨੂੰ ਅੱਗ ਲਗਾ ਦਿੱਤੀ ਗਈ, ਅੱਗ ਦੇ ਹਵਾਲੇ ਕਰ ਦਿੱਤਾ ਗਿਆ, ਜਿਸ ਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਹਾਂ। ਅੱਗ ਦੇ ਭਾਂਬੜ ਮਚਦੇ ਹੋਏ ਨਜ਼ਰ ਆਏ ਨੇ। ਪੂਰੀ ਤਰ੍ਹਾਂ ਦੇ ਨਾਲ ਜਿਹੜੀ ਗੱਡੀ ਹੈ ਉਹ ਸੜ ਕੇ ਸੁਆਹ ਹੋ ਚੁੱਕੀ ਹੈ। ਤਾਂ ਇਹ ਸਾਰਾ ਮਸਲਾ ਸਾਹਮਣੇ ਆਉਣ ਤੋਂ ਬਾਅਦ ਈਸਾਈ ਭਾਈਚਾਰੇ ਦੇ ਵਿੱਚ ਰੋਸ ਹੈ। ਉਹਨਾਂ ਦਾ ਕਹਿਣਾ ਹੈ ਕਿ ਕਿਸੇ ਤਰ੍ਹਾਂ ਦੇ ਨਾਲ ਕੋਈ ਜਬਰੀ ਧਰਮ ਪਰਿਵਰਤਨ ਨਹੀਂ ਹੁੰਦਾ, ਪਰ ਜਿਸ ਵੇਲੇ ਤੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਬਿਆਨ ਦਿੱਤਾ ਗਿਆ ਉਸ ਵੇਲੇ ਤੋਂ ਲੋਕਾਂ ਦੇ ਵਿੱਚ ਸਿੱਖਾਂ 'ਚ ਭੜਕਾਹਟ ਹੋਈ ਹੈ। ਸੋ ਜਿਸ ਤੋਂ ਬਾਅਦ ਇਹ ਸਾਰੀ ਘਟਨਾ ਵੇਖਣ ਨੂੰ ਮਿਲਿਆ। ਇਸ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ ਨੇ। ਸਾਡੇ ਨਾਲ ਫੋਨ ਲਾਈਨ ਤੇ ਪਾਦਰੀ ਜੁੜੇ ਸਨ ਜਿਨ੍ਹਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ, ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹ ਬਿਆਨ ਗਲਤ ਦਿੱਤਾ ਗਿਆ। ਸੋ ਜਿਸ ਤੋਂ ਬਾਅਦ ਅਜਿਹੀ ਤਸਵੀਰ ਸਾਨੂੰ ਵੇਖਣ ਨੂੰ ਮਿਲ ਰਹੀ ਹੈ, ਮੰਦਭਾਗੀ ਹੈ। ਹਾਲਾਂਕਿ ਇੱਕ ਅਪੀਲ ਉਹਨਾਂ ਨੇ ਈਸਾਈ ਭਾਈਚਾਰੇ ਨੂੰ ਵੀ ਕੀਤੀ ਹੈ ਕਿ ਸ਼ਾਂਤੀ ਬਣਾਏ ਰੱਖੀ ਜਾਵੇ ਤਾਂ ਕਿ ਸੰਵੇਦਨਸ਼ੀਲ ਮੁੱਦਾ ਹੈਗਾ ਇਸ ਨੂੰ ਬਹੁਤ ਹੀ ਸੁਲਝਾ ਲਿਆ ਜਾਵੇਗਾ, ਫੌਰੀ ਤੌਰ ਤੇ ਸੁਲਝਾ ਲਿਆ ਜਾਏਗਾ, ਪਰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਤਾਂ ਕੈਥੋਲਿਕ ਚਰਚ ਦੇ ਵਿੱਚ ਦੱਸਦੇ ਕਿ ਭੰਨਤੋੜ ਹੋਈ ਹੈ। ਦੇਰ ਰਾਤ ਇਹ ਭੰਨਤੋੜ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਔਰ ਚਰਚ ਦਾ ਮਾਮਲਾ
ਜਿਹੜਾ ਕਾਫੀ ਗੰਭੀਰ ਹੈ। ਉਸ ਨੂੰ ਲੈ ਕੇ ਡੀਸੀ ਦਾ ਬਿਆਨ ਵੀ ਆਇਆ। ਸਾਡੇ ਨਾਲ ਫੋਨ ਲਾਈਨ ਤੇ ਜੁੜੇ ਸੀ ਤਾਂ ਉਹਨਾਂ ਨੇ ਕਿਹਾ ਕਿ ਸੂਚਨਾ ਮਿਲਦੀ ਅਸੀਂ ਮੌਕੇ ਤੇ ਪਹੁੰਚੇ ਹਾਂ, ਬਹੁਤ ਹੀ ਸੰਵੇਦਨਸ਼ੀਲ ਮਸਲਾ ਹੈ ਤਾਂ ਇਸ ਨੂੰ ਅਸੀਂ ਪ੍ਰਾਇੋਰਟੀ ਤੇ ਟੌਪ ਪ੍ਰਾਇੋਰਟੀ ਤੇ ਰੱਖਿਆ ਹੋਇਆ ਤਾਂ ਉਸ ਨੂੰ ਪਹਿਲ ਦੇ ਆਧਾਰ ਤੇ ਅਸੀਂ ਹੱਲ ਕਰ ਰਹੇ ਹਾਂ। ਤਾਂ ਇਹ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਇਹ ਸ਼ੁਰੂਆਤੀ ਜਾਂਚ ਦੇ ਵਿੱਚ ਲੋਕ ਅਜੇ ਪਛਾਣੇ ਨਹੀਂ ਗਏ ਹਨ, ਪਰ ਹਾਂ ਜਲਦੀ ਹੀ ਇਹਨਾਂ ਨੂੰ ਪਛਾਣ ਲਿਆ ਜਾਵੇਗਾ ਔਰ ਨਾਲ ਹੀ ਜਿਹੜੀ ਕਾਰਵਾਈ ਵੀ ਇਹਨਾਂ ਤੇ ਹੋਏਗੀ, ਗ੍ਰਿਫਤਾਰੀ ਅਸੀਂ ਜਲਦੀ ਕਰ ਲਵਾਂਗੇ, ਇਹ ਵੀ ਦਾਅਵਾ ਕਰਦੇ ਹੋਏ ਡੀਸੀ ਨਜ਼ਰ ਆਏ ਨੇ। ਤਾਂ ਇਸ ਤੋਂ ਇਲਾਵਾ ਉਹਨਾਂ ਨੇ ਬਾਕੀ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਬਹੁਤ ਹੀ ਸ਼ਾਂਤੀ ਜਿਹੜੀ ਹੈ ਉਹ ਬਣਾਈ ਰੱਖੀ ਜਾਵੇ ਤਾਂ ਕਿ ਇਹ ਮਸਲਾ ਅਸੀਂ ਸੁਲਝਾ ਲਈਏ। ਪਰ ਇਹ ਤਸਵੀਰਾਂ ਬਿਲਕੁਲ ਹੈਰਾਨ ਕਰਨ ਵਾਲੀਆਂ, ਕਿਉਂਕਿ ਜਿਸ ਤਰ੍ਹਾਂ ਦੇ ਨਾਲ ਇਹ ਭੰਨਤੋੜ ਕੀਤੀ ਗਈ, ਮੂਰਤੀ ਦੀ ਭੰਨਤੋੜ ਕੀਤੀ ਗਈ ਔਰ ਗੱਡੀ ਨੂੰ ਅੱਗ ਲਗਾ ਦਿੱਤੀ ਗਈ ਔਰ ਇਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਜਿਹੜੀਆਂ ਨੇ ਸਾਹਮਣੇ ਆ ਗਈਆਂ ਨੇ, ਕਿਉਂਕਿ ਚਰਚ ਦੇ ਵਿੱਚ ਸੀਸੀਟੀਵੀ ਕੈਮਰਾ ਲੱਗਿਆ ਹੋਇਆ ਸੀ, ਜਿਸ ਤੋਂ ਬਾਅਦ ਇਹ ਸਾਰੀਆਂ ਤਸਵੀਰਾਂ 'ਚ ਕੈਦ ਹੋ ਗਈਆਂ ਕਿ ਕਿਸ ਤਰ੍ਹਾਂ ਦੇ ਨਾਲ ਇਹ ਭੰਨਤੋੜ ਕੀਤੀ ਗਈ ਹੈ। ਦੋ ਸ਼ਖਸ ਆਉਂਦੇ ਨੇ, ਉਹਨਾਂ ਦੇ ਵੱਲੋਂ ਆ ਕੇ ਇੱਥੇ ਮੂਰਤੀ ਤੇ ਹਮਲਾ ਕਰਕੇ ਮੂਰਤੀ ਤੋੜ ਦਿੱਤੀ ਜਾਂਦੀ ਹੈ ਔਰ ਉਸ ਤੋਂ ਬਾਅਦ ਉਹ ਚਲੇ ਜਾਂਦੇ ਨੇ। ਤਾਂ ਇਹ ਵੀ ਜਾਣਕਾਰੀ ਸਾਡੇ ਪੱਤਰਕਾਰ ਸਿਧਾਰਥ ਪਹੁੰਚਾ ਰਹੇ ਸੀ ਕਿ ਹੋ ਸਕਦਾ ਹੈ 2 ਤੋਂ ਜ਼ਿਆਦਾ ਲੋਕ ਵੀ ਹੋਣ, ਕਿਉਂਕਿ ਗੱਡੀ ਨੂੰ ਵੀ ਅੱਗ ਲਾਈ ਗਈ ਹੈ ਤਾਂ ਮੂਰਤੀ ਦੀ ਵੀ ਭੰਨਤੋੜ ਕੀਤੀ ਗਈ ਹੈ ਤਾਂ ਇਸ ਦੇ ਵਿੱਚ ਹੋ ਸਕਦਾ ਹੈ ਕਿ 2 ਤੋਂ ਜ਼ਿਆਦਾ ਲੋਕਾਂ ਦੀ ਇਨਵੋਲਵਮੈਂਟ ਹੋਵੇ। ਹਾਲਾਂਕਿ ਪੁਲਿਸ ਕਹਿ ਰਹੀ ਹੈ ਕਿ ਅਸੀਂ ਫੌਰੀ ਤੌਰ ਤੇ ਕੁਝ ਨਹੀਂ ਦੱਸ ਸਕਦੇ, ਪਰ ਸਾਡੀ ਇਨਵੈਸਟੀਗੇਸ਼ਨ ਦਾ ਇਹ ਪਾਰਟ ਹੈ, ਅਸੀਂ ਜਾਂਚ ਕਰ ਰਹੇ ਹਾਂ, ਪਰ ਸਾਡੀ ਜਾਂਚ ਬਹੁਤ ਤੇਜ਼ ਹੈ, ਟੌਪ ਪ੍ਰਾਇੋਰਟੀ ਤੇ ਸਾਰਾ ਮਸਲਾ ਹੈਗਾ ਕਿਉਂਕਿ ਇਸ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਹੈ। ਤਾਂ ਪਿੰਡ ਥਰਕਪੁਰਾ ਦੇ ਵਿੱਚ ਇਹ ਘਟਨਾ ਵਾਪਰੀ ਹੈ, ਜਿਸ ਨੂੰ ਲੈ ਕੇ ਇਹ ਭੰਨਤੋੜ ਦੀਆਂ ਤਸਵੀਰਾਂ ਸਾਹਮਣੇ ਆਈਆਂ। ਦੱਸਦੇ ਕਿ ਮਸਲਾ ਉਸ ਵੇਲੇ ਤੋਂ ਹੀ ਕਹਿ ਸਕਦੇ ਆ ਕਿ ਗੰਭੀਰ ਹੋਇਆ ਜਿਸ ਵੇਲੇ ਤੋਂ ਨਿਹੰਗ ਸਿੰਘ ਜਥੇਬੰਦੀਆਂ ਔਰ ਨਾਲ ਹੀ ਈਸਾਈ ਭਾਈਚਾਰੇ ਦੇ ਵਿੱਚ ਝੜਪ ਹੋਈ ਆ। ਕਹਿ ਲਈਏ ਕਿ ਜਦੋਂ ਮੌਕੇ ਤੇ ਜਾ ਕੇ ਜਿਹੜਾ ਗੁੱਸਾ ਹੈ ਨਿਹੰਗ ਸਿੰਘ ਜਥੇਬੰਦੀਆਂ ਦਾ ਵੇਖਣ ਨੂੰ ਮਿਲਿਆ ਸੀ, ਉਸ ਤੋਂ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਇੱਕ ਬਿਆਨ ਆਉਂਦਾ ਹੈ। ਉਸ ਬਿਆਨ ਦੇ ਵਿੱਚ ਉਹ ਕਹਿੰਦੇ ਨੇ ਕਿ ਜਿਹੜਾ ਜਬਰਨ ਧਰਮ ਪਰਿਵਰਤਨ ਈਸਾਈ ਭਾਈਚਾਰੇ ਦੇ ਵੱਲੋਂ ਸਿੱਖਾਂ ਦਾ ਕਰਾਇਆ ਜਾ ਰਿਹਾ ਹੈ, ਉਸ ਨੂੰ ਲੈ ਕੇ ਪ੍ਰਮੋਸ਼ਨ ਕੀਤੀ ਜਾ ਰਹੀ ਹੈ ਤਾਂ ਉਹ ਬਹੁਤ ਹੀ ਗੰਭੀਰ ਮੁੱਦਾ ਹੈ। ਉਸ ਨੂੰ ਲੈ ਕੇ ਉਹਨਾਂ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਤੁਹਾਡੀ ਦਖਲ ਅੰਦਾਜ਼ੀ ਦੀ ਲੋੜ ਹੈ, ਤੁਸੀਂ ਦਖਲ ਦਿਓ ਇਸ ਮਾਮਲੇ ਦੇ ਵਿੱਚ। ਸੋ ਇਹ ਮਾਮਲਾ ਉਸ ਵੇਲੇ ਗੰਭੀਰ ਹੋਇਆ, ਉਸ ਵੇਲੇ ਉਹ ਬਿਆਨ ਜਿਹੜਾ ਸਾਹਮਣੇ ਆਇਆ ਉਸ ਨੂੰ ਲੈ ਕੇ ਅਸੀਂ ਬੀਤੇ ਦਿਨ ਚਰਚਾ ਵੀ ਕੀਤੀ ਸੀ। ਵੱਖ-ਵੱਖ ਬਿਆਨ ਜਿਹੜੇ ਕਹਿ ਸਕਦੇ ਹਾਂ ਐਸਜੀਪੀਸੀ ਦੇ ਸ਼੍ਰੋਮਣੀ ਕਮੇਟੀ ਦੇ, ਦਿੱਲੀ ਕਮੇਟੀ ਦੇ ਸਾਹਮਣੇ ਆਏ। ਦਿੱਲੀ ਕਮੇਟੀ ਦੇ ਵੱਲੋਂ ਤਾਂ ਕੁਝ ਅਜਿਹੇ ਪਰਿਵਾਰਾਂ ਨੂੰ ਵੀ ਸਾਹਮਣੇ ਲਿਆਂਦਾ ਗਿਆ ਜਿਨ੍ਹਾਂ ਨੇ ਆਪਣੀ ਜ਼ੁਬਾਨੀ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਦਾ ਧਰਮ ਪਰਿਵਰਤਨ ਕਰਵਾਇਆ ਗਿਆ ਹੈ, ਕਿਸ ਤਰ੍ਹਾਂ ਦੇ ਨਾਲ ਹਾਲਾਤ ਉਹਨਾਂ ਦੇ ਨਾਲ ਬਣੇ ਨੇ ਪਿਛਲੇ 5-7 ਸਾਲਾਂ ਦੇ ਵਿੱਚ। ਤਾਂ ਇਹ ਸਭ ਕੁਝ ਜਿਹੜਾ ਉਹ ਸਾਹਮਣੇ ਆਇਆ ਤਾਂ ਹੁਣ ਇਹ ਮਾਮਲਾ ਕਹਿ ਸਕਦੇ ਹਾਂ ਕਿ ਗੰਭੀਰ ਹੋਇਆ ਹੈ ਕਿਉਂਕਿ ਇੱਕ ਘਟਨਾ ਬੀਤੇ ਦਿਨ ਵਾਪਰਦੀ ਹੈ ਔਰ ਚਰਚ ਦੇ ਵਿੱਚ ਭੰਨਤੋੜ ਕੀਤੀ ਗਈ ਹੈ। ਤਾਂ ਹਰਵੀਤ ਸਿੰਘ ਕਾਲਕਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ, ਪ੍ਰਧਾਨ ਨੇ ਡੀਐਸਜੀਐਮਸੀ। ਕਾਲਕਾ ਸਾਹਿਬ ਸਵਾਗਤ ਹੈ ਤੁਹਾਡਾ ਨਿਊਜ਼ 18 ਪੰਜਾਬ ਤੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਸਭ ਤੋਂ ਪਹਿਲਾਂ ਹੀ ਜਾਣਨਾ ਚਾਹਾਂਗੇ, ਇੱਕ ਘਟਨਾ ਇਹ ਵਾਪਰੀ ਹੈ, ਚਰਚ ਦੇ ਵਿੱਚ ਭੰਨਤੋੜ ਹੋਈ ਹੈ ਤਰਨਤਾਰਨ 'ਚ। ਸਭ ਤੋਂ ਪਹਿਲਾਂ ਇਸ ਨੂੰ ਅਸੀਂ ਕਿਵੇਂ ਵੇਖ ਪਾ ਰਹੇ ਹਾਂ ਕਿਉਂਕਿ ਇਹ ਮਸਲਾ ਪਿਛਲੇ 2-3 ਦਿਨਾਂ ਤੋਂ ਜ਼ਿਆਦਾ ਗੰਭੀਰ ਬਣਿਆ ਹੋਇਆ? ਦੇਖੋ, ਮੈਂ ਇਸ ਗੱਲ ਦੀ ਨਿੰਦਾ ਕਰਦਾ ਕਿ ਕਿਸੇ ਵੀ ਕੰਮ ਨੂੰ ਰੋਕਣ ਵਾਸਤੇ, ਕਿਸੇ ਕੰਮ ਨੂੰ ਜੋ ਕੰਮ ਪਿਛਲੇ ਸਮੇਂ ਤੋਂ ਲਗਾਤਾਰ ਚੱਲ ਰਿਹਾ ਕਨਵਰਜਨ ਦਾ, ਉਹਨੂੰ ਰੋਕਣਾ ਸਾਡੀ ਜ਼ਿੰਮੇਵਾਰੀ ਤੇ ਬਣਦੀ ਹੈ, ਮਗਰ ਕਿਸੇ ਹਿੰਸਕ ਘਟਨਾ ਨੂੰ ਅੰਜਾਮ ਦੇਣਾ ਇਹ ਕੋਈ ਚੰਗੀ ਗੱਲ ਨਹੀਂ ਹੈ। ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਜਾਗਰੂਕਤਾ ਲਹਿਰ ਸ਼ੁਰੂ ਕੀਤੀ ਹੈ ਔਰ ਆਪਣੇ ਭਰਾਵਾਂ ਨੂੰ ਘਰ ਵਾਪਸੀ ਲਿਆਉਣ ਵਾਸਤੇ ਜਿਨ੍ਹਾਂ ਲੋਕਾਂ ਨੂੰ ਗੁੰਮਰਾਹ ਕਰਕੇ ਲਿਜਾਇਆ ਜਾ ਰਿਹਾ, ਕਨਵਰਟ ਕੀਤਾ ਜਾ ਰਿਹਾ, ਮਗਰ ਇਸ ਤਰੀਕੇ ਦੀ ਹਿੰਸਕ ਘਟਨਾਵਾਂ ਨੂੰ ਅਗਰ ਆਪਾਂ ਵਧਾਵਾ ਦੇਵਾਂਗੇ ਤੇ ਮੈਨੂੰ ਲੱਗਦਾ ਸ਼ਾਇਦ ਚੀਜ਼ ਦੇ ਇਸ ਮੂਵਮੈਂਟ ਨੂੰ ਵੀ ਕਿਤੇ ਪ੍ਰੋਬਲਮ ਹੋ ਜਾਏਗੀ। ਸੋ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਾਂਗਾ ਕਿ ਅਮਨ ਸ਼ਾਂਤੀ ਬਣਾ ਕੇ ਆਪਣੀ ਫਰਜ਼ ਦੀ ਜ਼ਿੰਮੇਵਾਰੀ ਜ਼ਰੂਰ ਕਰੀਏ, ਮਗਰ ਇਹ ਹਿੰਸਕ ਜਿਹੜੀ ਘਟਨਾਵਾਂ ਨੂੰ ਅੰਜਾਮ ਨਾ ਦੇਈਏ। ਹਰਮੀਤ ਸਿੰਘ ਜੀ ਸਾਡੇ ਨਾਲ ਫੋਨ ਲਾਈਨ ਤੇ ਪਾਦਰੀ ਜੁੜੇ ਹੋਏ ਸਨ ਤਾਂ ਉਹਨਾਂ ਨੇ ਇੱਕ ਬਿਆਨ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਜਥੇਦਾਰ ਸਾਹਿਬ ਦੇ ਵੱਲੋਂ ਜੋ ਪਿਛਲੇ ਦਿਨਾਂ ਦੇ ਵਿੱਚ ਬਿਆਨ ਦਿੱਤਾ ਗਿਆ ਤਾਂ ਉਸ ਦੇ ਕਾਰਨ ਇਹ ਭੜਕਾਹਟ ਪੈਦਾ ਹੋਈ ਹੈ। ਬਿਆਨ ਉਹਨਾਂ ਦਾ ਤੁਹਾਨੂੰ ਵੀ ਪਤਾ ਹੈ, ਉਹਨਾਂ ਨੇ ਕਿਹਾ ਸੀ ਕਿ ਜਬਰੀ ਧਰਮ ਪਰਿਵਰਤਨ ਹੋ ਰਿਹਾ, ਕੇਂਦਰ ਇਸ ਦੇ ਵਿੱਚ ਦਖਲ ਦੇਵੇ, ਇਹ ਸਭ ਜਾਣਬੁੱਝ ਕੇ ਕੀਤਾ ਜਾ ਰਿਹਾ। ਨਹੀਂ, ਬਿਲਕੁਲ ਇਸ ਗੱਲ ਦੇ ਉੱਤੇ ਕੀ ਕਹਿੰਦੇ ਨੇ, ਜੇ ਜਬਰੀ ਧਰਮ ਪਰਿਵਰਤਨ ਕਰਨਾ ਕਿਸੇ ਵੀ ਧਰਮ ਦਾ ਅਲਾਉਡ ਨਹੀਂ ਹੈ ਔਰ ਜਥੇਦਾਰ ਸਾਹਿਬ ਨੇ ਬਿਆਨ ਦਿੱਤਾ ਤੇ ਬਿਲਕੁਲ ਚਿੰਤਾ ਹੋ ਕੇ ਦਿੱਤਾ, ਆਪਣੀ ਕਮਿਊਨਿਟੀ ਬਾਰੇ ਦਿੱਤਾ ਔਰ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈ। ਅਗਰ ਕਿਸੇ ਨੂੰ ਇਹਨੂੰ ਗਲਤ ਲੱਗਦਾ ਹੈ ਤੇ ਉਹਨਾਂ ਦੀ ਆਪਣੀ ਸੋਚ ਹੈ, ਮਗਰ ਜਥੇਦਾਰ ਸਾਹਿਬ ਦੇ ਬਿਆਨ ਦੇ ਨਾਲ ਅਸੀਂ ਵੀ ਸਹਿਮਤ ਹਾਂ ਕਿ ਜਬਰਨ ਜਿਹੜਾ ਤੁਸੀਂ ਧਰਮ ਪ੍ਰਚਾਰ ਦੀ ਗੱਲ ਕਰਦੇ ਹੋ, ਧਰਮ ਪਰਿਵਰਤਨ ਦੀ ਗੱਲ ਕਰਦੇ ਹੋ, ਹੋਣੀ ਨਹੀਂ ਚਾਹੀਦੀ। ਔਰ ਇੱਥੇ ਕਿਤੇ ਨਾ ਕਿਤੇ ਜਥੇਦਾਰ ਸਾਹਿਬ ਨੂੰ ਐਸਜੀਪੀਸੀ ਨੂੰ ਵੀ ਤਾੜਨਾ ਦੇਣੀ ਚਾਹੀਦੀ ਹੈ ਕਿ ਜਿਹੜਾ ਜਬਰਨ ਹੋ ਰਹੇ ਨੇ ਉਹਨਾਂ ਦੇ ਉੱਤੇ ਕਿਉਂ ਨਹੀਂ ਅੱਜ ਤੱਕ ਰੋਕ ਲਾਈ, ਕਿਉਂ ਨਹੀਂ ਇਹਦੇ ਉੱਤੇ ਇਸ਼ੂ ਉਠਾਏ ਗਏ। ਪਰ ਹਰਮੀਤ ਸਿੰਘ ਜੀ ਇਹ ਜਦੋਂ ਵੀ ਗੱਲਬਾਤ ਕਰ ਰਹੇ ਹਾਂ ਅਸੀਂ, ਹਾਲਾਂਕਿ ਉਹਨਾਂ ਦਾ ਇਹੀ ਕਹਿਣਾ ਕਿ ਕਿਸੇ ਵੀ ਤਰ੍ਹਾਂ ਦੇ ਨਾਲ ਕੁਝ ਜਬਰੀ ਨਹੀਂ ਹੋ ਰਿਹਾ,
ਤਾਂ ਕਿਸ ਤਰ੍ਹਾਂ ਦੇ ਨਾਲ ਬੇਸ਼ੱਕ ਉਹ ਦਿੱਲੀ ਕਮੇਟੀ ਹੈ ਜਾਂ ਫਿਰ ਦੂਸਰੇ ਪਾਸੇ ਐਸਜੀਪੀਸੀ ਹੈ, ਤਾਂ ਕੀ ਅੱਗੇ ਵਾਸਤੇ ਕਦਮ ਚੁੱਕੇ ਜਾ ਰਹੇ ਨੇ? ਕਿਉਂਕਿ ਇੱਕ ਬਿਆਨ ਜਦੋਂ ਆਉਂਦਾ ਹੈ ਉਸ ਤੋਂ ਬਾਅਦ ਈਸਾਈ ਭਾਈਚਾਰੇ ਦਾ ਕਹਿਣਾ ਕਿ ਇਹੋ ਜਿਹੀ ਘਟਨਾ ਵਾਪਰ ਗਈ ਹੈ, ਮਸਲਾ ਜੇਕਰ ਕੁਝ ਵੀ ਹੈ ਸੁਲਝਾਇਆ ਜਾ ਸਕਦਾ ਹੈ ਜਾਂ ਫਿਰ ਬੈਠ ਕੇ ਕਿਸੇ ਵੀ ਤਰੀਕੇ ਦੇ ਨਾਲ ਹੋਰ ਹੋ ਸਕਦਾ ਹੈ, ਪਰ ਜੇਕਰ ਇਸ ਤਰ੍ਹਾਂ ਦੇ ਬਿਆਨ ਆਉਣਗੇ ਤਾਂ ਫਿਰ ਭੜਕਾਹਟ ਹੀ ਪੈਦਾ ਹੋਏਗੀ। ਮਤਲਬ ਸਵਾਲ ਇਹ ਹੈ ਕਿ ਸੰਵੇਦਨਸ਼ੀਲ ਮੁੱਦਾ ਹੋ ਚੁੱਕਿਆ ਹੁਣ। ਦੇਖੋ, ਜਬਰਨ ਕਿਹਨੂੰ ਕਹਿੰਦੇ ਆ? ਅਸੀਂ ਜਬਰਨ ਇਹ ਨਹੀਂ ਕਹਿੰਦੇ ਕਿ ਕਿਸੇ ਨੂੰ ਬੰਦੂਕ ਦੀ ਨੋਕ ਦੇ ਉੱਤੇ ਜਬਰਨ ਕਰਾਇਆ ਜਾਂਦਾ, ਮਗਰ ਲੋਕਾਂ ਦੇ ਘਰ ਜਾ ਕੇ ਉਹਨਾਂ ਦੇ ਮਾਈਂਡ ਨੂੰ ਫੁਸਲਾਣਾ, ਉਹਨਾਂ ਨੂੰ ਲੋਭ ਲਾਲਚ ਦੇਣੇ, ਇਹਨੂੰ ਜਬਰਨ ਨਹੀਂ ਕਵਾਂਗੇ। ਜਿਹੜੇ ਲੋਕਾਂ ਦੇ ਵਿੱਚ ਥੋੜੀ ਜਿਹੀ ਅਨਪੜ੍ਹਤਾ ਹੈ, ਜਿਹੜੇ ਨਹੀਂ ਪੜ੍ਹੇ ਲਿਖੇ, ਉਹ ਇਹਨਾਂ ਦੀਆਂ ਗੱਲਾਂ 'ਚ ਜਲਦੀ ਆ ਜਾਂਦੇ ਨੇ ਔਰ ਲਾਲਚ ਦੇ ਕੇ ਕਿ ਅਸੀਂ ਅੱਜ ਸਕੂਲਾਂ ਦੀਆਂ ਫੀਸਾਂ ਦੇਵਾਂਗੇ, ਅੱਜ ਮੈਡੀਕਲ ਫੈਸਿਲਿਟੀਜ਼ ਦੇਵਾਂਗੇ, ਔਰ ਉਹਨਾਂ ਨੂੰ ਜਿਸ ਵਕਤ ਕਨਵਰਟ ਕਰਨ ਤੋਂ ਬਾਅਦ ਉਹਨਾਂ ਨੂੰ ਕੁਝ ਵੀ ਨਹੀਂ ਦਿੱਤਾ ਜਾਂਦਾ ਤੇ ਉਹ ਲੋਕ ਬਿਲਕੁਲ ਵਾਪਸੀ ਵੀ ਆਉਂਦੇ ਨੇ। ਔਰ ਮੈਂ ਸਮਝਦਾ ਕਿ ਇਹ ਜਿਹੜਾ ਕਨਵਰਜਨ ਦਾ ਔਰ ਸਿਸਟਮ ਬਣਾ ਰੱਖਿਆ ਹੈ, ਇਹਨੂੰ ਅਸੀਂ ਆਪਾਂ ਜਬਰਨ ਸ਼ੇਪ ਹੀ ਦੇਵਾਂਗੇ। ਜੇ ਪ੍ਰਚਾਰ ਕਰਨਾ ਹੈ ਆਪਣੇ ਗੁਰੂ ਦੇ, ਆਪਣੇ ਜੀਸਸ ਦੇ, ਕਿਸੇ ਦੇ ਵੀ ਬਾਰੇ, ਮੈਂ ਕਿਸੇ ਧਰਮ ਦੇ ਵਿਰੋਧ ਵਿੱਚ ਨਹੀਂ ਹੈਗਾ ਜੀ, ਮਗਰ ਕਿਸੇ ਨੂੰ ਆਪਣੇ ਧਰਮ 'ਚ ਲਿਆਉਣ ਵਾਸਤੇ ਉਹਦਾ ਪ੍ਰਚਾਰ ਕਰੋ, ਨਾ ਕਿ ਘਰ ਘਰ ਜਾ ਕੇ ਉਹਨਾਂ ਲੋਕਾਂ ਨੂੰ ਕਨਵਿੰਸ ਕਰੋ ਕਿ ਤੁਸੀਂ ਆਪਣਾ ਧਰਮ ਛੱਡ ਕੇ ਦੂਜੇ ਧਰਮ ਜਾਓ। ਆਪਣੇ ਲੋਕਾਂ ਨੂੰ ਸਾਂਭ ਕੇ ਰੱਖਣਾ ਬਹੁਤ ਵੱਡੀ ਜ਼ਿੰਮੇਵਾਰੀ ਹੈ। ਅਖੀਰਲਾ ਸਵਾਲ ਹੈ ਹਰਮੀਤ ਸਿੰਘ ਜੀ, ਪ੍ਰਚਾਰ ਕਮੇਟੀ ਹੈ ਤਾਂ ਹੁਣ ਉਹਨਾਂ ਦੇ ਵੱਲੋਂ ਗਰਾਊਂਡ ਤੇ ਉਤਰ ਕੇ ਪ੍ਰਚਾਰ ਦੇ ਨਾਲ ਇਹ ਕੰਮ ਵੀ ਕੀਤਾ ਜਾ ਰਿਹਾ, ਜਿਹੜੇ ਲੋਕ ਭਟਕ ਗਏ ਸਨ ਤੁਹਾਡੇ ਮੁਤਾਬਿਕ ਤਾਂ ਉਹਨਾਂ ਨੂੰ ਵਾਪਸ ਲਿਆਂਦਾ ਜਾ ਰਿਹਾ? ਨਹੀਂ, ਬਿਲਕੁਲ ਵਾਪਸ ਲਿਆਉਣਾ ਚਾਹੀਦਾ ਔਰ ਬੜੀ ਅੱਛੀ ਗੱਲ ਹੈ, ਬੜੀ ਸ਼ਲਾਘਾ ਦੀ ਗੱਲ ਹੈ। ਜਿਹੜੇ ਲੋਕ ਵਾਪਸ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਦੱਸਿਆ ਜਾਏ ਕਿ ਜਿਹੜੇ ਆਪਣਾ ਸਿੱਖ ਧਰਮ ਜਿਹਨੂੰ ਛੱਡ ਕੇ ਤੁਸੀਂ ਗਏ ਹੋ ਉਹਦਾ ਕਿੰਨਾ ਵਿਲੱਖਣ ਵਿਰਸਾ ਹੈ, ਕਿੰਨਾ ਗੌਰਵਮਈ ਵਿਰਸਾ ਹੈ, ਉਹਦੇ ਬਾਰੇ ਸਾਨੂੰ ਜਿਹੜੇ ਪ੍ਰਚਾਰਕ ਸਾਡੇ ਨਹੀਂ ਕਰ ਪਾਏ ਪਹਿਲੇ, ਜਿਹੜੇ ਵੀ ਬੀਬੀ ਜੀ ਕਰ ਰਹੇ ਨੇ, ਮੈਂ ਉਹਨਾਂ ਨੂੰ ਵਧਾਈ ਵੀ ਦਿੰਦਾ ਕਿ ਆਪਣੇ ਲੋਕਾਂ ਨੂੰ ਵਾਪਸ ਲਿਆਉਣਾ ਬਹੁਤ ਵੱਡੀ ਇੱਕ ਪੁੰਨ ਦਾ ਕੰਮ। ਇੱਕ ਹੋਰ ਸਵਾਲ ਲਵਾਂਗੇ, ਜਿਹੜੀ ਘਟਨਾ ਵਾਪਰੀ ਹੈ ਇਸ ਨੂੰ ਲੈ ਕੇ ਕੀ ਕੁਝ ਕਦਮ ਚੁੱਕੇ ਜਾ ਰਹੇ ਨੇ? ਬੇਸ਼ੱਕ ਮੈਂ ਇਸ ਗੱਲ ਦੇ ਉੱਤੇ ਮੈਨੂੰ ਪੂਰੀ ਜਾਂਚ ਨਹੀਂ ਹੈ, ਜੋ ਵੀ ਮੈਂ ਤੁਹਾਡੇ ਮੀਡੀਆ ਰਾਹੀਂ ਜਾਂ ਕੀ ਕਹਿੰਦੇ ਲੋਕਾਂ ਕੋਲ ਹੁਣੇ ਸੁਣ ਰਿਹਾ ਸਵੇਰ ਤੋਂ, ਜੇਕਰ ਉੱਥੇ ਕੋਈ ਹਿੰਸਕ ਵਾਪਰੇ ਹੈ ਤੇ ਇਸ ਗੱਲ ਦੇ ਉੱਤੇ ਸਾਨੂੰ ਧਿਆਨ ਦੇਣਾ ਚਾਹੀਦਾ ਕਿ ਸਾਡੀ ਜ਼ਿੰਮੇਵਾਰੀ ਹੈ ਕਿ ਆਪਣੇ ਭਰਾਵਾਂ ਨੂੰ, ਆਪਣੇ ਪਰਿਵਾਰਾਂ ਨੂੰ ਵਾਪਸ ਲੈ ਕੇ ਆਈਏ। ਮਗਰ ਇਹ ਜਿਹੜਾ ਹਿੰਸਕ ਤਰੀਕਾ ਹੈ ਇਹ ਗੱਲ ਚੰਗੀ ਨਹੀਂ ਹੈ। ਮੈਂ ਲੋਕਾਂ ਨੂੰ ਅਪੀਲ ਕਰਾਂਗਾ ਪੰਜਾਬ ਦੇ ਕਿ ਅਸੀਂ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਦੇ ਹੋਏ ਆਪਣੇ ਭਰਾਵਾਂ ਨੂੰ ਵਾਪਸ ਲੈ ਕੇ ਜ਼ਰੂਰ ਆਉਣਾ ਹੈ, ਮਗਰ ਕਿਸੇ ਹਿੰਸਕ ਘਟਨਾਵਾਂ ਨੂੰ ਇੱਕ ਗਲਤ ਸ਼ੇਪ ਦੇ ਦੇਣ, ਕਿਉਂਕਿ ਸ਼ਰਾਰਤੀ ਅੰਸਰ ਹਰ ਜਗ੍ਹਾ ਤੇ ਹੁੰਦੇ ਨੇ, ਸਰਕਾਰਾਂ ਦੇ ਵਿੱਚ ਵੀ ਹੁੰਦੇ ਨੇ, ਏਜੰਸੀਆਂ 'ਚ ਵੀ ਹੁੰਦੇ ਨੇ, ਤੇ ਜਿਹੜੀ ਲਹਿਰ ਅੱਜ ਜਾਗਰੂਕਤਾ ਦੀ ਪੂਰੇ ਪੰਜਾਬ 'ਚ ਸ਼ੁਰੂ ਹੋਈ ਹੈ ਕਿਧਰੇ ਉਹਨੂੰ ਕਿਧਰੇ ਠੇਸ ਨਾ ਪਹੁੰਚੇ। ਠੀਕ ਹੈ, ਧੰਨਵਾਦ ਹੈ ਹਰਮੀਤ ਸਿੰਘ ਜੀ ਗੱਲਬਾਤ ਦੇ ਲਈ। ਤਾਂ ਇੱਥੇ ਜੋ ਘਟਨਾ ਵਾਪਰੀ ਪਿੰਡ ਥਰਕਪੁਰਾ ਦੇ ਵਿੱਚ, ਉਸ ਤੋਂ ਬਾਅਦ ਹੁਣ ਵੱਖੋ-ਵੱਖ ਜ਼ਰੂਰ ਬਿਆਨ ਨੇ ਔਰ ਹਰ ਇੱਕ ਦੇ ਵੱਲੋਂ, ਬੇਸ਼ੱਕ ਕੋਈ ਵੀ ਭਾਈਚਾਰੇ ਦੇ ਨਾਲ ਸੰਬੰਧਿਤ ਹੋਣ ਤਾਂ ਸਭ ਦੇ ਵੱਲੋਂ ਇਸ ਦੀ ਨਿੰਦਿਆ ਕੀਤੀ ਜਾ ਰਹੀ ਹੈ ਕਿ ਘਟਨਾ ਜੋ ਵਾਪਰੀ ਹੈ, ਹਿੰਸਕ ਹੋਣਾ ਕਿਸੇ ਵੀ ਕਿਸਮ ਦੀ ਸਮੱਸਿਆ ਦਾ ਰਾਹ ਨਹੀਂ ਹੈ, ਹੱਲ ਨਹੀਂ ਹੈ, ਤਾਂ ਕਿਤੇ ਨਾ ਕਿਤੇ ਨਿੰਦਿਆ ਹਰ ਪਾਸੇ ਹੋ ਰਹੀ ਹੈ ਔਰ ਪੁਲਿਸ ਕਹਿ ਰਹੀ ਹੈ ਕਿ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ, ਫੌਰੀ ਤੌਰ ਤੇ ਕਾਰਵਾਈ ਹੋ ਰਹੀ ਹੈ ਔਰ ਜਲਦੀ ਇਹਨਾਂ ਨੂੰ ਫੜ ਲਿਆ ਜਾਏਗਾ। ਤਰਨਤਾਰਨ ਚਰਚ ਮਾਮਲਾ ਹੈ ਜਿਸ ਦੇ ਵਿੱਚ ਡੀਸੀ ਦਾ ਬਿਆਨ ਸਾਹਮਣੇ ਆਇਆ, ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕਾਰਵਾਈ ਕਰ ਰਹੇ ਹਾਂ। ਦੂਸਰੇ ਪਾਸੇ ਵੱਖੋ-ਵੱਖ ਐਸਪੈਕਟ ਇਸ ਮਾਮਲੇ ਦੇ ਵਿੱਚ ਨੇ, ਜਿੱਥੇ ਹੁਣ ਬਿਆਨ ਇਹ ਆ ਰਹੇ ਨੇ, ਅਕਾਲੀ ਇਲਜ਼ਾਮਤ ਲੱਗ ਰਹੇ ਨੇ ਈਸਾਈ ਭਾਈਚਾਰੇ ਦੇ ਵੱਲੋਂ ਕਿ ਜੋ ਜਥੇਦਾਰ ਦੇ ਵੱਲੋਂ ਬਿਆਨ ਦਿੱਤਾ ਗਿਆ ਉਸ ਤੋਂ ਬਾਅਦ ਇਹ ਭੜਕਾਹਟ ਪੈਦਾ ਹੋਈ ਹੈ, ਤਾਂ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ। ਪਰ ਦੂਸਰੇ ਪਾਸੇ ਜੇਕਰ ਅਸੀਂ ਦਿੱਲੀ ਕਮੇਟੀ ਦੇ ਪ੍ਰਧਾਨ ਦਾ ਜ਼ਿਕਰ ਕਰਦੇ ਹਾਂ ਤਾਂ ਉਹਨਾਂ ਦਾ ਇਹ ਕਹਿਣਾ ਕਿ ਅਜਿਹਾ ਕੁਝ ਨਹੀਂ ਹੈ, ਅਜਿਹਾ ਨਹੀਂ ਹੋਇਆ ਕਿ ਇਸ ਤਰ੍ਹਾਂ ਦੇ ਨਾਲ ਇਹ ਭੜਕਾਹਟ ਪੈਦਾ ਹੋਈ, ਬਲਕਿ ਜ਼ਿੰਮੇਵਾਰੀ ਹੈ ਔਰ ਬਿਆਨ ਜੋ ਦਿੱਤਾ ਗਿਆ ਹੈ ਤਾਂ ਉਹ ਕਿਤੇ ਨਾ ਕਿਤੇ ਬਿਲਕੁਲ ਸਹੀ ਰਾਹੇ ਦਿੱਤਾ ਗਿਆ ਹੈ। ਤਾਂ ਮਨਜੀਤ ਸਿੰਘ ਭੋਮਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ, ਧਰਮ ਪ੍ਰਚਾਰ ਕਮੇਟੀ ਤੋਂ ਨੇ, DSGMC ਤੋਂ। ਮਨਜੀਤ ਸਿੰਘ ਜੀ, ਤੁਹਾਡਾ ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਜੀ ਸਿੰਘ ਸਾਹਿਬ, ਜਾਣਨਾ ਚਾਹਾਂਗੇ ਸਭ ਤੋਂ ਪਹਿਲਾਂ ਕਿ ਜੋ ਇਹ ਪਿਛਲੇ ਦਿਨਾਂ ਦੇ ਵਿੱਚ ਮਾਮਲੇ ਆਏ ਨੇ, ਕਿਉਂਕਿ ਜ਼ਿਕਰ ਲਗਾਤਾਰ ਦਿੱਲੀ ਕਮੇਟੀ ਕਰ ਰਹੀ ਹੈ ਕਿ ਧਰਮ ਪ੍ਰਚਾਰ ਕਮੇਟੀ ਦੇ ਵੱਲੋਂ ਉਹਨਾਂ ਲੋਕਾਂ ਨੂੰ ਵਾਪਸ ਲਿਆਂਦਾ ਗਿਆ ਹੈ ਜਿਹੜੇ ਭੜਕ ਗਏ ਸਨ, ਪਰ ਹੁਣ ਜੋ ਇਹ ਘਟਨਾ ਵਾਪਰਦੀ ਹੈ ਬੀਤੇ ਰਾਤ ਚਰਚ 'ਚ ਜਾ ਕੇ ਭੰਨਤੋੜ ਕੀਤੀ ਗਈ, ਇਸ ਨੂੰ ਅਸੀਂ ਕਿਸ ਤਰ੍ਹਾਂ ਦੇ ਨਾਲ ਵੇਖ ਰਹੇ ਹਾਂ? ਵੇਖੋ ਜੀ, ਸਭ ਤੋਂ ਪਹਿਲੀ ਤੇ ਗੱਲ ਹੈ ਵੀ ਜੋ ਵੀ ਹੋ ਰਿਹਾ ਇਹ ਮੰਦਭਾਗਾ ਹੋ ਰਿਹਾ, ਭਾਵੇਂ ਜਬਰੀ ਧਰਮ ਪਰਿਵਰਤਨ ਹੋ ਰਿਹਾ, ਭਾਵੇਂ ਕੋਈ ਹਿੰਸਕ ਕਾਰਵਾਈਆਂ ਹੋ ਰਹੀਆਂ ਨੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਦੇ ਵਿੱਚ ਪੂਰਨ ਤੌਰ ਤੇ ਅਮਨ ਸ਼ਾਂਤੀ ਲਈ ਜਿਹੜੀ ਆ ਵਚਨਬੱਧ ਆ, ਪਰ ਇਹ ਜਿਹੜਾ ਧਰਮ ਪਰਿਵਰਤਨ ਹੋ ਰਿਹਾ ਇਹਦੇ ਵਿੱਚ ਪਿਛਲੇ ਦਿਨਾਂ ਤੋਂ ਜਾਂ ਪਿਛਲੇ ਸਮੇਂ ਤੋਂ ਜਿਸ ਤਰ੍ਹਾਂ ਜਿਹੜਾ ਵਾ ਭੋਲੇ ਭਾਲੇ ਲੋਕਾਂ ਨੂੰ ਗਮਰਾਹ ਕਰਕੇ ਬਾਣੀ ਤੇ ਗੁਰੂ ਸਾਹਿਬਾਨ ਪ੍ਰਤੀ ਅਪਮਾਨਜਨਕ ਟਿੱਪਣੀਆਂ ਜਿਹੜੀਆਂ ਨੇ ਈਸਾਈ ਪ੍ਰਚਾਰਕਾਂ ਵੱਲੋਂ ਕੀਤੀਆਂ ਗਈਆਂ ਨੇ ਜੀ,
ਇਹ ਵੀ ਬਹੁਤ ਮੰਦਭਾਗੀਆਂ ਨੇ। ਇਹਦੇ ਨਾਲ ਜਿਹੜੇ ਆ ਸਿੱਖ ਹਿਰਦੇ ਜਿਹੜੇ ਆ ਉਹ ਵਲੂੰਦਰੇ ਪਏ ਹੈਗੇ ਆ। ਸੋ ਗੱਲ ਆ ਵੀ ਮੈਂ ਤੇ ਸਾਰਿਆਂ ਨੂੰ ਇੱਕ ਗੱਲ ਕਹੂੰਗਾ ਕਿ ਜਿਹੜੇ ਸਿੱਖ ਭਰਾ ਸਾਡੇ ਜਿਹੜੇ ਆ ਧਰਮ ਪਰਿਵਰਤਨ ਕਰ ਗਏ ਆ, ਉਹਨਾਂ ਨੂੰ ਆਪਾਂ ਪਿਆਰ, ਮਾਣ, ਸਤਿਕਾਰ ਦੇ ਨਾਲ, ਤਰਕ ਦੇ ਨਾਲ ਜਿਹੜਾ ਵਾ ਆਪਣੀ ਗਲਵੱਕੜੀ 'ਚ ਲੈ ਕੇ ਉਹਨਾਂ ਦੀ ਘਰ ਵਾਪਸੀ ਜਿਹੜਾ ਵਾ ਕਰਾਈਏ। ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਘਟਨਾਵਾਂ ਵਾਪਰਨੀਆਂ ਇਹ ਪੰਜਾਬ ਲਈ ਮੰਦਭਾਗੀਆਂ ਨੇ, ਪਰ ਇਹਦੇ ਲਈ ਸਿੱਖ ਕੌਮ ਦੋਸ਼ੀ ਨਹੀਂ ਹੈਗੀ। ਇਹ ਹਾਲਾਤ ਜਿਹੜੇ ਪੈਦਾ ਕੀਤੇ ਆ ਇਹ ਈਸਾਈ ਪ੍ਰਚਾਰਕਾਂ ਵੱਲੋਂ, ਕ੍ਰਿਸਚਨ ਪ੍ਰਚਾਰਕਾਂ ਵੱਲੋਂ ਜਿਹੜੇ ਆ ਕੀਤੇ ਆ। ਗੁਰੂ ਸਾਹਿਬਾਨ ਪ੍ਰਤੀ ਅਪਮਾਨਜਨਕ ਸ਼ਬਦਾਵਲੀ ਵਰਤ ਕੇ, ਅਪਮਾਨਜਨਕ ਟਿੱਪਣੀਆਂ ਕਰਕੇ। ਮਨਜੀਤ ਸਿੰਘ ਜੀ, ਮੈਂ ਇੱਥੇ ਰੋਕਾਂਗੀ ਤੁਹਾਨੂੰ ਔਰ ਜ਼ਿਕਰ ਕਰੂੰਗੀ ਈਸਾਈ ਭਾਈਚਾਰਾ ਜੋ ਇਸ ਵੇਲੇ ਕਹਿ ਰਿਹਾ, ਉਹਨਾਂ ਦਾ ਕਹਿਣਾ ਕਿ ਅਸੀਂ ਤਾਂ ਬਹੁਤ ਥੋੜੇ ਆ। ਉਹਨਾਂ ਨੇ ਅੰਕੜਿਆਂ ਦਾ ਵੀ ਜ਼ਿਕਰ ਕੀਤਾ, 1990 ਦੇ ਵਿੱਚ ਕਿੰਨੇ ਸੀ, ਉਸ ਤੋਂ ਬਾਅਦ 2000 ਚ ਕਟੌਤੀ ਹੋਈ, ਫਿਰ ਅੱਗੇ 2010 ਦਾ ਜ਼ਿਕਰ ਕਰਦੇ ਨੇ ਹੋਰ ਕਟੌਤੀ ਹੋਈ। ਉਹਨਾਂ ਦਾ ਕਹਿਣਾ ਕਿ ਅਸੀਂ ਤਾਂ ਮੁੱਠੀ ਭਾਰਾਂ। ਪਰ ਇੱਥੇ ਦੂਸਰੇ ਪਾਸੇ ਜੋ ਇਹ ਜਥੇਦਾਰ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ, ਜੋ ਇਲਜ਼ਾਮਾਤ ਲੱਗ ਰਹੇ ਨੇ, ਇਹ ਸਾਰੀ ਵਜ੍ਹਾ ਕਰਕੇ ਹੀ ਇਹ ਸਾਰੀ ਭੰਨਤੋੜ ਹੋਈ ਹੈ ਜਾਂ ਫਿਰ ਜੋ ਅਪਮਾਨ ਕੀਤਾ ਗਿਆ ਹੈ। ਮਤਲਬ ਉਹਨਾਂ ਦਾ ਕਹਿਣਾ ਕਿ ਜੋ ਇਹ ਮਾਹੌਲ ਹੈ ਤਾਂ ਕਰਕੇ ਸਿਰਜਿਆ ਜਾ ਰਿਹਾ ਕਿਉਂਕਿ ਇਸ ਤਰ੍ਹਾਂ ਦੀ ਬਿਆਨਬਾਜ਼ੀਆਂ ਹੋਈਆਂ ਨੇ, ਇਹ ਗਲਤ ਇਲਜ਼ਾਮਾਤ ਲੱਗੇ ਨੇ ਸਾਡੇ ਤੇ ਪਿਛਲੇ ਦਿਨਾਂ 'ਚ। ਦੇਖੋ, ਨਾ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕੋਈ ਗਲਤ ਬਿਆਨਬਾਜ਼ੀ ਕੀਤੀ ਆ, ਉਹਨਾਂ ਨੇ ਕੌਮ ਨੂੰ ਸੁਚੇਤ ਹੀ ਕੀਤਾ ਵਾ, ਦੇਸ਼ ਨੂੰ ਵੀ ਸੁਚੇਤ ਕੀਤਾ, ਪੰਜਾਬ ਨੂੰ ਵੀ ਸੁਚੇਤ ਕੀਤਾ, ਪੰਥ ਨੂੰ ਵੀ ਉਹਨਾਂ ਨੇ ਸੁਚੇਤ ਕੀਤਾ ਵਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੁੱਤੀ ਹੋਈ ਸਿੱਖ ਕੌਮ ਨੂੰ ਜਗਾਇਆ ਵਾ। 3 ਅਗਸਤ ਨੂੰ ਅਸੀਂ ਧਰਮ ਜਾਗਰੂਕਤਾ ਲਹਿਰ ਜਿਹੜੀ ਆ ਚਲਾਈ ਸੀ ਅੰਮ੍ਰਿਤਸਰ ਤੋਂ, ਉਸ ਦੇ ਜਿਹੜੇ ਆ ਨਤੀਜੇ, ਉਸ ਦੇ ਰਿਜ਼ਲਟ ਆਉਣੇ ਸ਼ੁਰੂ ਹੋ ਗਏ ਆ। ਉਸ ਦੇ ਵਿੱਚ ਕੱਲ ਵੇਖੋ 1 ਦਰਜਨ ਦੇ ਕਰੀਬ ਜਿਹੜੇ ਸਾਡੇ ਸਿੱਖ ਭਰਾ ਜਿਹੜੇ ਧਰਮ ਪਰਿਵਰਤਨ ਕਰ ਗਏ ਸੀ, ਉਹਨਾਂ ਨੇ ਘਰ ਵਾਪਸੀ ਕੀਤੀ ਆ ਜੀ। ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ ਸਾਨੂੰ ਜਿਹੜਾ ਵਾ, ਜਿਹੜੇ ਸਾਡੇ ਸਿੱਖ ਭਰਾ ਗਏ ਆ, ਆਪਾਂ ਨੂੰ ਪਿਆਰ ਨਾਲ, ਸਤਿਕਾਰ ਨਾਲ, ਗੁਰੂ ਸਾਹਿਬ ਦੇ ਸਿਧਾਂਤ ਦੀ ਰੋਸ਼ਨੀ 'ਚ ਆਪਣੇ ਭਰਾਵਾਂ ਨੂੰ ਜਿਹੜਾ ਵਾ ਸ਼ਾਂਤਮਈ ਢੰਗ ਤਰੀਕੇ ਦੇ ਨਾਲ, ਤਰਕ ਨਾਲ, ਦਲੀਲ ਨਾਲ ਕਾਇਲ ਕਰਕੇ ਤੇ ਪਿਆਰ ਨਾਲ ਗਲਵੱਕੜੀ 'ਚ ਲੈ ਕੇ ਉਹਨਾਂ ਨੂੰ ਘਰ ਵਾਪਸ ਆਉਣਾ ਚਾਹੀਦਾ। ਸਮਝ ਚੁੱਕੇ ਆ, ਪੁਆਇੰਟ ਸਾਹਮਣੇ ਆ ਚੁੱਕੇ ਆ, ਤੁਹਾਡਾ ਕਹਿਣਾ ਕਿ ਵਾਪਸ ਆਉਣੇ ਚਾਹੀਦੇ ਨੇ ਔਰ ਸਮਝਾ ਕੇ ਪਿਆਰ ਨਾਲ। ਪਰ ਇਹ ਜੋ ਘਟਨਾ ਵਾਪਰੀ ਹੈ, ਇਸ ਦੇ ਲਈ ਤੁਸੀਂ ਕਿਸ ਨੂੰ ਜ਼ਿੰਮੇਵਾਰ ਮੰਨਦੇ ਹੋ? ਇਸ ਦੇ ਲਈ ਤੇ ਇਹ ਲੋਕ ਹੀ ਜ਼ਿੰਮੇਵਾਰ ਆ ਜੀ। ਇਸ ਦੇ ਲਈ ਇਹ ਲੋਕ ਹੀ ਜ਼ਿੰਮੇਵਾਰ ਆ ਜਿਨ੍ਹਾਂ ਨੇ ਭੜਕਾਊ ਪੰਜਾਬ ਦੇ ਵਿੱਚ ਮਾਹੌਲ ਜਿਹੜਾ ਵਾ ਪੈਦਾ ਕੀਤਾ ਵਾ, ਜਬਰੀ ਧਰਮ ਪਰਿਵਰਤਨ ਜਿਹੜਾ ਵਾ ਕਰਵਾਇਆ ਗਿਆ, ਇਹਦੇ ਲਈ ਇਹ ਲੋਕ ਦੋਸ਼ੀ ਨੇ। ਪਰ ਫਿਰ ਵੀ ਮੈਂ ਹਿੰਸਕ ਕਾਰਵਾਈਆਂ ਦੀ ਹਮਾਇਤ ਨਹੀਂ ਕਰਦਾ ਜੀ। ਮੈਂ ਹਿੰਸਕ ਕਾਰਵਾਈਆਂ ਦੀ ਹਮਾਇਤ ਨਹੀਂ ਕਰਦਾ। ਮੈਂ ਕਹਿੰਦਾ ਵਾ ਪੰਜਾਬ ਘੁੱਗ ਵਸਦਾ ਵਾ, ਇੱਥੇ ਅਮਨ ਸ਼ਾਂਤੀ ਬਣੀ ਰਵੇ। ਇਸੇ ਕਰਕੇ ਕੱਲ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਆ ਕਿ ਜੇ ਹਿਮਾਚਲ ਪ੍ਰਦੇਸ਼ ਜੋ ਬਹੁਤ ਗਿਣਤੀ ਹਿੰਦੂ ਸਟੇਟ ਆ, 8-9 ਹੋਰ ਸਟੇਟਾਂ ਨੇ, ਉੱਥੇ ਧਰਮ ਪਰਿਵਰਤਨ ਤੇ ਪਾਬੰਦੀ ਲੱਗ ਸਕਦੀ ਆ, ਤੇ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਤੇ ਪਾਬੰਦੀ ਕਿਉਂ ਨਹੀਂ ਲੱਗ ਸਕਦੀ? ਇਸ ਲਈ ਮੁੱਖ ਮੰਤਰੀ ਪੰਜਾਬ ਨੂੰ, ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਅਮਨ ਸ਼ਾਂਤੀ ਲਈ, ਇਹ ਟਕਰਾਅ ਟਾਲਣ ਲਈ ਧਰਮ ਪਰਿਵਰਤਨ ਤੇ ਤੁਰੰਤ ਜਿਹੜੀ ਆ ਪਾਬੰਦੀ ਲਾਉਣੀ ਚਾਹੀਦੀ ਆ। ਠੀਕ ਹੈ, ਧੰਨਵਾਦ ਹੈ ਮਨਜੀਤ ਸਿੰਘ ਜੀ ਤੁਹਾਡਾ ਗੱਲਬਾਤ ਦੇ ਲਈ, ਸ਼ੁਕਰੀਆ। ਤਾਂ ਜਿੱਥੇ ਐਸਪੈਕਟ ਹੈ ਇੱਕ ਦੂਸਰੇ ਪਾਸੇ ਈਸਾਈ ਭਾਈਚਾਰੇ ਦਾ ਕਿ ਇਹ ਲੀਗਲ ਹੈ ਔਰ ਕਾਨੂੰਨੀ ਤੌਰ ਤੇ ਕੋਈ ਵੀ ਆਪਣਾ ਧਰਮ ਪਰਿਵਰਤਨ ਕਰ ਸਕਦਾ ਹੈ, ਤਾਂ ਉੱਥੇ ਦੂਸਰੇ ਪਾਸੇ DSGMC ਦੇ ਧਰਮ ਪ੍ਰਚਾਰ ਕਮੇਟੀ ਦੇ ਜਿਹੜੇ ਮੈਂਬਰ ਨੇ, ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਮੰਗ ਕੀਤੀ ਗਈ ਹੈ ਸਾਡੇ ਵੱਲੋਂ CM ਤੋਂ ਕਿ ਇਸ ਤੇ ਰੋਕ ਲਗਾਈ ਜਾਵੇ। ਜਬਰੀ ਧਰਮ ਪਰਿਵਰਤਨ ਹੀ ਨਹੀਂ ਹੋਣਾ ਚਾਹੀਦਾ, ਧਰਮ ਪਰਿਵਰਤਨ ਤੇ ਰੋਕ ਜਿਹੜੀ ਹੈ ਉਹ ਲੱਗਣੀ ਚਾਹੀਦੀ ਹੈ। ਸੋ ਦੇਰ ਰਾਤ ਚਰਚ ਦੇ ਵਿੱਚ ਭੰਨਤੋੜ ਹੋਈ ਔਰ ਚਰਚ ਦੇ ਵਿੱਚ ਮੂਰਤੀਆਂ ਤੋੜੀਆਂ ਗਈਆਂ। ਤਾਂ ਪ੍ਰਭੂ ਯਿਸੂ ਤੇ ਮਾਂ ਮਰੀਅਮ ਦੀਆਂ ਮੂਰਤੀਆਂ ਜਿਹੜੀਆਂ ਨੇ ਉਹ ਤੋੜੀਆਂ ਗਈਆਂ ਨੇ। ਚਰਚ ਦੇ ਅੰਦਰ ਗੱਡੀ ਨੂੰ ਅੱਗ ਵੀ ਲਗਾ ਦਿੱਤੀ ਗਈ ਹੈ। ਤਾਂ ਇਹ ਸਾਰਾ ਮਾਮਲਾ ਤਰਨਤਾਰਨ ਦੇ ਪਿੰਡ ਥਰਕਪੁਰਾ ਤੋਂ ਸਾਹਮਣੇ ਆਇਆ, ਜਿਸ ਤੋਂ ਬਾਅਦ ਚਰਚਾ ਛਿੜਦੀ ਹੋਈ ਨਜ਼ਰ ਆ ਰਹੀ ਹੈ। ਤਾਂ ਜਿੱਥੇ ਇੱਕ ਪਾਸੇ ਈਸਾਈ ਭਾਈਚਾਰੇ ਦਾ ਕਹਿਣਾ ਹੈ ਕਿ ਇਹ ਬਿਆਨ ਜੋ ਦਿੱਤਾ ਗਿਆ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ, ਉਹ ਇਸ ਦਾ ਜ਼ਿੰਮੇਵਾਰ ਹੈਗੇ ਨੇ ਜਾਂ ਫਿਰ ਮਾਹੌਲ ਅਜਿਹਾ ਬਣਿਆ, ਸਿਰਜਿਆ ਗਿਆ ਜਿਸ ਤੋਂ ਬਾਅਦ ਅਜਿਹਾ ਹੋਇਆ। ਪਰ ਦੂਸਰੇ ਪਾਸੇ ਜੇਕਰ ਅਸੀਂ ਗੱਲ ਕੀਤੀ ਜਾਵੇ DSGMC ਦੀ, SGPC ਦੀ, ਯਾਨੀ ਕਿ ਬਾਕੀ ਹੋਰ ਦੂਸਰੇ ਪਾਸੇ ਸਿੱਖ ਭਾਈਚਾਰੇ ਦੀ, ਤਾਂ ਉਹਨਾਂ ਦਾ ਕਹਿਣਾ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਕੀਤਾ ਜਾ ਰਿਹਾ, ਜਬਰੀ ਧਰਮ ਪਰਿਵਰਤਨ ਕੀਤਾ ਜਾ ਰਿਹਾ, ਉਹ ਹੀ ਸਾਰੀ ਵਜ੍ਹਾ ਹੈ ਜੋ ਇਹ ਸਾਰਾ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ, ਫਿਰ ਜੋ ਇਹ ਘਟਨਾ ਪਿੰਡ ਥਰਕਪੁਰਾ ਦੇ ਵਿੱਚ ਵਾਪਰੀ ਹੈ।
ਤਾਂ ਕੈਥੋਲਿਕ ਚਰਚ ਹੈ ਜਿੱਥੇ ਕਿ ਭੰਨਤੋੜ ਕੀਤੀ ਗਈ ਹੈ ਔਰ ਇਹ ਮਸਲਾ ਉਸ ਵੇਲੇ ਸਾਹਮਣੇ ਆਉਂਦਾ ਹੈ ਜਦੋਂ ਨਿਹੰਗ ਸਿੰਘਾਂ ਦੇ ਵਿੱਚ ਔਰ ਦੂਸਰੇ ਪਾਸੇ ਈਸਾਈ ਭਾਈਚਾਰੇ ਦੇ ਵਿੱਚ ਨੋਕ-ਝੋਕ ਹੁੰਦੀ ਹੈ, ਝੜਪ ਹੁੰਦੀ ਹੈ। ਸੋ ਜਿਸ ਤੋਂ ਬਾਅਦ ਇਹ ਬਿਆਨ ਆਉਂਦਾ। ਹਾਲ ਹੀ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਮੇਂ-ਸਮੇਂ ਤੇ ਅਜਿਹਾ ਜ਼ਿਕਰ ਕਰਦੇ ਆਏ ਨੇ। ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਜਾਂਦਾ ਰਿਹਾ ਹੈ ਕਿ ਜਬਰੀ ਧਰਮ ਪਰਿਵਰਤਨ ਹੋ ਰਿਹਾ ਹੈ। ਮੌਕੇ ਤੇ ਜਦੋਂ ਵੀ ਕੋਈ ਸੰਬੋਧਨ ਉਹਨਾਂ ਦੇ ਵੱਲੋਂ ਸੰਗਤ ਨੂੰ ਕੀਤਾ ਜਾਂਦਾ ਤਾਂ ਉਸ ਦੇ ਵਿੱਚ ਬਹੁਤ ਵਾਰ ਜ਼ਿਕਰ ਹੁੰਦਾ ਰਿਹਾ ਕਿ ਜਬਰੀ ਧਰਮ ਪਰਿਵਰਤਨ ਹੋ ਰਿਹਾ ਹੈ, ਇਸ ਨੂੰ ਰੋਕ ਲਾਉਣੀ ਚਾਹੀਦੀ ਹੈ। ਖਾਸ ਤੌਰ ਤੇ ਉਹਨਾਂ ਦੇ ਵੱਲੋਂ ਜ਼ਿਕਰ ਵਾਰ-ਵਾਰ ਕੀਤਾ ਜਾਂਦਾ ਰਿਹਾ ਸਰਹੱਦੀ ਇਲਾਕੇ ਦਾ, ਤਾਂ ਹੁਣ ਵੀ ਇਹੀ ਜ਼ਿਕਰ ਹੋ ਰਿਹਾ ਹੈ। ਅੰਮ੍ਰਿਤਸਰ ਦਾ ਜ਼ਿਕਰ ਕੀਤਾ ਜਾਏ, ਤਰਨਤਾਰਨ ਦਾ, ਗੁਰਦਾਸਪੁਰ ਦਾ, ਇਹ ਸਾਰੇ ਸਰਹੱਦੀ ਇਲਾਕੇ ਨੇ ਕਿ ਇਸ ਦੇ ਵਿੱਚ ਜ਼ਿਆਦਾ ਸਮੱਸਿਆ ਵਧੀ ਹੋਈ ਹੈ ਔਰ ਇੱਥੋਂ ਤੱਕ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਉੱਥੇ ਲਾਲਚ ਦਿੱਤਾ ਜਾਂਦਾ ਹੈ। ਲਾਲਚ ਦੇ ਕੇ ਤਾਂ ਇਹ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ। ਐਸਐਸਪੀ ਮੌਕੇ ਤੇ ਪਹੁੰਚੇ ਨੇ ਜਿੱਥੇ ਘਟਨਾ ਵਾਪਰੀ ਹੈ। ਐਸਐਸਪੀ ਪਹੁੰਚੇ ਮੌਕੇ ਤੇ, ਉਹਨਾਂ ਦੇ ਵੱਲੋਂ ਜਾ ਕੇ ਦੌਰਾ ਕੀਤਾ ਗਿਆ ਹੈ। ਮੌਕਾ ਜਿਹੜਾ ਵੇਖਿਆ ਗਿਆ ਹੈ ਕਿ ਉੱਥੇ ਕੀ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ। ਦੱਸ ਦਈਏ ਕਿ ਸਭ ਤੋਂ ਪਹਿਲਾਂ ਨਿਊਜ਼ 18 ਪੰਜਾਬ ਦੇ ਵੱਲੋਂ ਤਸਵੀਰਾਂ ਦਿਖਾਈਆਂ ਗਈਆਂ। ਸਰ ਤੁਸੀਂ ਆਏ ਹੋ ਸਰ, ਕੀ ਕਹਿਣਾ ਚਾਹੁੰਦੇ ਸਰ? ਸਰ ਤੁਸੀਂ ਆਏ ਹੋ ਸਰ, ਕੀ ਕਹਿਣਾ ਚਾਹੁੰਦੇ ਸਰ? ਸਰ ਤੁਸੀਂ ਆਏ ਹੋ ਸਰ, ਕੀ ਕਹਿਣਾ ਚਾਹੁੰਦੇ ਸਰ? ਸਰ ਤੁਸੀਂ ਆਏ ਹੋ ਸਰ, ਕੀ ਕਹਿਣਾ ਚਾਹੁੰਦੇ ਸਰ? ਸਰ ਤੁਸੀਂ ਆਏ ਹੋ ਸਰ, ਕੀ ਕਹਿਣਾ ਚਾਹੁੰਦੇ ਸਰ? ਸਰ ਤੁਸੀਂ ਆਏ ਹੋ ਸਰ, ਕੀ ਕਹਿਣਾ ਚਾਹੁੰਦੇ ਸਰ? ਫਿਲਹਾਲ ਫੌਰੀ ਤੌਰ ਤੇ ਕੋਈ ਵੀ ਜਵਾਬ ਦੇਣਾ ਸਹੀ ਨਹੀਂ ਹੈ ਕਿਉਂਕਿ ਡੀਸੀ ਵੀ ਸਾਡੇ ਨਾਲ ਜੁੜੇ ਸੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਜਾਂਚ ਅਜੇ ਚੱਲ ਰਹੀ ਹੈ। ਸਰ ਤੁਸੀਂ ਆਏ ਹੋ ਸਰ, ਕੀ ਕਹਿਣਾ ਚਾਹੁੰਦੇ ਸਰ? ਸਰ ਤੁਸੀਂ ਆਏ ਹੋ ਸਰ, ਕੀ ਕਹਿਣਾ ਚਾਹੁੰਦੇ ਸਰ? ਸਰ ਤੁਸੀਂ ਆਏ ਹੋ ਸਰ, ਕੀ ਕਹਿਣਾ ਚਾਹੁੰਦੇ ਸਰ? ਸਰ ਤੁਸੀਂ ਆਏ ਹੋ ਸਰ, ਕੀ ਕਹਿਣਾ ਚਾਹੁੰਦੇ ਤਾਂ ਚਰਚ ਦੇ ਵਿੱਚ ਮੂਰਤੀਆਂ ਤੋੜੀਆਂ ਗਈਆਂ, ਖਾਸ ਤੌਰ ਤੇ ਕਹਿ ਲਈਏ ਕਿ ਬੇਅਦਬੀ ਕੀਤੀ ਗਈ ਹੈ। ਤਾਂ ਹੁਣ ਗੱਡੀ ਦੇ ਵਿੱਚ ਵੀ ਉੱਥੇ ਅੱਗ ਲਗਾ ਦਿੱਤੀ ਗਈ। ਸਾਰਾ ਮਾਮਲਾ ਸਾਹਮਣੇ ਆਇਆ। ਸੋ ਜਿਸ ਤੋਂ ਬਾਅਦ ਕਾਰਵਾਈ ਨੂੰ ਲੈ ਕੇ ਕਿਹਾ ਜਾ ਰਿਹਾ। ਤਾਂ ਸਿੱਧਾ ਚੱਲਦੇ ਹਾਂ ਤਰਨਤਾਰਨ। ਸਿਧਾਰਥ ਅਰੋੜਾ ਨੇ ਉੱਥੋਂ ਦੇ ਪੱਤਰਕਾਰ ਮੌਕੇ ਤੇ ਮੌਜੂਦ ਨੇ ਔਰ ਤਸਵੀਰ ਕੀ ਹੈ ਇਸ ਵੇਲੇ? ਹਾਲਾਂਕਿ ਅਸੀਂ ਵੇਖ ਪਾ ਰਹੇ ਹਾਂ ਪਿੱਛੇ ਧਰਨੇ ਜਿਹੀ ਕਹਿ ਸਕਦੇ ਹਾਂ ਕਿ ਸਾਨੂੰ ਸਥਿਤੀ ਨਜ਼ਰ ਆ ਰਹੀ ਹੈ। ਸਿਧਾਰਥ, ਜੇ ਗੱਲ ਕੀਤੀ ਜਾਵੇ ਤਾਂ ਇਸ ਵਕਤ ਜਿਹੜਾ ਪੱਟੀ ਮੋੜ ਤੇ ਮੌਜੂਦ ਆ। ਇਸ ਘਟਨਾ ਤੋਂ ਬਾਅਦ ਜਿਹੜਾ ਪ੍ਰੋਟੈਸਟ ਜਿਹੜਾ ਸ਼ੁਰੂ ਹੋ ਗਿਆ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਇਹ ਪ੍ਰੋਟੈਸਟ ਦੀਆਂ ਤਸਵੀਰਾਂ ਨੇ ਜਿੱਥੇ ਲੋਕ ਜਿਹੜੇ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਵਿੱਚੋਂ ਜਿਹੜੇ ਨੇ ਪਹੁੰਚਣਾ ਸ਼ੁਰੂ ਹੋ ਗਏ ਨੇ। ਉਹ ਸਟੇਜ ਜਿਹੜੀ ਲਗਾਈ ਗਈ ਹੈ ਜਿੱਥੇ ਜਿਹੜੀ ਹੈ ਅੱਜ ਜਿਹੜੀ ਇਹ ਘਟਨਾ ਵਾਪਰੀ ਹੈ ਉਸ ਤੋਂ ਬਾਅਦ ਜਿਹੜਾ ਪ੍ਰੋਟੈਸਟ ਸ਼ੁਰੂ ਕਰ ਦਿੱਤਾ ਗਿਆ। ਇਹਨਾਂ ਵੱਲੋਂ ਕਿਹਾ ਗਿਆ ਜਿੰਨੀ ਦੇਰ ਤੱਕ ਇਨਸਾਫ ਜਿਹੜਾ ਇਸ ਘਟਨਾ ਵਿੱਚ ਤੋਂ ਬਾਅਦ ਜਿਹੜਾ ਨਹੀਂ ਦਿਵਾਇਆ ਜਾਏਗਾ ਉਨੀ ਦੇਰ ਤੱਕ ਜਿਹੜਾ ਹੈ ਪ੍ਰੋਟੈਸਟ ਜਾਰੀ ਰਹੇਗਾ। ਸਾਡੇ ਨਾਲ ਇੱਥੇ ਗੱਲਬਾਤ ਕਰਨ ਲਈ ਵੀ ਜਿਹੜੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ। ਪ੍ਰੋਟੈਸਟ ਸ਼ੁਰੂ ਕੀਤਾ ਗਿਆ, ਕੀ ਘਟਨਾ ਹੋਈ ਸੀ, ਕਦੋਂ ਪਤਾ ਲੱਗਾ ਸੀ? ਇਹ ਤਕਰੀਬਨ ਰਾਤ 12:30 ਵਜੇ ਦੀ ਘਟਨਾ ਹੈ ਜਦੋਂ ਚਰਚ ਵਿੱਚ ਵੜ ਕੇ ਚਰਚ ਵਿੱਚ ਜੀਸਸ ਕ੍ਰਾਈਸਟ ਦੀ ਮੂਰਤੀ ਔਰ ਮਾਤਾ ਮਰੀਮ ਦੀ ਮੂਰਤੀ ਨੂੰ ਤੋੜਿਆ ਗਿਆ। ਚਰਚ ਵਿੱਚ ਬੇਅਦਬੀ ਕੀਤੀ ਗਈ। ਫਾਦਰ ਦੀ ਜਿਹੜੀ ਗੱਡੀ ਆ ਉਹਨੂੰ ਅੱਗ ਲਾਈ ਗਈ। ਇੱਥੋਂ ਤੱਕ ਕਿ ਉਹ ਜਿਹੜੇ ਬੰਦੇ ਆਏ ਸੀ ਉਹਨਾਂ ਕੋਲ ਵੈਪਨ ਸੀ, ਉਹਨਾਂ ਨੂੰ ਬੰਦਕ ਬਣਾ ਕੇ ਚਰਚ ਵਿੱਚ ਇਹ ਬੇਅਦਬੀ ਦੀ ਘਟਨਾ ਵਾਪਰੀ ਹੈ। ਜਦੋਂ ਵੀ ਸਵੇਰੇ ਸਾਰੇ ਮਸੀਹ ਭਾਈਚਾਰੇ ਨੂੰ ਪਤਾ ਲੱਗਾ ਤੇ ਸਾਰੇ ਇਸ ਕਰਕੇ ਇੱਥੇ ਇਕੱਠੇ ਹੋਏ ਆ ਔਰ ਇਹ ਧਰਨਾ ਤਦ ਤੱਕ ਜਾਰੀ ਰਹੇਗਾ ਜਦ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ। ਜੇ ਗੱਲ ਕੀਤੀ ਜਾਵੇ ਤਾਂ ਚਰਚ ਵਿੱਚ ਰਾਤ ਨੂੰ ਕੌਣ ਮੌਜੂਦ ਹੁੰਦਾ ਹੈ, ਕੁਝ ਪਤਾ ਇਹਦੇ ਬਾਰੇ? ਚਰਚ ਵਿੱਚ ਸਾਡੇ ਫਾਦਰ ਸਾਹਿਬ ਨੇ, ਫਾਦਰ ਨੇ, ਨਨਸ ਨੇ, ਸਿਸਟਰ ਨੇ, ਸਾਰੇ ਸੀ। ਪਰ ਇਹ ਬਹੁਤ ਦੁਖਦਾਈ ਘਟਨਾ ਵੀ ਇੱਕ ਚਰਚ ਵਿੱਚ ਇੱਕ ਬਹੁਤ ਧਾਰਮਿਕ ਸਥਾਨ ਤੇ ਇਹੋ ਜਿਹੀ ਘਟਨਾ ਵਾਪਰਦੀ ਹੈ। ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਦੋਸ਼ੀਆਂ ਨੂੰ ਜਲਦੀ ਤੋਂ ਗ੍ਰਿਫਤਾਰ ਕੀਤਾ ਜਾਵੇ। ਜਦੋਂ ਐਸਐਸਪੀ ਸਾਹਿਬ ਮੌਕੇ ਤੇ ਪਹੁੰਚਦੇ ਨੇ ਕੀ ਗੱਲਬਾਤ ਹੁੰਦੀ ਹੈ, ਤੁਹਾਨੂੰ ਕੀ ਉਹਨਾਂ ਨੇ ਗੱਲਬਾਤ ਦੱਸੀ ਹੈ? ਕਿਉਂਕਿ ਹਾਲੇ ਤੱਕ ਮੀਡੀਆ ਦੇ ਸਾਹਮਣੇ ਜਿਹੜੀ ਆ ਪੁਲਿਸ ਵੱਲੋਂ ਕੋਈ ਪੱਖ ਜਿਹੜਾ ਪਹਿਲਾਂ ਸਾਹਮਣੇ ਨਹੀਂ ਆਇਆ। ਐਸਐਸਪੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਜਲਦੀ ਮੈਂ ਇਹਨੂੰ ਕਵਰ ਕੀਤਾ, ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਵੇ। ਪਰ ਹੁਣ ਤੱਕ ਜਦੋਂ ਧਰਨਾ ਲੱਗਾ ਪੁਲਿਸ ਦਾ ਕੋਈ ਵੀ ਨੁਮਾਇੰਦਾ ਸਾਡੇ ਕੋਲ ਨਹੀਂ ਪਹੁੰਚਿਆ।
ਇਹ ਧਰਨਾ ਕਦੋਂ ਤੱਕ ਜਾਰੀ ਰਹੇਗਾ ਜਿਹੜਾ ਧਰਨਾ ਇਹ ਧਰਨਾ ਤਦ ਤੱਕ ਜਾਰੀ ਰਹੇਗਾ ਜਦ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ। ਇੱਕ ਗੱਲ ਆਪਾਂ ਹੋਰ ਜਾਨਣਾ ਚਾਹਾਂਗੇ, ਫਿਲਹਾਲ ਜਿਹੜੇ ਸੀਸੀਟੀਵੀ ਵਿੱਚ 2 ਬੰਦੇ ਸਾਹਮਣੇ ਆਉਂਦੇ ਨੇ, ਹੋਰ ਕਿੰਨੇ ਬੰਦੇ ਹੋ ਸਕਦੇ ਨੇ? ਕੀ ਕੋਈ ਹੋਰ ਪਹਿਲੂ ਮਿਲਿਆ ਉੱਥੇ? ਤਕਰੀਬਨ 3 ਤੋਂ 4 ਬੰਦੇ ਹੋ ਸਕਦੇ ਆ, ਕਿਉਂਕਿ ਉਹਨਾਂ ਨੂੰ ਪਹਿਲਾਂ ਸਿਕਿਉਰਿਟੀ ਗਾਰਡ ਨੂੰ ਬੰਦਕ ਬਣਾਇਆ ਗਿਆ, ਕੁਝ ਬੰਦੇ ਬਾਹਰ ਵੀ ਸੀ। ਤਕਰੀਬਨ 3 ਤੋਂ 4 ਬੰਦੇ ਹੋ ਸਕਦੇ ਆ। ਸਿਕਿਉਰਿਟੀ ਗਾਰਡ ਨੇ ਕੁਝ ਪਛਾਣਨ ਦੀ ਕੋਸ਼ਿਸ਼ ਕੀਤੀ? ਹਾਲੀ ਫਿਲਹਾਲ ਕਲੀਅਰ ਨਹੀਂ ਹੋ ਸਕਿਆ, ਫਿਲਹਾਲ ਕਲੀਅਰ ਨਹੀਂ ਹੋ ਸਕਿਆ। ਬਿਲਕੁਲ ਮੈਂ ਤੁਹਾਨੂੰ ਦੱਸਣਾ, ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਤੋਂ ਕੱਲ ਜਿਹੜਾ ਬਿਆਨ ਦਿੱਤਾ ਸੀ, ਉਸ ਤੋਂ ਬਾਅਦ ਇਹ ਘਟਨਾ ਵਾਪਰੀ ਆ। ਮਸੀਹ ਭਾਈਚਾਰੇ ਤੇ ਅਟੈਕ ਹੋ ਰਿਹਾ, ਮਸੀਹ ਭਾਈਚਾਰੇ ਤੇ ਅਟੈਕ ਹੋ ਰਹੇ ਆ। ਕੋਈ ਅਸੀਂ ਜਬਰੀ ਧਰਮ ਪਰਿਵਰਤਨ ਨਹੀਂ ਕਰਾਉਂਦੇ, ਅਸੀਂ ਕਿਸੇ ਨੂੰ ਫੋਰਸ ਨਹੀਂ ਕਰਦੇ ਵੀ ਤੁਸੀਂ ਚਰਚ ਆਓ। ਆਪ ਆਉਂਦੇ, ਆਪਣੀਆਂ ਜ਼ਰੂਰਤਾਂ ਨੂੰ ਆਉਂਦੇ ਆ। ਪਰ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਰਾਤੀ ਸਟੇਟਮੈਂਟ ਦਿੱਤੀ ਕੱਲ, ਉਸ ਤੋਂ ਬਾਅਦ ਇਹ ਘਟਨਾ ਵਾਪਰੀ ਆ ਤੇ ਸਾਨੂੰ ਖਦਸ਼ਾ ਹੈ ਵੀ ਹੋਰ ਵੀ ਸਥਾਨਾਂ ਤੇ ਘਟਨਾ ਵਾਪਰ ਸਕਦੀ ਆ। ਪ੍ਰਸ਼ਾਸਨ ਤੋਂ ਮੰਗ ਕਰਦੇ ਆ ਸਾਡੀ ਚਰਚਾਂ ਦੀ ਸੁਰੱਖਿਆ ਵਧਾਈ ਜਾਵੇ। ਕਿ ਸੁਰੱਖਿਆ ਵਧਾਈ ਜਾਵੇ, ਸਥਾਨਾਂ ਦੇ ਉੱਪਰ ਸਿਕਿਉਰਿਟੀ ਲਗਾਈ ਜਾਵੇ, ਉਸ ਨੂੰ ਲੈ ਕੇ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਲਿਖਿਆ ਜਾਊਗਾ। ਬਿਲਕੁਲ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਐਸਐਸਪੀ ਸਾਹਿਬ ਨਾਲ ਗੱਲ ਹੋ ਚੁੱਕੀ ਆ। ਸਾਡਾ ਡੈਪੂਟੇਸ਼ਨ ਸਾਰੇ ਅਧਿਕਾਰੀਆਂ ਨੂੰ ਮਿਲੇਗਾ। ਜ਼ਿਲ੍ਹੇ ਵਾਈਜ਼ ਸਾਰੇ ਅਸੀਂ ਕਾਲ ਕਰਤੀ ਆ ਵੀ ਆਪੋ ਆਪਣੇ ਜ਼ਿਲ੍ਹੇ ਦੇ ਵਿੱਚ ਮੰਗ ਪੱਤਰ ਦਿੱਤੇ ਜਾਣ, ਕਿਉਂਕਿ ਸਾਨੂੰ ਖਦਸ਼ਾ ਹੈ ਕਿ ਜਿਹੜਾ ਅੱਜ ਅਟੈਕ ਹੋਇਆ ਵਾ ਸਾਡੀ ਕਮਿਊਨਿਟੀ ਤੇ ਅਟੈਕ ਹੋ ਸਕਦੇ ਆ। ਬਿਲਕੁਲ ਤਸਵੀਰਾਂ ਨਿਊਜ਼ 18 ਦੇ ਤਸਵੀਰ ਤੇ ਆਪਾਂ ਦਿਖਾ ਸਕਦੇ ਹਾਂ ਕਿ ਤਸਵੀਰਾਂ ਪ੍ਰੋਟੈਸਟ ਜਿਹੜਾ ਹੈ ਲਗਾਤਾਰ ਚੱਲ ਰਿਹਾ ਹੈ, ਜਿੱਥੇ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ। ਜੇ ਗੱਲ ਕੀਤੀ ਜਾਵੇ ਤਾਂ ਇਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇਰ ਤੱਕ ਜਿਹੜਾ ਹੈ ਪ੍ਰੋਟੈਸਟ ਖਤਮ ਨਹੀਂ ਕੀਤਾ ਜਾਵੇਗਾ ਜਿੰਨੀ ਦੇਰ ਤੱਕ ਇਨਸਾਫ ਨਹੀਂ ਦਿਵਾਇਆ ਜਾਏਗਾ। ਫਿਲਹਾਲ ਇਹ ਮੌਕੇ ਦੀਆਂ ਤਸਵੀਰਾਂ ਨੇ, ਪੱਟੀ ਮੋੜ ਦੇ ਉੱਪਰ ਜਿਹੜਾ ਧਰਨਾ ਲਗਾਇਆ ਗਿਆ ਹੈ। ਘਟਨਾ ਸਥਲ ਦੀ ਗੱਲ ਕੀਤੀ ਜਾਵੇ ਤਾਂ ਕੁਝ ਹੀ ਦੂਰੀ ਤੇ ਜਿਹੜੀ ਇੱਥੇ ਚਰਚ ਸਥਿਤ ਹੈ, ਜਿੱਥੇ ਇਹ ਘਟਨਾ ਸਾਰੀ ਵਾਪਰੀ ਹੈ। ਬਕਾਇਦਾ ਜਿਹੜੀ ਹੈ ਸਟੇਜ ਲਗਾ ਕੇ ਜਿਹੜਾ ਹੈ ਇਸ ਤੇ ਜਿਹੜਾ ਹੈ ਜਿਹੜੀ ਗੱਲ ਕੀਤੀ ਜਾਵੇ ਤਾਂ ਪ੍ਰਦਰਸ਼ਨ ਜਿਹੜਾ ਹੈ ਇੱਥੇ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਇੱਥੇ ਜਿਹੜੀਆਂ ਨੇ ਬੀਬੀਆਂ ਵੀ ਜਿਹੜੀਆਂ ਮੌਜੂਦ ਨੇ, ਉਹ ਸਾਹਮਣੇ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਚੌਂਕ ਜਿਹੜਾ ਹੈ ਬੰਦ ਕਰ ਦਿੱਤਾ ਗਿਆ ਹੈ ਤੇ ਇਹਨਾਂ ਦਾ ਕਹਿਣਾ ਕਿ ਉਨੀ ਦੇਰ ਤੱਕ ਇਹ ਜਿਹੜਾ ਧਰਨਾ ਹੈ ਉਨੀ ਦੇਰ ਤੱਕ ਨਹੀਂ ਚੁੱਕਿਆ ਜਾਏਗਾ ਜਿੰਨੀ ਦੇਰ ਤੱਕ ਇਨਸਾਫ ਜਿਹੜਾ ਹੈ ਨਹੀਂ ਮਿਲਦਾ ਜੀ। ਸਿਧਾਰਥ, ਕੀ ਰੋਡ ਜਾਮ ਕਰ ਦਿੱਤਾ ਗਿਆ, ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਇਹ ਵੀ ਜਾਣਨਾ ਚਾਹਾਂਗੇ। ਤੇ ਦੂਸਰਾ, ਲੋਕਾਂ ਦੇ ਨਾਲ ਵੀ ਜ਼ਰੂਰ ਗੱਲਬਾਤ ਕਰੋ ਜਿਹੜੇ ਧਰਨੇ ਦੇ ਵਿੱਚ ਮੌਜੂਦ ਨੇ, ਉਹਨਾਂ ਦਾ ਕੀ ਕੁਝ ਕਹਿਣਾ ਹੈ? ਬਿਲਕੁਲ ਆਪਾਂ ਲੋਕਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਲੋਕ ਕੀ ਕਹਿਣਾ ਚਾਹੁੰਦੇ ਨੇ ਜਿਹੜੀ ਘਟਨਾ ਵਾਪਰੀ ਆ। ਵੀਰ ਜੀ, ਕਿੱਥੋਂ, ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ? ਤੇ ਖੇਮ ਕਰਨ ਤੋਂ। ਹਾਂਜੀ, ਤੇ ਕੀ ਸਮੇਂ ਤੋਂ ਜਿਹੜੀ ਘਟਨਾ ਜਿਹੜੀ ਹੈ ਇੱਥੇ ਵਾਪਰੀ? ਬਹੁਤ ਗਲਤ ਕੀਤਾ ਗਿਆ ਜਿਨ੍ਹਾਂ ਨੇ ਕੀਤਾ ਵਾ, ਇਹਨਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਹੈਗਾ। ਤੇ ਜੇ ਗੱਲ ਕੀਤੀ ਜਾਵੇ ਤਾਂ ਉੱਥੇ ਜਿਹੜੇ ਤੁਸੀਂ ਚਰਚ ਤੇ ਰੈਗੂਲਰ ਆਉਂਦੇ ਹੋਣੇ ਹੋ, ਉੱਥੇ ਕਿੰਨੇ ਕੁ ਜਿਹੜੇ ਲੋਕ ਜਿਹੜੇ ਰਾਤ ਨੂੰ ਰਹਿੰਦੇ ਨੇ ਜਾਂ ਕਿੰਨੀ ਕੁ ਸਿਕਿਉਰਿਟੀ ਹੁੰਦੀ ਹੈ? ਸਿਕਿਉਰਿਟੀ 1-2 ਜਣੇ ਹੁੰਦੇ ਆ, ਪਰ ਲੇਕਿਨ ਰਾਤੀ ਪਤਾ ਨਹੀਂ ਸੀ ਕਿ ਹੈ ਕਿ ਨਹੀਂ ਹੈ ਸੀਗੇ, ਲੇਕਿਨ ਇਹਨਾਂ ਨੇ ਬਹੁਤ ਗਲਤ ਕੀਤਾ ਨਾ। ਨਹੀਂ ਸੀ ਇਹ ਗੱਲ ਹੋ ਸਕਦੀ ਵੀਰੇ, ਪਰ ਆ ਜਿਹੜਾ ਕੰਮ ਕੀਤਾ ਗਲਤ ਕੀਤਾ, ਇਹਦੇ ਨਾਲ ਕਿਸੇ ਦੀ ਵਡਿਆਈ ਨਹੀਂ ਗਈ। ਇਹ ਗਲਤ ਆਪਣੇ ਆਪ ਨੂੰ ਆਪ ਸਾਬਿਤ ਕਰਦੇ ਜਿਹੜੇ ਕਰਕੇ ਗਏ। ਟੈਸਟ ਦੀ ਗੱਲ ਕਰੀਏ, ਕਦੋਂ ਤੱਕ ਜਾਰੀ ਰਹੇਗਾ ਪ੍ਰੋਟੈਸਟ? ਦੇਖੋ ਹੁਣ ਜਿੰਨਾ ਤੱਕ ਜਨਤਾ ਸਾਥ ਦੇਗੀ ਅਸੀਂ ਦਾਂਗੇ ਸਾਥ, ਜਦੋਂ ਲਾਸਟ ਤੱਕ ਬਹਿਣਾ ਪਏਗਾ। ਬਿਲਕੁਲ ਸਟੇਜ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਜੀ। ਸਟੇਜ ਤੇ ਜਿਹੜੀ ਹੈ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੀ ਹੈ। ਕਦੀ ਹਮਲਾ ਨਹੀਂ ਕੀਤਾ ਔਰ ਕਿਸੇ ਵੀ ਧਰਮ ਦੇ ਬਾਰੇ ਜਾ ਕੇ ਕਦੀ ਕਿਸੇ ਦੀ ਗਲਤ ਨਹੀਂ ਬੋਲਾ ਔਰ ਸਾਰਿਆਂ ਵਾਸਤੇ ਪ੍ਰਾਰਥਨਾ ਕਰਦੇ ਹਨ, ਸਾਰੇ ਏਕਤਾ ਦੇ ਵਿੱਚ ਲਿਆਉਂਦੇ ਹਨ ਔਰ ਸਾਰੇ ਸ਼ਾਂਤੀ ਵਾਸਤੇ ਪ੍ਰਾਰਥਨਾ ਕਰਦੇ ਹਨ। ਕਦੀ ਗਲਤ ਕੰਮ ਸਾਡੀ ਮਸੀਹ ਕੌਮ ਨੇ ਨਹੀਂ ਕੀਤਾ, ਪਰ ਅੱਜ ਸਾਨੂੰ ਪਤਾ ਲੱਗਣ ਹੈ ਕਿ ਸਾਡੇ ਧਰਮ ਨਾਇਕ ਇਹ ਘਟਨਾ ਦੇ ਨਾਲ ਸਾਨੂੰ ਸਾਰਿਆਂ ਨੂੰ ਮਹਿਸੂਸ ਹੋ ਗਿਆ, ਸਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਇਹ ਸਾਨੂੰ ਭੜਕਾਉਣਾ ਚਾਹੁੰਦੇ ਹਨ ਕਿ ਵੀ ਧਰਮਾਂ ਦੇ ਵਿਰੋਧ ਹੋ ਜਾਣ, ਇਹ ਵੀ ਧਰਮਾਂ ਦੇ ਤੈਅ ਕਰਨ। ਪਰ ਅਸੀਂ ਸਾਰੇ ਬੁੱਝ ਦਿਲ ਇਨਸਾਨ ਨਹੀਂ ਆ, ਅਸੀਂ ਸਾਰੇ ਇਸਾਂ ਦੇ ਲੋਕ ਨਹੀਂ ਆ ਕਿ ਅਸੀਂ ਵਿਰੋਧਤਾ ਕਰੀਏ, ਅਸੀਂ ਦੂਜੇ ਧਰਮਾਂ ਦੇ ਬਾਰੇ ਬੋਲੀਏ। ਸਾਨੂੰ ਸਾਡੇ ਧਰਮ ਦਾ ਜਿੰਨਾ ਵੀ ਗਲਤ ਕੰਮ ਕੀਤਾ ਹੈ ਉਹਨਾਂ ਨੂੰ ਤੇ ਲਿਆ ਕੇ ਸਜ਼ਾ ਦਿੱਤੀ ਜਾਣੀ ਚਾਹੀਦੀ ਆ ਔਰ ਸਾਡੇ ਧਰਮ ਨੂੰ ਇਨਸਾਫ ਦਿੱਤਾ ਜਾਣਾ ਚਾਹੀਦਾ ਹੈ। ਔਰ ਮੇਰੇ ਬਹੁਤ ਸਾਰੇ ਸੱਜਣ ਭੈਣ ਭਰਾ ਇੱਥੇ ਪਹੁੰਚੇ ਹਨ ਜਿਨ੍ਹਾਂ ਨੇ ਹੋਰ ਵੀ ਬੋਲਣਾ ਹੈ, ਜੋ ਉਹਨਾਂ ਦੇ ਦਿਲ ਦੇ ਵਿੱਚ ਦਰਦ ਹੈ, ਉਹਨਾਂ ਨੇ ਹੋਰ ਵੀ ਕਈ ਗੱਲਾਂ ਬੋਲਣੀਆਂ ਹਨ। ਤੇ ਮੇਰੀ ਬੇਨਤੀ ਆ ਕਿ ਮੈਂ ਸਾਰਿਆਂ ਨੂੰ ਇਹਨਾਂ ਸ਼ਬਦਾਂ ਦੇ ਵਿੱਚ ਇੱਕ ਪ੍ਰਭੂ ਯਿਸੂ ਮਸੀਹ ਦੇ ਨਾਂ ਤੇ ਫਤਿਹ ਬੁਲਾਉਂਦੇ ਹੋਏ, ਪ੍ਰਭੂ ਦੇ ਨਾਂ ਦੀ ਮਹਿਮਾ ਕਰਦੇ ਹੋਏ ਜ਼ੋਰ ਦੇ ਨਾਲ ਨਾਰਾ ਮਾਰਾਂਗੇ, ਹਾਲੇਲੂਇਆ। ਧੰਨਵਾਦ।
ਇਹ ਸਨ ਸਾਡੇ ਮਿਸਟਰ ਗਿੱਲ ਜੀ। ਹੁਣ ਮੈਂ ਬੁਲਾਉਣਾ ਚਾਹੁੰਦਾ ਹਾਂ ਸਿਧਾਰਥ ਜੀ ਲਗਾਤਾਰ ਦੇਖ ਰਹੇ ਹਾਂ, ਪਰ ਇਹ ਵੀ ਨਾਲ ਜਾਣਕਾਰੀ ਜਿਹੜੀ ਹੈ ਉਹ ਚਾਹੁੰਦੇ ਆ ਕਿ ਇਸ ਵੇਲੇ ਕੀ ਕੁਝ ਸਥਿਤੀ ਹੈ ਉੱਥੇ ਚਰਚ ਦੇ ਵਿੱਚ, ਤੇ ਤੁਸੀਂ ਗੱਲਬਾਤ ਵੀ ਕਰ ਰਹੇ ਹੋ ਜੀ। ਵਿਕਟਰ ਜੀ, ਤੁਹਾਨੂੰ ਕਦੋਂ ਇਸ ਘਟਨਾ ਦਾ ਪਤਾ ਲੱਗਾ ਤੇ ਕੀ ਗੱਲ ਹੋਈ ਸੀ? ਸਾਨੂੰ ਸਵੇਰੇ 6 ਵਜੇ ਮੈਸੇਜ ਆ ਗਿਆ ਸੀ ਕਿ ਸਾਡੇ ਚਰਚ ਦੇ ਵਿੱਚ ਬਹੁਤ ਮੰਦਭਾਗਿਆ ਇੱਕ ਘਟਨਾ ਵਾਪਰੀ ਹੈ। ਜਦੋਂ ਸਾਨੂੰ WhatsApp ਤੇ ਆਇਆ ਮੈਸੇਜ ਪਹੁੰਚਿਆ, ਸਾਨੂੰ ਬਹੁਤ ਰੋਣ ਆਇਆ। ਅਸੀਂ ਹਰ ਜਗ੍ਹਾ ਦੇ ਉੱਤੇ ਰੋਏ ਆ, ਜਿੰਨੇ ਵੀ ਆਗੂ ਆ, ਕਿਉਂਕਿ ਅਸੀਂ ਹਮੇਸ਼ਾ ਪ੍ਰਾਰਥਨਾ ਕਰਦੇ ਹਾਂ ਸਾਰੇ ਦੇਸ਼ਾਂ ਵਾਸਤੇ, ਸਾਰੇ ਲੋਕਾਂ ਲਈ, ਪੰਜਾਬ ਦੇ ਵਾਸਤੇ। ਪਰ ਸਾਡਾ ਹੀ ਇੱਕ ਦਰਦਨਾਕ ਸਾਨੂੰ ਸੁਣਾ ਕੇ ਸਾਨੂੰ ਘਟਨਾ ਇਹੋ ਜਿਹੀ ਮੁਸੀਬਤ ਵਿੱਚ ਪਾ ਕੇ, ਜਿਨ੍ਹਾਂ ਨੇ ਕਦੀ ਅਸੀਂ ਮਾੜਾ ਨਹੀਂ ਕੀਤਾ। ਅਸੀਂ ਕਿਸੇ ਦੇ ਧਰਮ ਦੇ ਵਿਰੁੱਧ ਜਾਂ ਕਿਸੇ ਦੇ ਬਾਰੇ ਕਦੀ ਵੀ ਕੈਥੋਲਿਕ ਕਲੀਸਿਆ ਨਹੀਂ ਬੋਲਦੀ। ਅਸੀਂ ਸ਼ਾਂਤੀ ਮਾਹੌਲ ਰਹਿੰਦੇ ਹਾਂ ਔਰ ਸਾਰਿਆਂ ਲਈ ਪ੍ਰਾਰਥਨਾ ਕਰਦੇ ਹਾਂ। ਪਰ ਇਹਨਾਂ ਨੇ ਸਾਨੂੰ ਭੜਕਾਉਣ ਵਾਸਤੇ ਗਲਤ ਇਹਨਾਂ ਨੇ ਸੋਚੀ। ਜਿਹੜੇ ਵੀ ਦੋਸ਼ੀ ਲੋਕ ਹਨ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਉਹ ਤੇ ਜਲਦ ਤੋਂ ਜਲਦੀ ਉਹਨਾਂ ਤੇ ਐਕਸ਼ਨ ਲੈਣਾ ਚਾਹੀਦਾ। ਘਟਨਾ ਜਿਹੜੀ ਹੈ ਕਾਫੀ ਮੰਦਭਾਗੀ ਨਜ਼ਰ ਆ ਰਹੀ ਹੈ। ਕਿੰਨੇ ਲੋਕ ਸਮਝਦੇ ਹੋ ਜਿਹੜੇ ਸੀਸੀਟੀਵੀ ਦੇ ਵਿੱਚ ਘਲਾੜੀਆਂ ਵੀ ਉਹਨਾਂ ਕੋਲ ਸੀ, ਗੱਡੀ ਵੀ ਸਾੜੀ ਗਈ ਹੈ, ਕੀ ਸਮਝਦੇ ਹੋ? ਕਿਸ ਤਰ੍ਹਾਂ ਦੇਖਦੇ ਹੋ ਇਸ ਘਟਨਾ ਨੂੰ? ਕਿੰਨੇ ਲੋਕ ਹੋ ਸਕਦੇ ਨੇ, ਕਿਉਂਕਿ ਸੀਸੀਟੀਵੀ ਵਿੱਚ ਸਿਰਫ 2 ਲੋਕ ਦਿਖਾਈ ਦੇ। ਮੇਰੇ ਬ੍ਰਦਰ, ਇਹਦੇ ਵਿੱਚ ਬੇਸ਼ੱਕ ਕੈਮਰੇ ਦੇ ਵਿੱਚ ਥੋੜੇ ਲੋਕ ਆ ਰਹੇ ਨੇ, ਪਰ ਜਦੋਂ ਵੀ ਕਿਸੇ ਨੇ ਗਲਤ ਇੰਜਾਮ ਦੇਣਾ ਉਹਦੇ ਮੰਗਰ ਗੈਂਗ ਪੂਰੀ ਹੁੰਦੀ ਹੈ। ਉਹਨਾਂ ਦੇ ਮੰਗਰ ਪਿੱਛੇ ਹੋਰ ਲੋਕ ਹੁੰਦੇ ਆ ਜਿਹੜੇ ਥੋੜੇ ਲੋਕਾਂ ਨੂੰ ਗਾੜੀ ਘੱਲਦੇ ਆ ਅਤੇ ਕਹਿੰਦੇ ਤੁਸੀਂ ਕਰੋ ਤਾਂ ਅਸੀਂ ਤੁਹਾਡੇ ਮੰਗਰ ਆ। ਪਰ ਇਹ ਕਰਨ ਸਾਨੂੰ ਪਤਾ ਕਿ 2-3 ਬੰਦੇ ਦਾ ਕੰਮ ਨਹੀਂ ਹੈ। ਇਹ ਤਾਂ ਦੂਜੇ ਕਈ ਲੋਕਾਂ ਦਾ ਕੰਮ ਹੈ ਨਾ, ਜਿਨ੍ਹਾਂ ਨੇ ਪਿੱਛੇ ਸਾਈਡ ਲਾ ਕੇ ਉਹਨਾਂ ਨੂੰ ਗਾੜੀ ਭੇਜਦਾ। ਸਾਨੂੰ ਪਤਾ ਲੱਗਾ ਕਿ ਇਹ ਦਲੇਰੀ ਦਾ ਕੰਮ ਆ, ਇਕੱਲੇ ਬੰਦੇ ਦਾ ਕੰਮ ਨਹੀਂ। ਹੋਰ ਵੀ ਕਈ ਲੋਕ ਉਹਨਾਂ ਦੇ ਨਾਲ ਹੋਣਗੇ ਜਿਨ੍ਹਾਂ ਨੇ ਕੰਮ ਕੀਤਾ। ਬਿਲਕੁਲ ਇਹ ਸਾਨੂੰ ਵਿਕਟਰ ਜੀ ਵੱਲੋਂ ਕਿਹਾ ਗਿਆ ਕਿ ਜਿਹੜੇ ਸ਼ਰਾਰਤੀ ਅਨਸਰਾਂ ਵਾਲਾ ਜਿਹੜਾ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ। ਹਾਲਾਂਕਿ ਇਸ ਦੇ ਪਿੱਛੇ ਹੋਰ ਵੀ ਲੋਕ ਜਿਹੜੇ ਨੇ ਉਹ ਹੋ ਸਕਦੇ ਨੇ ਜੀ। ਬਿਲਕੁਲ ਤਸਵੀਰਾਂ ਤੁਸੀਂ ਲਗਾਤਾਰ ਦਿਖਾਉਂਦੇ ਰਹੋ ਸਿਧਾਰਥ, ਅਸੀਂ ਵੇਖ ਪਾ ਰਹੇ ਹਾਂ ਔਰ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਕਿ ਇਹ ਧਰਨਾ ਜਿਹੜਾ ਇੱਥੇ ਲੱਗ ਚੁੱਕਿਆ ਹੈ ਔਰ ਵੱਡੀ ਤਾਦਾਦ ਇੱਥੇ ਨਜ਼ਰ ਆ ਰਹੀ ਹੈ ਮਸੀਹ ਭਾਈਚਾਰੇ ਦੀ। ਤਾਂ ਇਹਨਾਂ ਦਾ ਇਲਜ਼ਾਮ ਹੈ ਕਿ ਕਿਉਂ ਅਜਿਹਾ ਕੀਤਾ ਗਿਆ। ਸਿੱਧੇ ਤੌਰ ਤੇ ਜੋ ਘਟਨਾ ਸਾਹਮਣੇ ਆਈ ਹੈ ਉਸ ਤੋਂ ਬਾਅਦ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ ਔਰ ਗੁੱਸਾ ਜਿਹੜਾ ਹੈ ਉਹ ਸੜਕਾਂ ਤੇ ਵੀ ਹੁਣ ਨਜ਼ਰ ਆ ਰਿਹਾ ਹੈ। ਸੜਕਾਂ ਪ੍ਰਦਰਸ਼ਨਕਾਰੀ ਮੌਜੂਦ ਨੇ, ਈਸਾਈ ਭਾਈਚਾਰਾ ਮੌਜੂਦ ਹੈ। ਤਾਂ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਦੋਂ ਤੱਕ ਦੋਸ਼ੀ ਨਹੀਂ ਫੜੇ ਜਾਂਦੇ ਉਦੋਂ ਤੱਕ ਸਾਡੇ ਵੱਲੋਂ ਇਹ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ। ਉਹਨਾਂ ਦਾ ਕਹਿਣਾ ਹੈ ਕਿ ਜਾਣਬੁੱਝ ਕੇ ਕੀਤਾ ਗਿਆ ਕਾਰਾ, ਜਿਨ੍ਹਾਂ ਦੇ ਵੱਲੋਂ ਵੀ ਕੀਤਾ ਗਿਆ। ਤਾਂ ਉਹਨਾਂ ਦੇ ਪਿੱਛੇ ਬਹੁਤ ਸਾਰੇ ਲੋਕ ਨੇ, ਸਿਰਫ 2 ਭਾਵੇਂ ਤਸਵੀਰਾਂ ਦੇ ਵਿੱਚ ਸਾਨੂੰ ਨਜ਼ਰ ਆ ਰਹੇ ਹੁਣ ਤਾਂ ਰੋਸ ਵੇਖਣ ਨੂੰ ਮਿਲ ਰਿਹਾ, ਵੱਡਾ ਰੋਸ ਵੇਖਣ ਨੂੰ ਮਿਲ ਰਿਹਾ। ਉਹਨਾਂ ਦਾ ਕਹਿਣਾ ਹੈ ਕਿ ਜੋ ਸਾਡੇ ਤੇ ਇਲਜ਼ਾਮਾਤ ਲੱਗ ਰਹੇ ਨੇ ਜਬਰੀ ਧਰਮ ਪਰਿਵਰਤਨ ਅਜਿਹਾ ਕੁਝ ਨਹੀਂ ਹੈ। ਸਾਡੇ ਕੋਲ ਖੁਦ ਲੋਕ ਚੱਲ ਕੇ ਆਉਂਦੇ ਨੇ, ਅਸੀਂ ਕਿਸੇ ਨੂੰ ਜਬਰੀ ਨਹੀਂ ਲੈ ਕੇ ਆਉਂਦੇ। ਪਰ ਦੂਸਰੇ ਪਾਸੇ ਜੋ ਬਿਆਨ ਸਾਹਮਣੇ ਆਇਆ ਜਥੇਦਾਰ ਅਕਾਲ ਤਖਤ ਸਾਹਿਬ ਦਾ, ਤਾਂ ਉਹਨਾਂ ਦਾ ਬਿਆਨ ਇਹੀ ਸੀ ਕਿ ਕੇਂਦਰ ਦਖਲਅੰਦਾਜ਼ੀ ਕਰੇ ਕਿਉਂਕਿ ਜ਼ਿਆਦਾ ਹਾਲਾਤ ਇਸ ਵੇਲੇ ਖਰਾਬ ਹੋ ਰਹੇ ਨੇ, ਖਾਸ ਤੌਰ ਤੇ ਸਰਹੱਦੀ ਇਲਾਕਿਆਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਉੱਥੇ ਜਬਰੀ ਧਰਮ ਪਰਿਵਰਤਨ ਕਰਾਇਆ ਜਾ ਰਿਹਾ ਹੈ। ਇਹ ਬਿਆਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਸਾਹਮਣੇ ਆਇਆ ਸੀ। ਤਾਂ ਉਹ ਬਿਆਨ ਵੀ ਜ਼ਰੂਰ ਤੁਹਾਨੂੰ ਸੁਣਾਵਾਂਗੇ ਆਖਿਰਕਾਰ ਉਹ ਕੀ ਬਿਆਨ ਸੀ, ਜਿਸ ਤੋਂ ਬਾਅਦ ਚਰਚਾ ਵੀ ਛਿੜੀ ਹੈ। ਪਰ ਉਸ ਤੋਂ ਪਹਿਲਾਂ ਵੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਮੇਂ-ਸਮੇਂ ਤੇ ਜ਼ਿਕਰ ਕਰਦੇ ਆਏ ਨੇ ਔਰ ਖਾਸ ਤੌਰ ਤੇ ਜੋ ਇੱਕ ਝੜਪ ਵੀ ਸਾਹਮਣੇ ਆਈ ਨਿਹੰਗ ਸਿੰਘਾਂ ਦੇ ਵਿਚਕਾਰ, ਤਾਂ ਉਸ ਨੂੰ ਲੈ ਕੇ ਵੀ ਬਾਅਦ ਦੇ ਵਿੱਚ ਇਹ ਚਰਚਾ ਛਿੜੀ ਸੀ। ਉਸ ਨੂੰ ਲੈ ਕੇ ਵੀ ਸਵਾਲ ਉੱਠਣੇ ਸ਼ੁਰੂ ਹੋਏ ਸਨ। ਪਰ ਹਾਲ ਹੀ ਦੀ ਜੋ ਤਾਜ਼ਾ ਘਟਨਾ ਇਹ ਵਾਪਰੀ ਹੈ, ਇਹ ਬੀਤੀ ਰਾਤ ਦੀ ਘਟਨਾ ਵਾਪਰੀ ਹੈ, ਮੰਦਭਾਗੀ ਘਟਨਾ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਮਰੀਮ ਔਰ ਯਿਸੂ ਦੀਆਂ ਮੂਰਤੀਆਂ ਨੂੰ ਤੋੜਾ ਗਿਆ ਤਾਂ ਉਸ ਤੋਂ ਬਾਅਦ ਹੁਣ ਇਹ ਈਸਾਈ ਭਾਈਚਾਰਾ ਸੜਕਾਂ ਤੇ ਆ ਚੁੱਕਿਆ, ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸਿਧਾਰਥ ਸਾਨੂੰ ਤਸਵੀਰਾਂ ਦਿਖਾ ਰਹੇ ਸਨ। ਸਿਧਾਰਥ ਸ਼ੁਕਰੀਆ तमाम तस्वीरां दिखाने के लिए और गलबात के लिए। तो उत्थे मसीह भाईचारा इकट्ठा होया तो उन्होंने वालों सीधे तौर पर दस दईए कि यह रोस जिहड़ा है जाहिर किया जा रहा है। उत्थे रवनीत बिट्टू के वालों तरनतारन चर्च के भंनतोड़ की निंदा की गई है। दस कि धार्मिक स्थान को नुकसान पहुंचाने वाले एक शैतान ने कहा गया, एक शैतान किसी भी धार्मिक स्थान को निशाना नहीं बनाना चाहिए, यह भी कहा गया। बिट्टू ने SGPC ते भी निशाना साधिया है और धर्म परिवर्तन के पिछे SGPC की वड्डी नाकामी करार दिता है। बड़ा बयान मनिया जा सकता है जो रवनीत बिट्टू के वालों दिता गया है। लोग गुरुद्वारे का पैसा सांभण तक ही सीमित ने, यानी कि सिर्फ पैसा ही सांभिया जाता। उन्होंने वालों अजिहा किया गया या कह लीए कि गंभीर इल्जाम रवनीत बिट्टू के वालों लगाए जा रहे हैं। और जो भी होया तरनतारन दे विच उसनूं निंदा करते हुए इस घटना की नजर आए ने रवनीत बिट्टू और धार्मिक स्थान को नुकसान पहुंचाने वाले शैतान उन्होंने दस्या तो किसी भी धार्मिक स्थान को निशाना नहीं बनाना चाहिए। तो इस तो इलावा
ਐਸਜੀਪੀਸੀ ਤੇ ਵੀ ਉਹਨਾਂ ਨੇ ਨਿਸ਼ਾਨਾ ਸਾਧਿਆ। ਧਰਮ ਪਰਿਵਰਤਨ ਦੇ ਪਿੱਛੇ ਐਸਜੀਪੀਸੀ ਦੀ ਵੱਡੀ ਨਾਕਾਮੀ ਹੈ, ਇਹ ਬਿੱਟੂ ਨੇ ਕਿਹਾ। ਤੇ ਇਹ ਲੋਕ ਗੁਰਦੁਆਰੇ ਦਾ ਪੈਸਾ ਸਾਂਭਣ ਤੱਕ ਹੀ ਸੀਮਿਤ ਨੇ। ਅਜਿਹਾ ਬਿਆਨ ਰਵਨੀਤ ਬਿੱਟੂ ਦੇ ਵੱਲੋਂ ਦਿੱਤਾ ਗਿਆ। ਬਹੁਤ ਮਾੜੀ ਗੱਲ ਆ, ਬਹੁਤ ਮਾੜੀ ਗੱਲ ਆ। ਕਦੇ ਬੰਦਾ ਸੋਚ ਵੀ ਨਹੀਂ ਸਕਦਾ ਸੀ ਵੀ ਕਿਤੇ ਕੋਈ ਗੁਰੂ ਗ੍ਰੰਥ ਸਾਹਿਬ ਜੀ ਨਾਲ, ਕੋਈ ਬਾਈਬਲ ਨਾਲ, ਕੋਈ ਗੀਤਾ ਜੀ ਨਾਲ। ਮੈਂ ਹੈਰਾਨ ਆ, ਇਹ ਬੰਦੇ ਕੈਸੇ ਪੈਦਾ ਹੋ ਗਏ? ਬੰਦੇ ਥੋੜੀ ਨੇ ਤੇ ਭੇੜੀਏ ਸ਼ੈਤਾਨ ਨੇ। ਇਸ ਕਰਕੇ ਇਹ ਕੰਮ ਰੱਬ ਦੇ ਵਾਸਤੇ ਪੰਜਾਬ 'ਚ ਨਾ ਕਰੋ। ਇਸ ਕਰਕੇ ਬਾਰਡਰ ਸਟੇਟ ਆ, ਇਹੋ ਜਿਹਾ ਜੇ ਭਾਈਚਾਰਕ ਸਾਂਝ ਜਿਹੜੀ ਖਰਾਬ ਕਰੋਗੇ ਬਹੁਤ ਆਪਾਂ ਨੂੰ ਮਹਿੰਗੀ ਪਊ। ਇਸ ਕਰਕੇ ਆਪਾਂ ਆਪਣੇ ਆਪ ਨੂੰ, ਆਪਣੇ ਬੱਚਿਆਂ ਨੂੰ ਸੁਰੱਖਿਅਤ ਕਰਨ ਲਈ ਜਿਹੜੇ ਵੀ ਇਹੋ ਜਿਹੇ ਐਲੀਮੈਂਟ ਨੇ ਉਹਨਾਂ ਨੂੰ ਫੜ ਕੇ ਆਪ ਕਾਨੂੰਨ ਦੇ ਹਵਾਲੇ ਕਰੋ, ਉਹਨਾਂ ਨੂੰ ਸਿਰ ਨਾ ਚੱਕਣ ਦਿਓ। ਨਹੀਂ, ਬਹੁਤ ਹਾਲਾਤ ਨੇ ਜਿਹੜੇ ਉਹ ਪੰਜਾਬ ਦੇ ਸੈਂਸਿਟਿਵ ਨੇ, ਮਾੜੇ। ਪਿਛਲੇ ਦਿਨਾਂ ਤੇ ਬੜੀ ਵੱਡੀ ਨਾਕਾਮੀ ਆ, ਮੈਂ ਕਹਿਣਾ ਨਹੀਂ ਚਾਹੁੰਦਾ ਅੱਜ ਦੇ ਦਿਨ ਤੇ ਐਸਜੀਪੀਸੀ ਦੀ। ਬਿਲਕੁਲ ਪ੍ਰਚਾਰ ਪ੍ਰਸਾਰ ਜਿਹੜਾ ਉਹ ਬੰਦ ਹੋਇਆ। ਸਿਰਫ ਗੁਰਦੁਆਰੇ ਸਾਂਭਣ ਤੱਕ, ਗੁਰਦੁਆਰਿਆਂ ਦਾ ਪੈਸਾ ਸਾਂਭਣ ਤੱਕ ਸਿਰ ਜਿਹੜੇ ਨੇ ਐਸਜੀਪੀਸੀ ਉਹ ਰਹਿ ਗਈ ਆ। ਕਿਉਂ ਕੋਈ ਜਾਊਗਾ? ਕਿਉਂ ਕੋਈ ਜਾਊਗਾ ਜੇ ਹਰ ਇੱਕ ਚੀਜ਼, ਹਰ ਕਿਸੇ ਦਾ ਵੀ ਕੋਈ ਧਰਮ ਆ, ਕਿਸੇ ਦਾ ਜੀ ਕਰਦਾ ਜਾਣ ਨੂੰ। ਇਹ ਸਾਡੀ ਨਲਾਇਕੀ ਆ, ਸਾਡੇ ਕਿਤੇ ਨਾ ਕਿਤੇ ਸੰਸਥਾਵਾਂ ਦੀ ਜਿਹੜੀ ਕਮੀ ਆ, ਜਿਹੜੀ ਕਿ ਆਉਣ ਵਾਲੇ ਦਿਨਾਂ 'ਚ ਇਹਨੂੰ ਹੁਣ ਵਿਚਾਰ ਕਰਨਗੇ। ਕਈ ਜਥੇਬੰਦੀਆਂ ਦਾ ਮੈਂ ਸਮਝਦਾ ਤੁਹਾਡੇ ਰਾਹੀਂ ਇਹ ਗੱਲਾਂ ਉੱਭਰੀਆਂ ਹੈ ਵੀ ਸਾਡੇ ਸੰਤ ਮਹਾਂਪੁਰਸ਼ ਜਿਹੜਾ ਲੈ ਕੇ ਸਿੱਖੀ ਦਾ ਪ੍ਰਚਾਰ ਵੱਲ ਚੱਲ ਰਹੇ ਆ, ਵੱਧ ਤੋਂ ਵੱਧ ਉਹਨਾਂ ਦੇ ਨਾਲ ਰਲ ਕੇ ਐਸਜੀਪੀਸੀ ਨੂੰ ਕੰਮ ਕਰਨਾ ਚਾਹੀਦਾ। ਅਲੱਗ-ਅਲੱਗ ਨਹੀਂ ਹੋ ਕੇ ਸੰਪਰਦਾਇਆਂ ਹੁਣ ਕੰਮ ਕਰ ਸਕਦੀਆਂ, ਇੱਕ ਹੁਣ। ਤਾਂ ਰਵਨੀਤ ਬਿੱਟੂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਤਾਂ ਸਿੱਧੇ ਤੌਰ ਤੇ ਸੰਸਥਾਵਾਂ ਨੂੰ ਵੀ ਜ਼ਿੰਮੇਵਾਰ ਠਹਿਰਾਉਂਦੇ ਹੋਏ ਨਜ਼ਰ ਆ ਰਹੇ ਨੇ। ਉਹਨਾਂ ਦਾ ਕਹਿਣਾ ਕਿ ਹੁਣ ਅੱਗੇ ਸੇਧ ਜਿਹੜੀ ਹੈ ਜ਼ਰੂਰ ਮਿਲ ਗਈ ਹੈ ਤਾਂ ਇਸ ਤੇ ਕਾਰਵਾਈ ਵੀ ਜਿਹੜੀ ਹੈ ਕੀਤੀ ਜਾਏਗੀ। ਤਾਂ ਨਿੰਦਾ ਵੀ ਕੀਤੀ ਉਹਨਾਂ ਨੇ ਘਟਨਾ ਦੀ, ਔਰ ਉਹਨਾਂ ਨੇ ਕਿਹਾ ਕਿ ਅਜਿਹੇ ਲੋਕ ਸ਼ੈਤਾਨ ਨੇ, ਅਜਿਹੇ ਲੋਕ ਸਹੀ ਨਹੀਂ ਹਨ ਜਿਨ੍ਹਾਂ ਦੇ ਵੱਲੋਂ ਕਿਸੇ ਵੀ ਧਰਮ ਦੀ ਬੇਅਦਬੀ ਕੀਤੀ ਜਾਂਦੀ ਹੈ। ਤਾਂ ਵੱਡਾ ਮਸਲਾ। ਇਸੇ ਵਿਚਕਾਰ ਇੱਕ ਹੋਰ ਵੱਡੀ ਖਬਰ, ਸੁਖਬੀਰ ਬਾਦਲ ਨੂੰ ਇੱਕ ਹੋਰ ਸੰਮਨ ਦਿੱਤਾ ਗਿਆ ਹੈ। ਕੋਟਕਪੂਰਾ ਤੋਂ ਬਾਅਦ ਬਹਿਬਲ ਕਲਾਂ ਗੋਲੀकांड ਦੇ ਵਿੱਚ ਸੰਮਨ ਦਿੱਤਾ ਗਿਆ ਹੈ। 6 ਸਤੰਬਰ ਨੂੰ ਐਸਆਈਟੀ ਦੇ ਅੱਗੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ। ਆਈਜੀ ਨੌ ਨਿਹਾਲ ਦੀ ਅਗਵਾਈ ਵਾਲੀ ਐਸਆਈਟੀ ਦੇ ਵੱਲੋਂ ਦੱਸਿਆ ਕਿ ਪੁੱਛਗਿੱਛ ਕੀਤੀ ਜਾਏਗੀ। ਇਸ ਤੋਂ ਪਹਿਲਾਂ ਕੋਟਕਪੂਰਾ ਗੋਲੀकांड ਦੇ ਵਿੱਚ ਵੀ ਤਲਬ ਕੀਤਾ ਗਿਆ। 14 ਸਤੰਬਰ ਨੂੰ ਦੱਸੀ ਕਿ ਕੋਟਕਪੂਰਾ ਗੋਲੀकांड ਦੇ ਵਿੱਚ ਪੁੱਛਗਿੱਛ ਦੇ ਲਈ ਬੁਲਾਇਆ ਗਿਆ। ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ। ਇਸ ਤੋਂ ਪਹਿਲਾਂ 30 ਅਗਸਤ ਦੇ ਲਈ ਸੰਮਨ ਦਿੱਤਾ ਗਿਆ ਸੀ ਕੋਟਕਪੂਰਾ ਗੋਲੀकांड ਦੇ ਵਿੱਚ, ਪਰ ਹੁਣ ਇਹ ਬਹਿਬਲ ਕਲਾਂ ਗੋਲੀकांड ਦੇ ਵਿੱਚ ਸੰਮਨ ਹੋਇਆ ਤਾਂ ਬੀਤੇ ਦਿਨ ਉਹ ਪੇਸ਼ ਨਹੀਂ ਹੋਏ ਸਨ। ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਅਗਲੀ ਤਾਰੀਖ ਦੇ ਦਿੱਤੀ ਜਾਏ, ਜਿਸ ਨੂੰ ਲੈ ਕੇ ਬਿਆਨਬਾਜ਼ੀਆਂ ਵੀ ਹੋਈਆਂ, ਇਲਜ਼ਾਮਾਤ ਵੀ ਲਗਾਏ ਗਏ। ਤਾਂ ਹੁਣ ਇਹ ਵੱਡੀ ਖਬਰ ਆ ਰਹੀ ਹੈ, ਸੁਖਬੀਰ ਬਾਦਲ ਨੂੰ ਇੱਕ ਹੋਰ ਸੰਮਨ ਜਾਰੀ ਹੋਇਆ। ਕੋਟਕਪੂਰਾ ਤੋਂ ਬਾਅਦ ਹੁਣ ਬਹਿਬਲ ਕਲਾਂ ਗੋਲੀकांड ਦੇ ਵਿੱਚ ਸੰਮਨ ਜਾਰੀ ਹੋਇਆ ਹੈ। 6 ਸਤੰਬਰ ਨੂੰ ਦੱਸੇ ਕਿ ਐਸਆਈਟੀ ਦੇ ਅੱਗੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ। ਆਈਜੀ ਨੌ ਨਿਹਾਲ ਨੇ, ਜਿਨ੍ਹਾਂ ਦੀ ਅਗਵਾਈ ਵਾਲੀ ਐਸਆਈਟੀ ਜਿਹੜੀ ਹੈ ਪੁੱਛਗਿੱਛ ਕਰੇਗੀ, ਸਵਾਲ ਜਵਾਬ ਕੀਤੇ ਜਾਣਗੇ। ਇਸ ਤੋਂ ਪਹਿਲਾਂ ਕੋਟਕਪੂਰਾ ਗੋਲੀकांड ਦੇ ਵਿੱਚ ਵੀ ਤਲਬ ਕੀਤਾ ਗਿਆ ਹੈ ਔਰ 14 ਸਤੰਬਰ ਨੂੰ ਦੱਸ ਰਹੀ ਕਿ ਕੋਟਕਪੂਰਾ ਗੋਲੀकांड ਦੇ ਵਿੱਚ ਪੁੱਛਗਿੱਛ ਲਈ ਬੁਲਾਇਆ ਗਿਆ, ਯਾਨੀ ਕਿ 6 ਸਤੰਬਰ ਔਰ ਸਿੱਧੇ ਤੌਰ ਤੇ 14 ਸਤੰਬਰ 2 ਦਿਨ ਨੇ ਜਿਨ੍ਹਾਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ। ਪਰ ਹੁਣ ਜ਼ਿਕਰ ਕਰ ਰਹੇ ਹਾਂ ਅਸੀਂ ਜੋ ਤਾਜ਼ਾ ਅਪਡੇਟ, ਜੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ 6 ਸਤੰਬਰ ਨੂੰ ਸੱਦਿਆ ਗਿਆ। ਇਸ ਤੋਂ ਪਹਿਲਾਂ ਵੀ ਦੱਸ ਦਈਏ ਕਿ ਕੋਟਕਪੂਰਾ ਗੋਲੀकांड ਦੇ ਵਿੱਚ ਪੁੱਛਗਿੱਛ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਕਈ ਸਵਾਲ ਜਵਾਬ ਕੀਤੇ ਜਾ ਚੁੱਕੇ ਨੇ। ਸੈਕਟਰ 9 ਚੰਡੀਗੜ੍ਹ ਦੇ ਵਿੱਚ ਹੀ ਪੁੱਛਗਿੱਛ ਕੀਤੀ ਗਈ ਸੀ। ਜੁਲਾਈ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਜੂਨ ਜੁਲਾਈ ਦੇ ਵਿਚਕਾਰ ਦਾ ਜ਼ਿਕਰ ਕਰ ਰਹੇ, ਜਿਸ ਵੇਲੇ ਪੁੱਛਗਿੱਛ ਹੋਈ ਹੈ ਤਾਂ ਉਸ ਵੇਲੇ 80 ਸਵਾਲ ਜਵਾਬ ਕੀਤੇ ਗਏ ਸਨ। ਤਾਂ ਹੁਣ ਇਹ ਸੰਮਨ ਇੱਕ ਹੋਰ ਜਾਰੀ ਹੋਇਆ। ਪੰਕਜ ਕਪਾਹੀ ਮੇਰੇ ਸਹਿਯੋਗੀ ਨੇ ਫੋਨ ਲਾਈਨ ਤੇ ਜ਼ਿਆਦਾ ਜਾਣਕਾਰੀ ਲਈ। ਪੰਕਜ, ਕੀ ਕੁਝ ਜਾਣਕਾਰੀ ਹੈ? ਦੇਖੋ, 6 ਸਤੰਬਰ ਨੂੰ ਹੁਣ ਐਸਆਈਟੀ ਦੇ ਸਾਹਮਣੇ ਪੇਸ਼ ਹੋਣ ਦੀ ਗੱਲ ਜਿਹੜੀ ਹੈ ਉਹ ਸੋਰਸਿਸ ਦੇ ਵਾਲੇ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਸੰਮਨ ਕੀਤੇ ਗਏ ਨੇ। ਜਿਹੜੀ ਐਸਆਈਟੀ ਨੌ ਨਿਹਾਲ ਹੋਰਾਂ ਦੀ ਅਗਵਾਈ ਦੇ ਵਿੱਚ ਬਣੀ ਹੋਈ ਹੈ, ਉਹ ਇਸ ਪੂਰੇ ਮਾਮਲੇ ਦੀ ਜਾਂਚ ਜਿਹੜੀ ਉਹ ਕਰ ਰਹੀ ਹੈ। ਔਰ ਤਾਂ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਜਾਣਕਾਰੀ ਮਿਲ ਰਹੀ ਕਿ ਐਸਆਈਟੀ ਵੱਲੋਂ ਜਿਹੜੇ ਸੰਮਨ ਭੇਜੇ ਗਏ ਨੇ ਉਹ ਵੀ ਉਹਨਾਂ ਵੱਲੋਂ ਲੈ ਲਿੱਤੇ ਗਏ ਨੇ। ਤਾਂ ਅਜਿਹੇ ਤੇ ਵੇਖਣ ਵਾਲੀ ਗੱਲ ਹੋਏਗੀ ਕਿ ਕੀ ਐਸਆਈਟੀ ਦੇ ਸਾਹਮਣੇ ਸੁਖਬੀਰ ਸਿੰਘ ਬਾਦਲ ਹੋਰੀ ਪੇਸ਼ ਹੋਣਗੇ, ਕਿਉਂਕਿ ਇੱਕ ਐਸਆਈਟੀ ਜਿਹੜੀ ਬਣੀ ਹੋਈ ਹੈ ਐਲਕੇ ਯਾਦਵ ਦੀ ਅਗਵਾਈ ਦੇ ਵਿੱਚ, ਉਹਨਾਂ ਨੇ 14 ਸਤੰਬਰ ਨੂੰ ਪੇਸ਼ ਹੋਣ ਨੂੰ ਕਿਹਾ ਔਰ ਨੌ ਨਿਹਾਲ ਹੋਰਾਂ ਦੀ ਜਿਹੜੀ ਐਸਆਈਟੀ ਉਹ 6 ਸਤੰਬਰ ਨੂੰ ਕਿਹਾ ਕਿ ਸੁਖਬੀਰ ਸਿੰਘ ਬਾਦਲ ਹੋਰੀ ਪੇਸ਼ ਹੋਣ। ਤਾਂ ਇਹਨਾਂ ਦੋਹਾਂ ਮਾਮਲਿਆਂ ਦੇ ਵਿੱਚ ਹੁਣ ਦੋਵੇਂ ਜਿਹੜੀਆਂ ਐਸਆਈਟੀ ਨੇ ਉਹ ਸੁਖਬੀਰ ਸਿੰਘ ਬਾਦਲ ਹੋਰਾਂ ਤੋਂ ਪੁੱਛਗਿੱਛ ਕਰਨਗੀਆਂ। ਔਰ ਕਾਫੀ ਅਹਿਮ ਰਹਿਣ ਵਾਲਾ ਹੈ ਕਿ ਲਗਾਤਾਰ ਜਿਹੜਾ ਆਮ ਆਦਮੀ ਪਾਰਟੀ ਵੱਲੋਂ, ਕਾਂਗਰਸ ਵੱਲੋਂ ਜ਼ਿਕਰ ਹੁੰਦਾ ਹੈ ਕਿ ਉਸ ਵੇਲੇ ਹੋਮ ਮਿਨਿਸਟਰ ਤੇ ਸੁਖਬੀਰ ਸਿੰਘ ਬਾਦਲ ਔਰ ਗੋਲੀ ਚਲਾਉਣ ਦੇ ਹੁਕਮ ਕਿਸ ਦੇ ਵੱਲੋਂ ਦਿੱਤੇ ਗਏ ਔਰ ਕਿਉਂ ਦਿੱਤੇ ਗਏ। ਹਾਲਾਂਕਿ
ਸੁਖਬੀਰ ਸਿੰਘ ਬਾਦਲ ਵੱਲੋਂ ਲਗਾਤਾਰ ਇਸ ਗੱਲ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਐਸਡੀਐਮ ਨੇ ਕਿਹਾ ਸੀਗਾ ਕਿ ਗੋਲੀ ਚਲਾਉਣ ਦੇ ਹੁਕਮ ਉਹਨਾਂ ਵੱਲੋਂ ਦਿੱਤੇ ਗਏ ਨੇ ਔਰ ਅਜਿਹੇ 'ਚ ਸੁਖਬੀਰ ਸਿੰਘ ਬਾਦਲ ਇਹ ਵੀ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਉਹ ਉਸ ਵੇਲੇ ਪੰਜਾਬ ਦੇ ਵਿੱਚ ਸੀਗੇ ਹੀ ਨਹੀਂ। ਤਾਂ ਅਜਿਹੇ 'ਚ ਇਹ तमाम ਸਵਾਲ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਕੋ ਐਸਆਈਟੀ ਪੁੱਛੇਗੀ 6 ਸਤੰਬਰ ਔਰ 14 ਸਤੰਬਰ ਨੂੰ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ। ਜੀ ਠੀਕ ਹੈ ਪੰਕਜ, ਧੰਨਵਾਦ ਹੈ तमाम ਜਾਣਕਾਰੀ ਦੇ ਲਈ। ਤਾਂ ਸੁਖਬੀਰ ਬਾਦਲ ਨੂੰ ਇੱਕ ਹੋਰ ਸੰਮਨ ਹੋਇਆ 6 ਸਤੰਬਰ ਔਰ 14 ਸਤੰਬਰ 2 ਦਿਨ ਪੇਸ਼ ਹੋਣ ਦੇ ਲਈ। ਹੁਣ ਕਿਹਾ ਗਿਆ 14 ਸਤੰਬਰ ਦੇ ਲਈ ਪਹਿਲਾਂ ਕਿਹਾ ਗਿਆ ਸੀ ਕਿ ਐਲਕੇ ਯਾਦਵ ਵਾਲੀ ਜੋ ਐਸਆਈਟੀ ਹੈ ਤਾਂ ਉਹਨਾਂ ਦੇ ਵੱਲੋਂ ਸੰਮਨ ਜਾਰੀ ਹੋਇਆ ਦੁਬਾਰਾ ਤੋਂ, ਕਿਉਂਕਿ ਬੀਤੇ ਦਿਨ ਬੁਲਾਇਆ ਸੀ ਤਾਂ ਨਹੀਂ ਗਏ। ਤਾਂ ਹੁਣ ਦੀ ਜ਼ਿਕਰ ਕਰੀਏ ਤਾਂ ਆਈਜੀ ਨਿਹਾਲ ਜਿਨ੍ਹਾਂ ਦੀ ਅਗਵਾਈ ਵਾਲੀ ਐਸਆਈਟੀ ਜਿਨ੍ਹਾਂ ਦੇ ਵੱਲੋਂ ਹੁਣ ਪੁੱਛਗਿੱਛ ਦੇ ਲਈ ਇਹ ਸੰਮਨ ਜਾਰੀ ਹੋਇਆ। ਪਰ ਦੇਖਣਾ ਹੋਏਗਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਸ ਤੇ ਕੀ ਬਿਆਨ ਹੈ ਜਾਂ ਕੀ ਕਹਿਣਾ ਹੈ, ਕਿਉਂਕਿ ਉਹਨਾਂ ਦਾ ਇਹ ਕਹਿਣਾ ਹੁੰਦਾ ਕਿ ਪਿਛਲੀ ਵਾਰ ਉਹਨਾਂ ਨੇ ਬੀਤੇ ਦਿਨ ਦਾ ਅਸੀਂ ਜ਼ਿਕਰ ਕਰੀਏ ਤਾਂ ਉਹਨਾਂ ਦਾ ਕਹਿਣਾ ਸੀ ਕਿ ਸਾਡੇ ਤੱਕ ਸੰਮਨ ਨਹੀਂ ਪਹੁੰਚੇ, ਪਰ ਉਸ ਤੋਂ ਬਾਅਦ ਜਦੋਂ ਬਿਆਨ ਆਉਂਦਾ ਐਸਆਈਟੀ ਦਾ ਤਾਂ ਉਹਨਾਂ ਦਾ ਕਹਿਣਾ ਸੀ ਕਿ ਅਧਿਕਾਰੀ ਖੁਦ ਗਏ ਸਨ, ਘਰ ਸੰਮਨ ਦੇ ਕੇ ਆਏ ਨੇ। ਤਾਂ ਇਹ ਬਿਆਨਬਾਜ਼ੀ ਬੀਤੇ ਦਿਨ ਹੋਈ ਹੈ, ਇਹ ਮਸਲਾ ਵੀ ਕਾਫੀ ਪੱਕਦਾ ਹੋਇਆ ਨਜ਼ਰ ਆਇਆ ਸੀ। ਤਾਂ ਹੁਣ ਇੱਕ ਹੋਰ ਸੰਮਨ ਜਾਰੀ ਹੋਇਆ 6 ਸਤੰਬਰ ਨੂੰ ਐਸਆਈਟੀ ਦੇ ਅੱਗੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ, ਜਿਸ ਦੇ ਵਿੱਚ ਸਵਾਲ ਜਵਾਬ ਕੀਤੇ ਜਾਣਗੇ, ਕਿਉਂਕਿ ਉਸ ਵੇਲੇ ਜਿਹੜਾ ਡਿਪਾਰਟਮੈਂਟ ਸੀ ਉਹਨਾਂ ਦੇ ਕੋਲ ਗ੍ਰਹਿ ਮੰਤਰਾਲਾ ਸੀ ਤਾਂ ਹੋਮ ਮਿਨਿਸਟਰੀ ਸੀ ਸਿੱਧੇ ਤੌਰ ਤੇ ਜਿਹੜੀ ਸਾਰੀ ਪੁਲਿਸ ਹੁੰਦੀ ਹੈ ਉਹ ਹੋਮ ਮਿਨਿਸਟਰੀ ਦੇ ਅੰਡਰ ਹੁੰਦੀ ਹੈ। ਤਾਂ ਗੋਲੀ ਚਲਾਉਣ ਦੇ ਹੁਕਮ ਕਿਸਨੇ ਦਿੱਤੇ, ਕਦੋਂ ਕੀ ਰਾਬਤਾ ਹੋਇਆ, ਕਿੰਨੇ ਵਜੇ ਤੁਹਾਡੇ ਤੱਕ ਜਾਣਕਾਰੀ ਪਹੁੰਚੀ ਕਿ ਗੋਲੀ ਚੱਲ ਗਈ ਹੈ, ਸਭ ਸਵਾਲ ਬਹੁਤ ਸਾਰੇ ਸਵਾਲ ਨੇ, ਇੱਕ ਲੰਬੀ ਲਿਸਟ ਹੈ ਸਵਾਲਾਂ ਦੀ ਜਿਹੜੇ ਪੁੱਛੇ ਜਾਂਦੇ ਨੇ। ਤਾਂ ਐਸਆਈਟੀ ਦੇ ਵੱਲੋਂ ਦੱਸਦੀ ਕਿ ਜਾਂਚ ਲਗਾਤਾਰ ਕੀਤੀ ਜਾ ਰਹੀ ਹੈ, ਪੁੱਛਗਿੱਛ ਕੀਤੀ ਜਾ ਰਹੀ ਹੈ। ਤਾਂ ਹੁਣ ਇੱਕ ਹੋਰ ਸਮਨ ਸੁਖਬੀਰ ਬਾਦਲ ਨੂੰ ਜਾਰੀ ਹੋਇਆ। ਤਾਂ ਇਹ ਇੱਕ ਹੋਰ ਸੰਮਨ ਜਾਰੀ ਹੋਇਆ ਸੁਖਬੀਰ ਬਾਦਲ ਨੂੰ। ਤਾਂ ਉਸ ਤੋਂ ਬਾਅਦ ਹੁਣ ਵੇਖਣਾ ਹੋਏਗਾ ਕਿ ਆਖਰਕਾਰ ਸ਼੍ਰੋਮਣੀ ਅਕਾਲੀ ਦਲ ਦਾ ਇਸ ਤੇ ਕੀ ਬਿਆਨ ਹੈ ਕਿ ਉਹਨਾਂ ਨੇ, ਕਿਉਂਕਿ ਪਹਿਲਾਂ ਵੀ ਕਿਹਾ ਸੀ ਕਿ ਉਹਨਾਂ ਨੂੰ ਸੰਮਨ ਨਹੀਂ ਮਿਲਿਆ, ਜੇਕਰ ਮਿਲਿਆ ਹੁੰਦਾ ਤਾਂ ਜ਼ਰੂਰ ਪੇਸ਼ ਹੁੰਦੇ। ਪਰ ਉਸ ਤੋਂ ਬਾਅਦ ਜ਼ੀਰਾ ਦੇ ਵਿੱਚ ਜਦੋਂ ਅਦਾਲਤ ਪਹੁੰਚੇ ਨੇ ਪੇਸ਼ੀ ਭੁਗਤਣ ਤਾਂ ਉਸ ਵੇਲੇ ਬਾਅਦ ਦੇ ਵਿੱਚ ਜ਼ਿਕਰ ਹੁੰਦਾ ਹੈ ਕਿ ਲਿਖਤੀ ਤੌਰ ਤੇ ਕਹਿ ਦਿੱਤਾ ਗਿਆ ਖਾਸ ਤੌਰ ਤੇ ਐਸਆਈਟੀ ਨੂੰ ਕਿ ਹੋਰ ਜਿਹੜੀ ਤਰੀਕ ਹੈ ਉਹ ਦਿੱਤੀ ਜਾਵੇ, ਉਹ ਜਾਂਚ ਵਿੱਚ ਸ਼ਾਮਿਲ ਹੋਣਗੇ। ਹਾਲਾਂਕਿ ਇਸ ਤੋਂ ਪਹਿਲਾਂ ਇਹ ਜ਼ਿਕਰ ਹੋਇਆ ਸੀ ਕਿ ਜਿਹੜਾ ਸੰਮਨ ਹੈ ਉਹ ਨਹੀਂ ਮਿਲਿਆ, ਪਰ ਜੇਕਰ ਦੂਸਰੇ ਪਾਸੇ ਬਿਆਨ ਦਾ ਗੱਲ ਕੀਤੀ ਜਾਵੇ ਜਾਂ ਤਰਕ ਦੀ ਗੱਲ ਕੀਤੀ ਜਾਵੇ ਤਾਂ ਇਹ ਅਧਿਕਾਰੀਆਂ ਦੇ ਵੱਲੋਂ ਕਿਹਾ ਗਿਆ ਕਿ ਖੁਦ ਅਧਿਕਾਰੀ ਜਿਹੜੇ ਨੇ ਉਹ ਪਹੁੰਚੇ ਸਨ, ਘਰ ਸੰਮਨ ਦੇ ਕੇ ਆਏ ਨੇ। ਤਾਂ ਇਹ ਬਿਆਨਬਾਜ਼ੀ ਹੋਈ ਔਰ ਮੁੱਦਾ ਬੇਹੱਦ ਭਖਿਆ ਸੀ ਬੀਤੇ ਦਿਨ। ਪਰ ਹੁਣ ਜੋ ਇਹ ਮਸਲਾ ਸਾਹਮਣੇ ਆਇਆ, ਕਹਿ ਲਈਏ ਕਿ ਹੋਰ ਇੱਕ ਵੱਡੀ ਖਬਰ ਇਸੇ ਮਾਮਲੇ ਦੇ ਵਿੱਚ ਸਾਹਮਣੇ ਆਈ ਹੈ ਕਿ ਸੁਖਬੀਰ ਬਾਦਲ ਨੂੰ ਇੱਕ ਹੋਰ ਸੰਮਨ ਜਾਰੀ ਹੋਇਆ ਆਈਜੀ ਨਿਹਾਲ ਨੇ, ਜਿਨ੍ਹਾਂ ਦੀ ਅਗਵਾਈ ਵਾਲੀ ਐਸਆਈਟੀ ਹੈ ਜਿਹੜੀ ਕਿ ਹੁਣ ਪੁੱਛਗਿੱਛ ਕਰਨਾ ਚਾਹੁੰਦੀ ਹੈ। ਇਸ ਦੇ ਲਈ ਉਹਨਾਂ ਨੇ ਸੰਮਨ ਜਾਰੀ ਕੀਤਾ ਹੈ, ਜੋ ਸਾਡੇ ਕੋਲ ਜਾਣਕਾਰੀ ਆਈ ਹੈ। ਦਲਜੀਤ ਜੀ ਬਾਰੂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ, ਸੀਨੀਅਰ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਤੋਂ। ਚੀਮਾ ਸਾਹਿਬ ਸਵਾਗਤ ਹੈ ਤੁਹਾਡਾ ਨਿਊਜ਼ 18 ਪੰਜਾਬ ਤੇ। ਮਿਹਰਬਾਨੀ ਜੀ। ਜੀ ਜਾਨਣਾ ਚਾਹਾਂਗੇ ਇੱਕ ਹੋਰ ਸੰਮਨ ਜਾਰੀ ਹੋਇਆ ਹੈ, ਜਾਣਕਾਰੀ ਆਈ ਹੈ ਸੁਖਬੀਰ ਬਾਦਲ ਹੋਰਾਂ ਨੂੰ। ਤੇ ਕੋਈ ਗੱਲ ਨਹੀਂ, ਜੇ ਸੰਮਨ ਆਏਗਾ ਤਾਂ ਜ਼ਰੂਰ ਜਾਣਗੇ। ਪਹਿਲਾਂ ਵੀ ਜਿਹੜੇ ਹੈ ਇਸ ਐਸਆਈਟੀ ਕੋਲੇ ਸਦਾ ਸੁਖਬੀਰ ਸਿੰਘ ਬਾਦਲ ਜਾ ਚੁੱਕੇ ਜੀ, ਇਸ ਕਰਕੇ ਉਸ ਦਿਨ ਉਹਨਾਂ ਦੀ ਤਰੀਕ ਸੀ ਉੱਥੇ ਜੀਰਾ ਦੇ ਵਿੱਚ ਅਦਾਲਤ ਦੇ ਵਿੱਚ, ਤੇ ਕਲੈਸ਼ ਕਰਕੇ ਸੰਮਨ ਦੀ ਡੇਟ ਤੇ ਦੂਸਰੀ ਉਹਨਾਂ ਨੇ ਕਿਹਾ ਸੀਗਾ ਐਸਆਈਟੀ ਨੂੰ ਕਿ ਦੁਬਾਰਾ ਕੋਈ ਡੇਟ ਦੇ ਦਿਓ, ਮੈਂ ਆ ਕੇ ਕੋਆਪਰੇਟ ਕਰਾਂਗਾ। ਇਸ ਕਰਕੇ ਸਾਨੂੰ ਇਸ ਗੱਲ ਦੇ ਨਾਲ ਨਹੀਂ ਹੈ, ਅਸੀਂ ਲਾ ਅਬਾਈਡਿੰਗ ਜਿਹੜੀ ਹੈ ਪਾਰਟੀ ਹੈਗੇ ਆ, ਅਸੀਂ ਜਾ ਕੇ ਆਪਣੇ ਵੱਲੋਂ ਪੂਰਾ ਕੋਆਪਰੇਟ ਕਰਾਂਗੇ। ਨਹੀਂ ਪਰ ਅਖੀਰ ਤੱਕ ਦੁਨੀਆ ਨੂੰ ਪਤਾ ਹੈ ਕਿ ਸਰਕਾਰ ਦੀ ਰਾਜਨੀਤੀ ਕੀ ਹੈ, ਇਹ ਕੋਈ ਭੁਲੇਖਾ ਤਾਂ ਕਿਸੇ ਨੂੰ ਹੈ ਨਹੀਂ, ਕਿਉਂਕਿ ਉਹ ਤਾਂ ਆਲਰੇਡੀ ਇਸੇ ਐਸਆਈਟੀ ਕੋਲੇ ਜਦੋਂ ਪਹਿਲਾਂ ਬੁਲਾਇਆ ਸੀ ਉਦੋਂ ਵੀ ਜਾ ਚੁੱਕੇ ਜੀ। ਫਿਰ ਤੁਹਾਨੂੰ ਕੀ ਲੱਗਦਾ ਕਿ ਹੁਣ ਦੁਬਾਰਾ ਪੁੱਛਗਿੱਛ ਕਰਨ ਦੀ ਲੋੜ ਕਿਉਂ ਪਈ ਹੈ? ਨਹੀਂ ਚਲੋ ਅਸੀਂ ਇਹਦੇ ਤੇ ਕੋਈ ਹੱਲ ਕਹਿਣਾ ਨਹੀਂ ਚਾਹੁੰਦੇ। ਐਸਆਈਟੀ ਦਾ ਜੇ ਉਹਨਾਂ ਨੇ ਸੰਮਨ ਕੀਤਾ ਤਾਂ ਅਸੀਂ ਹਰ ਤਰ੍ਹਾਂ ਦੇ ਨਾਲ ਸਹਿਯੋਗ ਕਰਨ ਵਾਸਤੇ ਤਿਆਰ ਹਾਂ, ਇਸ ਕਰਕੇ ਉਹ ਜਾਣਗੇ। ਠੀਕ ਹੈ ਚੀਮਾ ਸਾਹਿਬ ਜੁੜੇ ਰਹੋ। ਦੂਸਰੇ ਪਾਸੇ ਨੀਲ ਗਰਗ ਜੁੜ ਗਏ ਨੇ ਸਾਡੇ ਨਾਲ, ਸਪੋਕਸਪਰਸਨ ਨੇ ਆਮ ਆਦਮੀ ਪਾਰਟੀ ਦੇ। ਗਰਗ ਸਾਹਿਬ ਤੁਹਾਡਾ ਵੀ ਸਵਾਗਤ ਹੈ। ਕੀ ਕਹਿਣਾ ਚਾਹੋਗੇ, ਕਿਉਂਕਿ ਇਲਜ਼ਾਮ ਇਹੀ ਨੇ ਬਾਰ-ਬਾਰ ਲੱਗਦੇ ਨੇ ਕਿ ਸਿਰਫ ਤੇ ਸਿਰਫ ਜਿਹੜੀ ਸਿਆਸਤ ਹੈ ਉਹਦੇ ਲਈ ਹੀ ਇਹ ਜਾਣਕਾਰੀ ਜਿਹੜੀ ਪੁੱਛੀ ਜਾਂਦੀ ਹੈ ਜਾਂ ਸਵਾਲ ਜਵਾਬ ਕੀਤੇ ਜਾਂਦੇ ਨੇ, ਸਿਰਫ ਤੇ ਸਿਰਫ ਸਿਆਸਤ ਦਾ ਇਲਜ਼ਾਮ ਹੈ। ਨਹੀਂ ਗੁਰਜੋਤ ਜੀ, ਜਿਸ ਤਰ੍ਹਾਂ ਦਾ ਇਹ ਇੰਨਾ ਸੈਂਸਿਟਿਵ ਤੇ ਲੋਕਾਂ ਦੀ ਭਾਵਨਾ ਦੇ ਨਾਲ ਜੁੜਿਆ ਹੋਇਆ ਮੁੱਦਾ ਹੈਗਾ, ਮੈਨੂੰ ਨਹੀਂ ਲੱਗਦਾ ਕਿ ਇਸ ਦੇ ਉੱਤੇ ਕਿਸੇ ਤਰ੍ਹਾਂ ਦੀ ਸਿਆਸਤ ਹੋਣੀ ਚਾਹੀਦੀ। ਘੱਟੋ ਘੱਟ ਸਾਡੀ ਪਾਰਟੀ ਇਸ ਦੇ ਉੱਤੇ ਕੋਈ ਸਿਆਸਤ ਨਹੀਂ ਕਰਦੀ। ਔਰ ਤੁਸੀਂ ਦੇਖੋ ਕੱਲ ਦੁਪਹਿਰ ਦੇ ਸ਼ਾਮ ਤੱਕ ਵੀ, ਜਾਨੀ ਕਿ ਜਦੋਂ ਤੱਕ ਐਸਆਈਟੀ ਨੇ ਆਪਣਾ ਜਾਨੀ ਕਿ ਪੱਖ ਸਪਸ਼ਟ ਨਹੀਂ ਕੀਤਾ ਸੀ, ਉਦੋਂ ਤੱਕ ਅਕਾਲੀ ਦਲ ਇਹੀ ਕਹਿੰਦਾ ਰਿਹਾ ਕਿ ਸੰਮਨ ਮਿਲੇ ਹੀ ਨਹੀਂ ਹੈ।
ਜਦਕਿ SIT ਨੇ ਬਿਲਕੁਲ ਆਪਣਾ ਪੱਖ ਰੱਖਿਆ ਕਿ ਕਿਸ ਤਰੀਕੇ ਨਾਲ 2 ਵਾਰ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਘਰ ਜਿਹੜੇ ਉਹ ਸੰਮਨ ਲੈ ਕੇ ਗਏ, ਕਿਸ ਤਰੀਕੇ ਨਾਲ ਉਸ ਤੋਂ ਬਾਅਦ WhatsApp ਦੇ ਉੱਤੇ ਉਹ ਰਿਸੀਵ ਕਰਵਾਏ ਗਏ। ਤੇ ਲੇਕਿਨ ਕਿਉਂਕਿ ਇਹ ਸਮਾਂ ਮੰਗ ਰਹੇ ਸੀ, ਸਮਾਂ ਉਹਨਾਂ ਨੇ ਹੋਰ ਨਹੀਂ ਦਿੱਤਾ, ਪਹਿਲਾਂ ਡਿਨਾਈ ਕਰਦੇ ਰਹੇ, ਹੁਣ ਦੁਬਾਰਾ ਇਸ ਕਰਕੇ ਉਹਨਾਂ ਨੂੰ ਸੰਮਨ ਕੀਤਾ ਗਿਆ। ਮੈਂ ਸਮਝਦਾ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਲੋਕ ਇਨਸਾਫ ਦੀ ਮੰਗ ਕਰ ਰਹੇ ਹੈਗੇ ਹੈ ਔਰ ਇਸ ਇਨਸਾਫ ਲੋਕਾਂ ਨੂੰ ਇਨਸਾਫ ਦੇਣ ਵਾਸਤੇ ਜੇਕਰ ਕਿਸੇ ਨੂੰ ਵੀ ਬੁਲਾਉਣਾ ਪੈਂਦਾ, ਭਾਵੇਂ ਉਹ ਕਿੱਡਾ ਵੀ ਸ਼ਖਸ ਵੱਡਾ ਸ਼ਖਸ ਕਿਉਂ ਨਹੀਂ ਹੈ, ਤੇ ਮੈਨੂੰ ਲੱਗਦਾ ਉਹ ਸ਼ਖਸ ਨੂੰ ਵੀ ਕੋਆਪਰੇਟ ਕਰਨਾ ਚਾਹੀਦਾ ਹੈਗਾ। ਔਰ ਸਰਕਾਰ ਦਾ ਇਹ ਫਰਜ਼ ਹੈ, ਅਸੀਂ ਤੇ ਲੋਕਾਂ ਨਾਲ ਵਾਅਦਾ ਕਰਕੇ ਆਏ ਹੈਗੇ ਹਾਂ, ਕਿਉਂਕਿ ਪਿਛਲੇ 7 ਸਾਲਾਂ ਤੋਂ ਉਸ ਸਮੇਂ 2 ਸਾਲ ਜਿਹੜਾ ਹੈਗਾ ਅਕਾਲੀ ਦਲ ਦੀ ਸਰਕਾਰ ਰਹੀ, 5 ਸਾਲ ਕਾਂਗਰਸ ਦੀ ਸਰਕਾਰ ਰਹੀ, ਉਹਨਾਂ ਨੇ ਚਾਹੇ ਕੋਟਕਪੂਰਾ ਗੋਲੀकांड ਹੋਵੇ, ਚਾਹੇ ਬੇਅਦਬੀ ਹੋਵੇ, ਉਹਨਾਂ ਦੀ ਕਿਸੇ ਦੇ ਜਿਹੜੇ ਦੋਸ਼ੀ ਉਹਨਾਂ ਨੂੰ ਸਜ਼ਾ ਨਹੀਂ ਦਿੱਤੀ, ਇਨਸਾਫ ਲੋਕਾਂ ਨੂੰ ਨਹੀਂ ਮਿਲਿਆ। ਤਾਂ ਮੈਨੂੰ ਲੱਗਦਾ ਕਿ ਇਨਸਾਫ ਜਿਹੜਾ ਹੈਗਾ ਲੋਕਾਂ ਨੂੰ ਮਿਲਣਾ ਚਾਹੀਦਾ ਔਰ ਆਮ ਆਦਮੀ ਪਾਰਟੀ ਕਮਿਟਡ ਹੈ ਇਸ ਪ੍ਰਤੀ। ਇਸ ਵਾਰ ਚੀਮਾ ਸਾਹਿਬ ਲਗਾਤਾਰ ਕਹਿ ਰਹੇ ਨੇ, ਉਹਨਾਂ ਨੇ ਪਹਿਲਾਂ ਵੀ ਕਿਹਾ ਸ਼੍ਰੋਮਣੀ ਅਕਾਲੀ ਦਲ ਨੇ ਕਿ ਅਸੀਂ ਸਹਿਯੋਗ ਕਰ ਰਹੇ ਹਾਂ, ਕਿਸੇ ਕਿਸਮ ਦੀ ਕੋਈ ਅਣਗਹਿਲੀ ਨਹੀਂ ਹੈਗੀ ਇਸ ਦੇ ਵਿੱਚ, ਨਾ ਹੀ ਕੋਈ ਆਨਾਕਾਨੀ ਕੀਤੀ ਜਾ ਰਹੀ ਹੈ। ਇੱਕ ਹੋਰ ਜਾਣਕਾਰੀ ਗਰਗ ਸਾਹਿਬ ਤੁਹਾਨੂੰ ਦੇ ਦਿਆਂ ਕਿ ਇੱਕ ਹੋਰ ਸੰਮਨ ਜਾਰੀ ਹੋਇਆ ਜਿਸ ਦੇ ਬਾਰੇ ਅਸੀਂ ਜ਼ਿਕਰ ਕਰ ਰਹੇ ਹਾਂ। ਇੱਕ ਤਾਂ 14 ਸਤੰਬਰ ਨੂੰ ਪੇਸ਼ ਹੋਣਾ, ਪਰ IG ਨਿਹਾਲ ਉਹਨਾਂ ਦੀ ਅਗਵਾਈ ਵਾਲੀ ਜਿਹੜੀ ਸਿੱਟ ਹੈ ਉਹਨਾਂ ਦੇ ਵੱਲੋਂ ਹੁਣ ਸੱਦਿਆ ਗਿਆ। ਚੀਮਾ ਸਾਹਿਬ ਤੁਸੀਂ ਕੀ ਕਹੋਗੇ? ਜੀ देखो, गल ये है कि कोई भी इन्वेस्टिगेटिंग एजेंसी है, अगर कोई जानकारी हासिल करनी चाहती है किसी कोलों भी, ठीक है ना, तो ਉਹਦੇ ਵਿੱਚ ਕੋਈ ਦੂਜਾ ਇਤਰਾਜ਼ ਨਹੀਂ ਹੁੰਦਾ। ਉਹਦੇ ਚ ਜਿੰਨੂੰ ਵੀ ਪੜਾਇਆ ਜਾਏਗਾ ਉਹ ਜਾ ਕੇ ਜੋ ਇਨਫੋਰਮੇਸ਼ਨ ਉਹਨਾਂ ਨੂੰ ਚਾਹੀਦੀ ਸੀ, ਉਹਦੇ ਕੋਲ ਕੋਈ ਹੈ ਇਨਫੋਰਮੇਸ਼ਨ ਤਾਂ ਸ਼ੇਅਰ ਕਰਨਗੇ। ਜੀ ਠੀਕ ਹੈ, ਆਖਰੀ ਰਿਐਕਸ਼ਨ ਤੁਹਾਡਾ ਗਰਗ ਸਾਹਿਬ। ਹਾਂਜੀ ਜੀ ਜੀ ਮੈਂ ਉਹੀ ਕਹਿ ਰਿਹਾ ਮੈਡਮ, ਕਿਉਂਕਿ ਜਿੰਨੀਆਂ ਵੀ ਇਨਵੈਸਟੀਗੇਸ਼ਨ ਏਜੰਸੀਆਂ ਨੇ ਨਿਰਪੱਖ ਤੌਰ ਤੇ ਉਹ ਕੰਮ ਕਰ ਰਹੀਆਂ ਨੇ ਔਰ ਪੰਜਾਬ ਦੇ ਲੋਕਾਂ ਨਾਲ ਸਾਡਾ ਇੱਕ ਵਾਅਦਾ ਹੈਗਾ, ਕਮਿਟਮੈਂਟ ਹੈ ਕਿ ਜਿਹੜੇ ਦੋਸ਼ੀ ਹੈ, ਭਾਵੇਂ ਉਹ ਕੋਟਕਪੂਰਾ ਦੇ ਬਾਈਬਲ ਕਲਾਂ ਗੋਲੀकांड ਦੇ ਦੋਸ਼ੀ ਹੋਣ ਤੇ ਭਾਵੇਂ ਉਹ ਬੇਅਦਬੀ ਦੇ ਦੋਸ਼ੀ ਹੋਣ, ਉਹ ਦੋਸ਼ੀ ਬਖਸ਼ੇ ਨਹੀਂ ਜਾਣਗੇ। ਕਾਨੂੰਨ ਦੇ ਮੁਤਾਬਕ ਉਹਨਾਂ ਤੇ ਕਾਰਵਾਈ ਕੀਤੀ ਜਾਏਗੀ। ਇਸ ਕਰਕੇ ਜੇਕਰ ਇਨਵੈਸਟੀਗੇਸ਼ਨ ਵਾਸਤੇ ਇਨਵੈਸਟੀਗੇਸ਼ਨ ਏਜੰਸੀਆਂ ਨੂੰ ਕਿਸੇ ਦੀ ਵੀ ਜ਼ਰੂਰਤ ਪੈਂਦੀ ਹੈ ਤਾਂ ਉਸ ਨੂੰ ਬੁਲਾਇਆ ਜਾਏ। ਠੀਕ ਹੈ, ਠੀਕ ਹੈ, ਉਹੀ ਜ਼ਿਕਰ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ, ਪਰ ਸਵਾਲ ਤਾਂ ਵੀ ਉੱਠ ਜਾਂਦਾ ਨਾ ਜਦੋਂ ਸਿੱਧੇ ਇਲਜ਼ਾਮਾਤ ਲੱਗਦੇ ਨੇ, ਬਾਈ ਨੇਮ ਇਲਜ਼ਾਮਾਤ ਲੱਗਦੇ ਨੇ। ਹਾਂਜੀ ਤਾਂ ਮੈਂ ਹੋਰ ਵੀ ਐਡ ਕਰਨਾ ਚਾਹੁੰਦਾ ਗੱਲ ਵੀ ਹੁਣ ਜਿਹੜੀ ਚਾਰਜ ਸ਼ੀਟ ਮੂਸੇਵਾਲੇ ਕੇਸ ਦੇ ਵਿੱਚ ਦਾਇਰ ਹੋਈ ਹੈ, ਉਸ ਚਾਰਜ ਸ਼ੀਟ ਦੇ ਵਿੱਚ ਲਿਖਿਆ ਗਿਆ ਕਿ ਮੂਸੇਵਾਲ ਦਾ ਕਤਲ ਇਸ ਕਰਕੇ ਹੋਇਆ ਕਿ ਉਹਦੀ ਸਿਕਿਉਰਿਟੀ ਵਿਡਰਾ ਕਰ ਦਿੱਤੀ ਗਈ ਸੀ। ਤੇ ਇਹ ਦੱਸਣ ਦੀ ਕੋਸ਼ਿਸ਼ ਕਰਨਗੇ ਕਿ ਜਿਨ੍ਹਾਂ ਨੇ ਸਿਕਿਉਰਿਟੀ ਵਿਡਰਾ ਕਰਕੇ ਸੋਸ਼ਲ ਮੀਡੀਆ ਤੇ ਪਾਈ ਸੀ ਉਹਨਾਂ ਦਾ ਨਾਂ ਚਾਰਜ ਸ਼ੀਟ ਦੇ ਵਿੱਚ ਕਿਉਂ ਨਹੀਂ ਤੇ ਉਹਨਾਂ ਨੂੰ ਕਿਉਂ ਨਹੀਂ ਸੱਦਿਆ ਗਿਆ? ਸਵਾਲ ਹੈ, ਗੱਲ ਦਾ ਜ਼ਿਕਰ ਕਰਨਗੇ। ਦੇਖੋ ਗੁਰਜੋਤ ਜੀ, ਮੈਂ ਫੇਰ ਉਹੀ ਗੱਲ ਕਹਿ ਰਿਹਾ, ਹੁਣ ਇੱਕ ਬੰਨੇ ਤੇ ਅਕਾਲੀ ਦਲ ਕਹਿ ਰਿਹਾ ਉਹ ਕਿਸੇ ਤਰ੍ਹਾਂ ਦੀ ਸਿਆਸਤ ਨਹੀਂ ਕਰਦੇ। ਹੁਣ ਜਦੋਂ ਗੱਲ ਨਹੀਂ ਹੈ, ਕੁਐਸਚਨ ਹੈ ਜੈਨੂਇਨ ਪੰਜਾਬ ਦੀ। ਮੈਂ ਜਵਾਬ ਦਿੰਦਾ ਚੀਮਾ ਸਾਹਿਬ, ਮੈਂ ਜਵਾਬ ਦੇ ਰਿਹਾ। ਸਿਆਸਤ ਨਾ ਕਹੋ ਇਹਨੂੰ ਨਾ, ਇਹ ਕਤਲ ਦਾ ਮੁਕੱਦਮਾ ਹੈ, ਸਿਆਸਤ ਨਹੀਂ ਹੈ। ਚੀਮਾ ਸਾਹਿਬ ਇਹ ਕਤਲ ਹੈ ਔਰ ਇਸ ਕਤਲ ਦੇ ਵਿੱਚ ਉਹ ਲੋਕੀ ਦੋਸ਼ੀ ਹੈ ਜਿਨ੍ਹਾਂ ਨੇ ਸਿਕਿਉਰਿਟੀ ਘਟਾ ਕੇ ਸੋਸ਼ਲ ਮੀਡੀਆ ਦੇ ਵਿੱਚ ਪ੍ਰਚਾਰ ਕੀਤਾ। ਤੁਹਾਡੀ ਚਾਰਜ ਸ਼ੀਟ ਕਹਿ ਰਹੀ ਹੈ। ਸੁਣ ਲਓ ਚੀਮਾ ਸਾਹਿਬ, ਜਵਾਬ ਤਾਂ ਸੁਣ ਲਓ। ਇਹਨੂੰ ਸਿਆਸਤ ਨਾ ਕਹੋ ਨਾ, ਇਹਨੂੰ ਸਿਆਸਤ ਨਾ ਕਹੋ। ਦੇਖੋ ਏਦਾਂ ਨਾ ਕਰੋ। ਦੇਖੋ ਚੀਮਾ ਸਾਹਿਬ, ਤੁਸੀਂ ਚੀਮਾ ਸਾਹਿਬ ਤੁਸੀਂ ਸਾਡੇ ਤੋਂ ਵੱਡੇ ਹੋ, ਤੁਹਾਡੀ ਗੱਲ ਪੂਰੀ ਸੁਣੀ ਹੈ, ਤੁਸੀਂ ਸੁਣ ਤੇ ਲਾਓ ਨਾ। ਤੁਸੀਂ ਸਵਾਲ ਕੀਤਾ, ਜੇ ਮੇਰਾ ਸਵਾਲ ਜਵਾਬ ਤੁਹਾਨੂੰ ਪਸੰਦ ਨਾ ਆਵੇ ਹੋਰ ਸਵਾਲ ਕਰ ਲੈਣਾ। ਮੈਂ ਇਹ ਕਹਿ ਰਿਹਾ ਵੀ ਸਿਆਸਤ ਮੈਂ ਇਸ ਕਰਕੇ ਕਹਿ ਰਿਹਾ, ਹੁਣ ਮੁੱਦੇ ਦੀ ਗੱਲ ਹੋ ਰਹੀ ਸੀ ਕਿ ਕੋਟਕਪੂਰਾ ਦੀ ਜਿਹੜੀ ਗੋਲੀकांड ਹੈ ਜਾਂ ਬੇਅਦਬੀ ਹੈ ਉਹਦੀ ਸਿੱਟ ਬਣੀ ਹੈ, ਉੱਥੇ ਇਨਵੈਸਟੀਗੇਸ਼ਨ, ਤੁਸੀਂ ਇਸ ਨੂੰ ਮੂਸੇਵਾਲੇ ਨਾਲ ਜੋੜਿਆ। ਬਿਲਕੁਲ ਜਿਹੜਾ ਹੈਗਾ, ਮੈਂ ਤੁਹਾਨੂੰ ਜਿੱਦਾਂ ਪਹਿਲਾਂ ਕਹਿ ਕੇ ਹੈਗਾ, ਜਿਹੜੀਆਂ ਇਨਵੈਸਟੀਗੇਸ਼ਨ ਏਜੰਸੀਆਂ ਨੇ ਉਹ ਨਿਰਪੱਖ ਤੌਰ ਤੇ ਕੰਮ ਕਰ ਰਹੀਆਂ ਨੇ, ਸਰਕਾਰ ਦੀ ਉਸ ਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਹੈਗੀ ਹੈ। ਜੇਕਰ ਕੋਈ ਵੀ ਸਿੱਟ ਜਿਹੜੀ ਮੰਨ ਲਓ ਉਸ 'ਚ ਤੁਸੀਂ ਉੱਥੇ ਕੋਈ ਚਲਾਨ ਪੇਸ਼ ਕੀਤਾ, ਉਸ ਦੇ ਵਿੱਚ ਦਰਜ ਨਹੀਂ ਹੋਇਆ ਨਾਮ, ਠੀਕ ਹੈ ਨਾ, ਇਹ ਇਨਵੈਸਟੀਗੇਸ਼ਨ ਏਜੰਸੀਆਂ ਦਾ ਕੰਮ ਹੈ। ਤੁਹਾਨੂੰ ਇਹ ਲੱਗਦਾ ਹੈਗਾ ਤੁਸੀਂ ਆਪਦੀ ਰਿਪਰੈਜ਼ੈਂਟੇਸ਼ਨ ਏਜੰਸੀਆਂ ਨੂੰ ਦੇ ਦਿਓ, ਤਾਂ ਜਿਸ ਨੂੰ ਜ਼ਰੂਰਤ ਹੋਏਗੀ ਉਹ ਬੁਲਾ ਲੈਣਗੇ। ਗਰਗ ਸਾਹਿਬ ਤੁਹਾਨੂੰ ਲੱਗਦਾ ਹੈ ਉਸ ਦੇ ਵਿੱਚ ਨਾਮ ਹੋਣੇ ਚਾਹੀਦੇ ਸੀ ਜੋ ਸਵਾਲ ਚੀਮਾ ਸਾਹਿਬ ਕਰ ਰਹੇ ਨੇ? ਜੀ ਮੈਂ ਤੇ ਇਹ ਸਵਾਲ ਕਰ ਰਿਹਾ ਕਿ ਕੀ ਤੁਹਾਡੇ ਮੁਤਾਬਕ ਇਹ ਜ਼ਰੂਰੀ ਨਹੀਂ ਸੀਗਾ ਕਿ ਜਿਸ ਵਿਅਕਤੀ ਦੇ ਪੇਜ ਦੇ ਉੱਤੇ, ਸੋਸ਼ਲ ਮੀਡੀਆ ਪੇਜ ਦੇ ਉੱਤੇ ਇਹ ਜਾਣਕਾਰੀ ਦਿੱਤੀ ਗਈ ਸੀ, ਜਿਹਦੇ ਹੁਕਮਾਂ ਦੇ ਉੱਤੇ ਇਹ ਜਿਹੜਾ ਸਾਰਾ ਕੁਝ ਕੀਤਾ ਗਿਆ ਸੀ, ਉਹਨੂੰ ਨਾਲ ਦੀ ਨਾਲ ਚਾਰਜ ਸ਼ੀਟ ਦੇ ਵਿੱਚ ਜਿਹੜੀ ਹੈ ਉਹਦਾ ਰੋਲ ਜਿਹੜਾ ਨਾਲ ਦਿਖਿਆ ਜਾਂਦਾ? ਕਿਉਂਕਿ ਕਤਲ ਹੈ ਨਾ 120 ਦੇ ਵਿੱਚ, 120 ਦੇ ਵਿੱਚ ਸਾਜ਼ਿਸ਼ ਦੇ ਵਿੱਚੋਂ ਸਾਰੇ ਬੰਦੇ ਹੁੰਦੇ ਆ ਜਿਨ੍ਹਾਂ ਨੇ ਇਹ ਕਤਲ ਇਸ ਤਰੀਕੇ ਹੋਣ ਦੇ ਵਿੱਚ ਜਿਹੜੇ ਸਹਾਈ ਹੋਏ। ਬਿਲਕੁਲ, ਇਹ ਸਾਰੀ ਚੀਜ਼ ਦੀ ਜਿਹੜੀ ਇਨਵੈਸਟੀਗੇਸ਼ਨ, ਟੋਟਲ ਇਨਵੈਸਟੀਗੇਸ਼ਨ, ਨਾਟ ਇਨ ਸੈਪਰੇਸ਼ਨ, ਟੋਟਲ ਇਨਵੈਸਟੀਗੇਸ਼ਨ, ਉਹ ਲਿਸਟ ਕਿੰਨੇ ਜਾਰੀ ਕੀਤੀ, ਕਿਵੇਂ ਜਾਰੀ ਹੋਈ, ਕਿਉਂ ਜਾਰੀ ਹੋਈ, ਠੀਕ ਹੈ ਨਾ, ਸਾਰੀਆਂ ਚੀਜ਼ਾਂ ਹੀ ਆਉਣਗੀਆਂ।
ਠੀਕ ਹੈ ਨਾ। ਉਸ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਹੈਗਾ ਆਏਗਾ, ਬਿਲਕੁਲ ਲੋਕਾਂ ਨੂੰ ਇਨਸਾਫ ਮਿਲਣਾ ਚਾਹੀਦਾ ਔਰ ਮੂਸੇਵਾਲ ਦੇ ਜਿਹੜੇ ਕਾਤਲ ਹੈਗੇ ਆ ਉਹਨਾਂ ਨੂੰ ਬਿਲਕੁਲ ਸਜ਼ਾ ਮਿਲੇਗੀ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਉਸ ਨੂੰ ਲੈ ਕੇ ਹੋ ਰਹੀ ਹੈ, ਉਸ ਨੂੰ ਲੈ ਕੇ ਇਨਵੈਸਟੀਗੇਸ਼ਨ ਹੋ ਰਹੀ ਹੈ, ਇਸ ਨੂੰ ਲੈ ਕੇ ਕਿਹਾ ਜਾ ਰਿਹਾ ਕਿਉਂਕਿ ਮੈਂ ਦੇਖੋ ਸੁਣੋ, ਮੈਂ ਇਨਵੈਸਟੀਗੇਸ਼ਨ ਪਾਰਟ ਦਾ ਹਿੱਸਾ ਨਹੀਂ ਹੈ, ਨਾ ਹੀ ਮੈਂ ਕੋਈ ਇਨਵੈਸਟੀਗੇਸ਼ਨ ਏਜੰਸੀ ਹੈਗਾ, ਬਟ ਮੈਂ ਕਿਉਂਕਿ ਮੈਨੂੰ ਆਪਣੀ ਸਰਕਾਰ ਦੀ ਕਮਿਟਮੈਂਟ, ਆਪਣੀ ਪਾਰਟੀ ਦੀ ਕਮਿਟਮੈਂਟ ਲੋਕਾਂ ਨਾਲ ਪਤਾ ਹੈਗਾ। ਨਹੀਂ ਫਿਰ ਤੁਸੀਂ ਦਾਅਵਾ ਕਿਸ ਤਰ੍ਹਾਂ ਕਰ ਸਕਦੇ ਹੋ ਕਿ ਜਾਂਚ ਹੋਏਗੀ, ਉਹਨਾਂ ਦਾ ਨਾਂ ਵੀ ਆਏਗਾ? ਮੈਂ ਸਵਾਲ ਚੀਮਾ ਸਾਹਿਬ ਕਰ ਰਹੇ ਨੇ ਨਾ ਬੇਸਿਕਲੀ। ਮੈਂ ਇਸੇ ਕਰਕੇ ਕਹਿ ਰਿਹਾ ਗੁਰਜੋਤ ਮੈਡਮ, ਮੈਂ ਤੁਹਾਨੂੰ ਪਹਿਲੇ ਹੁਣੇ ਤੋਂ 1 ਮਿੰਟ ਪਹਿਲੇ ਵੀ ਕਹਿ ਕੇ ਹਟਿਆ, ਕਿਉਂਕਿ ਮੈਨੂੰ ਆਪਣੀ ਪਾਰਟੀ ਦੀ ਕਮਿਟਮੈਂਟ ਜਿਹੜੀ ਲੋਕਾਂ ਨਾਲ ਕੀਤੀ ਹੈ, ਸਰਕਾਰ ਨੇ ਜੋ ਕਮਿਟਮੈਂਟ ਲੋਕਾਂ ਨਾਲ ਕੀਤੀ, ਉਹ ਤੇ ਭਰੋਸਾ ਹੈਗਾ, ਮੈਂ ਇਸ ਕਰਕੇ ਕਹਿ ਰਿਹਾ ਹਾਂ। ਨਹੀਂ ਤੁਹਾਨੂੰ ਲੱਗਦਾ ਉਹਨਾਂ ਦਾ ਨਾਂ ਜੀ ਤੁਸੀਂ ਸਿਰਫ ਕੋਟਕਪੂਰਾ ਵਾਲੀ ਜਿਹੜੀ ਹੈ ਤੁਹਾਡਾ ਕੰਮ ਸਿਰਫ ਉੱਥੇ ਤੱਕ ਹੈ, ਉਸ ਤੋਂ ਅੱਗੇ ਨਹੀਂ। ਜਿਹੜਾ ਸਾਡਾ ਕੰਮ ਚੀਮਾ ਸਾਹਿਬ ਇਹ ਹੈਗਾ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਿਸੇ ਦਾ ਧੱਕਾ ਹੁੰਦਾ, ਕੋਈ ਕਤਲੇਆਮ ਹੁੰਦਾ, ਕੋਈ ਵੀ ਦੋਸ਼ੀ ਹੈਗਾ, ਉਹ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਪੰਜਾਬ ਦੇ ਲੋਕ ਇਨਸਾਫ ਮੰਗਦੇ ਨੇ, ਇਨਸਾਫ ਤੋਂ ਜ਼ਿਆਦਾ ਕੁਝ ਵੀ ਨਹੀਂ ਮੰਗਦੇ। ਪੰਥਕ ਸਰਕਾਰ ਕਹਾਉਣ ਵਾਲੀ ਸਰਕਾਰ ਜੇ 2 ਸਾਲਾਂ ਦੇ ਵਿੱਚ ਉਹਨਾਂ ਨੂੰ ਜਾਨੀ ਕਿ ਇਨਸਾਫ ਨਹੀਂ ਕਰ ਸਕੀ ਤਾਂ ਕੋਈ ਨਾ ਕੋਈ ਸਵਾਲ ਬਣਦਾ ਹੀ ਹੈ ਨਾ। ਸਵਾਲ ਤਾਂ ਉੱਠਣਗੇ। ਤੁਸੀਂ ਸਾਰਾ ਦਿਨ ਇਹਦੇ ਉੱਤੇ ਪ੍ਰੈਸ ਕਾਨਫਰੰਸ ਕਿਉਂ ਤੁਸੀਂ ਕਰਦੇ ਹੋ? ਚੀਮਾ ਸਾਹਿਬ ਦੇਖੋ, ਸਵਾਲ ਤੇ ਉੱਠਣਗੇ ਨਾ। ਜੇ ਆਪਣੇ ਆਪ ਨੂੰ ਪੰਥਕ ਸਰਕਾਰ ਕਹਾਉਣ ਵਾਲੀ ਸਰਕਾਰ ਦੇ ਵਿੱਚ ਬੇਅਦਬੀ ਹੋ ਜਾਂਦੀ ਹੈ, ਗੋਲੀकांड ਹੋ ਜਾਂਦਾ ਹੈ, ਉਸ ਤੋਂ ਬਾਅਦ ਅਣਪਛਾਤੀ ਪੁਲਿਸ ਕਿਹਾ ਜਾਂਦਾ ਹੈਗਾ, ਉਹਦਾ ਇਨਸਾਫ ਨਹੀਂ ਮਿਲਦਾ, ਤਾਂ ਲੋਕ ਤੇ ਸਵਾਲ ਕਰਨਗੇ ਨਾ। ਸਵਾਲ ਅਸੀਂ ਨਹੀਂ ਕਰਦੇ, ਸਵਾਲ ਪੰਜਾਬ ਦੇ ਲੋਕ ਕਰਦੇ ਆ ਤੁਹਾਨੂੰ। ਠੀਕ ਹੈ ਗਰਗ ਸਾਹਿਬ, ਚੀਮਾ ਸਾਹਿਬ ਜਿਹੜੇ ਨੇ ਉਹ ਜਾ ਚੁੱਕੇ ਨੇ, ਗੱਲਬਾਤ ਕੀਤੀ ਉਹਨਾਂ ਨੇ, ਧੰਨਵਾਦ ਹੈ ਉਹਨਾਂ ਦਾ। ਤੁਹਾਡਾ ਵੀ ਸ਼ੁਕਰੀਆ ਜੁੜਨ ਦੇ ਲਈ। ਸੋ ਸੰਮਨ ਜਾਰੀ ਹੋਇਆ ਸੁਖਬੀਰ ਬਾਦਲ ਹੋਰਾਂ ਨੂੰ, ਮੁੜ ਤੋਂ ਸੰਮਨ ਜਾਰੀ ਹੋਇਆ ਆਈਜੀ ਨੌਨਿਹਾਲ ਦੀ ਅਗਵਾਈ ਵਾਲੀ ਜਿਹੜੀ ਐਸਆਈਟੀ ਹੈ ਉਹਨਾਂ ਦੇ ਵੱਲੋਂ ਪੁੱਛਗਿੱਛ ਕੀਤੀ ਜਾਏਗੀ ਔਰ 6 ਸਤੰਬਰ ਦਾ ਦਿਨ ਤੈਅ ਕੀਤਾ ਗਿਆ, ਉਸ ਦੇ ਲਈ ਪੁੱਛਗਿੱਛ ਲਈ ਬੁਲਾਇਆ ਗਿਆ। ਤਾਂ ਇਸ ਨੂੰ ਲੈ ਕੇ ਬਿਆਨਬਾਜ਼ੀ ਜਿਹੜੀ ਹੈ ਉਹ ਬੀਤੇ ਦਿਨ ਵੀ ਹੋਈ, ਖਾਸ ਤੌਰ ਤੇ ਸਵਾਲ ਕੀਤੇ ਗਏ ਆਮ ਆਦਮੀ ਪਾਰਟੀ ਦੇ ਵੱਲੋਂ। ਤਾਂ ਹੁਣ ਵੀ ਗੱਲਬਾਤ ਕਰ ਰਹੇ ਸਨ ਸਾਡੇ ਨਾਲ, ਇੱਕ ਪਾਸੇ ਦਲਜੀਤ ਚੀਮਾ ਔਰ ਤਾਂ ਦੂਜੇ ਪਾਸੇ ਨੀਲ ਗਰਗ ਆਮ ਆਦਮੀ ਪਾਰਟੀ ਤੋਂ। ਤਾਂ ਹੁਣ ਵੀ ਜਿਹੜੀ ਤਿੱਖੀ ਬਹਿਸ ਕਹਿ ਸਕਦੇ ਹਾਂ ਉਹਨਾਂ ਦੇ ਵਿਚਕਾਰ ਹੋਈ ਹੈ ਔਰ ਲਗਾਤਾਰ ਇਲਜ਼ਾਮਾਤ ਇਹੀ ਨੇ ਕਿ ਸਿਆਸਤ ਜਿਹੜੀ ਹੈ ਉਹ ਨਾ ਕੀਤੀ ਜਾਵੇ। ਤਾਂ ਵੱਡੀ ਖਬਰ ਹੈ ਇਸ ਵੇਲੇ ਦੀ, ਸੁਖਬੀਰ ਬਾਦਲ ਨੂੰ ਇੱਕ ਹੋਰ ਸੰਮਨ ਜਾਰੀ ਕੀਤਾ ਗਿਆ, ਇੱਕ ਹੋਰ ਸੰਮਨ ਜਾਰੀ ਹੋਇਆ ਹੈ। ਦੱਸ ਦਈਏ ਕਿ ਆਈਜੀ ਨੌਨਿਹਾਲ ਜਿਨ੍ਹਾਂ ਦੀ ਅਗਵਾਈ ਵਾਲੀ ਐਸਆਈਟੀ ਹੈ ਜਿਹੜੀ ਪੁੱਛਗਿੱਛ ਕਰੇਗੀ। ਤਾਂ ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਜੇਕਰ ਬਿਆਨ ਦਾ ਜ਼ਿਕਰ ਕੀਤਾ ਜਾਏ ਤਾਂ ਉਹਨਾਂ ਦਾ ਕਹਿਣਾ ਕਿ ਇਸ ਤੋਂ ਪਹਿਲਾਂ ਵੀ ਸੁਖਬੀਰ ਬਾਦਲ ਤੋਂ ਪੁੱਛਗਿੱਛ ਹੋ ਚੁੱਕੀ ਹੈ, ਪਰ ਫਿਰ ਵੀ ਉਹਨਾਂ ਨੂੰ ਕੋਈ ਆਬਜੈਕਸ਼ਨ ਇਸ ਤੇ ਨਹੀਂ ਹੈ। ਜੇਕਰ ਕਿਸੇ ਵੀ ਤਰ੍ਹਾਂ ਦੇ ਨਾਲ ਜਿਹੜੀ ਟੀਮ ਹੈ ਜਿਸ ਨੂੰ ਜ਼ਿੰਮੇਵਾਰੀ ਮਿਲੀ ਹੈ ਕਿ ਉਹ ਸਾਰੇ ਮਾਮਲੇ ਦੀ ਜਾਂਚ ਕਰੇ, ਪੁੱਛਗਿੱਛ ਕਰੇ, ਤਾਂ ਉਹ ਕਰ ਸਕਦੇ ਨੇ, ਇਸ ਦੇ ਵਿੱਚ ਕੋਈ ਆਬਜੈਕਸ਼ਨ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਹੈ। ਪਰ ਇਹ ਉਹ ਜ਼ਰੂਰ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਹਮੇਸ਼ਾ ਦੇ ਵਾਂਗ ਹੁਣ ਵੀ ਆਮ ਆਦਮੀ ਪਾਰਟੀ ਜਿਹੜੀ ਨਵੀਂ ਸਰਕਾਰ ਹੈ ਉਹ ਵੀ ਸਿਆਸਤ ਕਰ ਰਹੀ ਹੈ, ਜਿਸ ਤਰ੍ਹਾਂ ਦੇ ਨਾਲ ਪਹਿਲਾਂ ਸਿਆਸਤਾਂ ਹੋਈਆਂ ਨੇ, ਹੁਣ ਫਿਰ ਤੋਂ ਇਸੇ ਮੁੱਦੇ ਨੂੰ ਲੈ ਕੇ ਸਿਆਸਤ ਕੀਤੀ ਜਾ ਰਹੀ ਹੈ, ਜਦਕਿ ਹਰ ਤਰ੍ਹਾਂ ਦੇ ਨਾਲ ਕੋਆਪਰੇਟ ਕੀਤਾ ਜਾ ਰਿਹਾ। ਪਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਦਾ ਜ਼ਿਕਰ ਕੀਤਾ ਜਾਏ ਤਾਂ ਬੀਤੇ ਦਿਨ ਉਹਨਾਂ ਨੇ ਬਕਾਇਦਾ ਇਸ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਔਰ ਉਹਨਾਂ ਨੇ ਕਿਹਾ ਕਿ ਜੇਕਰ ਸੁਖਬੀਰ ਬਾਦਲ ਜਾਂਚ ਦੇ ਵਿੱਚ ਸ਼ਾਮਿਲ ਹੋਣ ਲਈ ਨਹੀਂ ਗਏ, ਜੇਕਰ ਐਸਆਈਟੀ ਨੇ ਬੁਲਾਇਆ ਉਹ ਨਹੀਂ ਪਹੁੰਚੇ, ਤਾਂ ਉਸ ਤੋਂ ਬਾਅਦ ਯਾਨੀ ਕਿ ਲੱਗਦਾ ਹੁਣ ਕਿ ਦਾਲ ਦੇ ਵਿੱਚ ਕੁਝ ਕਾਲਾ ਹੈ। ਇਸ ਤਰ੍ਹਾਂ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਇਹ ਇਲਜ਼ਾਮ ਲਗਾਏ ਸਨ, ਇਹ ਬਿਆਨ ਦਿੱਤੇ ਸਨ।